ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ ਟੀਵੀ ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, LG, roku, ਐਪਲ ਟੀਵੀ ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ ਟੀਵੀਜ਼ ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਦੇਖੋ ਗੱਲ ਇਹ ਆ ਕਿ ਵੀ ਮੈਂ ਆਪਣੇ ਸਮੇਂ ਤੇ ਹਾਜ਼ਰ ਹੋ ਜਾਣਾ ਰੋਜ਼। ਤੇ ਕੱਲ ਗੱਲ ਚੱਲਦੀ ਸੀ ਕਿ ਵੀ ਬੰਦਾ ਅਚਾਨਕ ਇੰਗਲੈਂਡ ਤੋਂ ਗਾਇਬ ਹੋ ਗਿਆ। ਆਖਰੀ ਜਿਹੜੀਆਂ ਰਿਪੋਰਟਾਂ ਮਿਲੀਆਂ ਸੀ ਸੂਤਰਾਂ ਦੇ ਹਵਾਲੇ ਤੋਂ ਇਹ ਸੀ ਕਿ ਏਅਰਪੋਰਟ ਤੇ ਦੇਖਿਆ ਗਿਆ ਅਚਾਨਕ ਕਿਸੇ ਨਾ ਕਿਸੇ ਜਹਾਜ਼ 'ਚ ਬਹਿ ਗਿਆ। ਹੁਣ ਉਹ ਜਹਾਜ਼ ਕਿੱਧਰ ਨੂੰ ਗਿਆ ਇਹ ਨਹੀਂ ਸੀ ਪਤਾ ਲੱਗਦਾ। ਅਖੀਰ ਜਹਾਜ਼ ਲੈਂਡ ਕੀਤਾ ਤੇ ਹੁਣ ਅਸੀਂ ਦੁਬਾਰਾ ਬੰਦਾ ਜਿਹੜਾ ਜੀ ਉਹ ਕਾਬੂ ਕਰ ਲਿਆ ਤੇ ਇਸ ਵਕਤ ਆਪਣੇ ਨਾਲ ਹੈ। ਆਪਾਂ ਉਹਨਾਂ ਕੋਲੋਂ ਸੂਰਤੇ ਹਾਲ ਜਿਹੜਾ ਉਹ ਜਾਣਦੇ ਹਾਂ। ਕੀ ਹਾਲ ਨੇ ਬਾਟ ਸਾਹਿਬ? ਸੰਧਾਲੀਆ ਸਾਹਿਬ ਬਹੁਤ ਵਧੀਆ ਜੀ, ਚੜ੍ਹਦੀ ਕਲਾ। ਸਤਿ ਸ੍ਰੀ ਅਕਾਲ ਵੱਡੇ ਭਰਾ ਨੂੰ ਪਹਿਲਾਂ ਤਾਂ। ਹਾਂ, ਸਤਿ ਸ੍ਰੀ ਅਕਾਲ ਹੀ ਜਾਪਦੀ ਹੈ। ਸਾਡੇ ਪੱਲੇ ਤੇ ਬੰਦਾ ਨਾ ਕੋਈ ਲੱਭੇ, ਨਾ ਲੈਣਾ ਨਾ ਦੇਣਾ। ਇਹ ਜਿਹੜੀ ਗੱਲ ਹੈ ਨਾ, ਮਤਲਬ ਵੀ ਬੰਦੇ ਕੋਲ ਜਦੋਂ ਇਹੋ ਜਿਹਾ ਪਾਸਪੋਰਟ ਆ ਜਾਂਦਾ ਵੀ ਜਿੱਧਰ ਨੂੰ ਮਰਜ਼ੀ ਚੜ੍ਹ ਜਾਂਦਾ ਬੰਦਾ ਜਹਾਜ਼ ਲੈ ਕੇ, ਜਿਸ ਤਰ੍ਹਾਂ ਪ੍ਰਾਈਵੇਟ ਬੱਸ ਤੇ ਚੜ੍ਹੀਦਾ ਪਿੰਡ ਵਾਲੀ ਤੇ ਸ਼ਾਮ ਵਾਲੀ ਤੇ। ਸੰਧਾਲੀਆ ਸਾਹਿਬ ਗੱਲ ਪਤਾ ਕੀ ਆ, ਕਈ ਵਾਰੀ ਨਾ ਕਿਉਂਕਿ ਮੈਂ ਇੱਕ ਗੁਸਤਾਖੀ ਕਰ ਗਿਆ, ਤੁਹਾਨੂੰ ਵੱਡਾ ਭਰਾ ਕਿਹਾ, ਅਸਲ 'ਚ ਬਹੁਤ ਹੀ ਵੱਡੇ ਭਰਾ ਨੂੰ ਸਤਿ ਸ੍ਰੀ ਅਕਾਲ ਕਹਿਣੀ ਸੀ। ਤੇ ਹੁਣ ਇਹ ਬੰਦਾ ਮੇਰੇ ਤੇ ਤਵਾ ਲਾਊਗਾ ਜੀ। ਇਹ ਗੱਲ ਬਦਲੂਗਾ ਇਹ ਬੰਦਾ। ਇਹ ਦੇਖੋ ਜੀ, ਪਰਿਵਾਰ ਦੇ ਮੈਂਬਰ ਨੋਟ ਕਰਨ ਵੀ ਇਹ ਉਹੋ ਹੀ ਕੰਮ ਹੈ ਵੀ ਜਿੱਦਾਂ ਜਵਾਕ ਫੜਿਆ ਜਾਂਦਾ ਨਾ ਗੁੱਡੀਆਂ ਡਾਉਂਦਾ ਤੇ ਮੁੜ ਕੇ ਉਹਦੇ ਬਹਾਨੇ ਹੁੰਦੇ। ਉਹ ਨਾ ਮੈਂ ਇੱਧਰ ਗਿਆ ਤੇ ਫਿਰ ਮੈਨੂੰ ਉਹਨੇ ਫਲਾਣੇ ਨੇ ਡੱਕ ਲਿਆ ਤੇ ਫਿਰ ਉਹਨੇ ਮੈਨੂੰ ਗੁੱਡੀ ਲੈ ਦਿੱਤੀ ਤੇ ਉਹ ਕਹਿੰਦਾ ਮੈਂ ਆਪਾਂ ਚੜਾਈਏ। ਹੁਣ ਲਾਓ ਬਹਾਨੇ। ਚਲੋ ਮੇਰਾ ਕੰਮ ਸੰਧਾਲੀਆ ਸਾਹਿਬ ਪਤਾ ਕੀ ਆ ਤੇ ਤੁਹਾਡਾ ਕੰਮ ਕੀ ਆ? ਮੇਰਾ ਕੰਮ ਹੈ ਤੁਹਾਡਾ ਹੁਕਮ ਵਜਾਉਣਾ, ਤੁਹਾਡਾ ਹੁਕਮ ਮੰਨਣਾ। ਇੱਕ ਵਾਰੀ ਵੀ ਮੋਹਰਿਓ ਸਿਰ ਐ ਨਹੀਂ ਮਾਰਨਾ, ਐਵੇਂ ਹੀ ਕਰਨਾ ਸਿਰ। ਠੀਕ ਆ ਭਾਵ ਹੁਣ ਤੁਸੀਂ ਦੇਖੋ ਘਰ ਨਾ ਇੱਕ ਕੰਮ ਨੂੰ ਬੰਦਾ ਰੱਖਿਆ ਹੁੰਦਾ, ਤੁਹਾਡੇ ਵਰਗਾ ਵੱਡਾ ਸਰਦਾਰ ਹੁੰਦਾ, ਮੁੱਛਾਂ ਨੂੰ ਵੱਟ ਦੇਈ ਜਾਣੇ ਤੇ ਉੱਥੇ ਮੰਜੇ ਤੇ ਬੈਠ ਕੇ ਪਹਿਲਾਂ ਚਾਹ ਪੀਣੀ, ਚੌਂਕੜੀ ਮਾਰ ਕੇ ਨਾਲ ਮਟਰੀ ਖਾਣੀ। ਉਹਦੇ ਤੋਂ ਬਾਅਦ ਫਿਰ ਕਹਿਣਾ ਕਿ ਏਦਾਂ ਕਰ ਕਾਕਾ, ਮੁੰਡਾ ਚੱਲਿਆ ਹੀ ਸ਼ਹਿਰ ਨੂੰ, ਇਹਦੇ ਮਗਰ ਬਹਿ ਜਾ, ਇਹ ਸਕੂਟਰ ਦੇ ਇਹਦੇ ਮਗਰ ਬਹਿ ਜਾ ਤੇ ਇਹ ਆਪਣੇ ਕੰਮ ਚੱਲ ਜੂਗਾ ਤੇ ਇਹ ਤੈਨੂੰ ਲਾ ਦੂਗਾ। ਤੂੰ ਉੱਥੋਂ ਨਾ ਏਦਾਂ ਕਰਕੇ ਸਮਾਨ ਲੈ ਕੇ ਤੇ ਟੈਂਪੂ ਚੜ੍ਹ ਕੇ ਆ ਜੀ। ਮੇਰੇ ਵਰਗੇ ਬੰਦੇ ਨੇ ਛਾਲ ਮਾਰਨੀ, ਸਕੂਟਰ ਤੇ ਚੜ੍ਹ ਗਿਆ। ਇੰਨੇ ਚਿਰ ਨੂੰ ਮੁੰਡੇ ਨੇ ਕਹਿ ਦੇਣਾ ਮੈਂ ਤਾਂ ਹੋਰ ਪਾਸੇ ਨੂੰ ਜਾਣਾ ਹੀ। ਫਿਰ ਕੀ ਤੁਹਾਡੇ ਵਰਗੇ ਸਤਾਰਾਂ ਕਹਿਣਾ ਕਾਕਾ ਤੂੰ ਏਦਾਂ ਕਰ, ਉੱਤਰ ਸਕੂਟਰ ਤੋਂ ਉੱਤਰ, ਸਾਈਕਲ ਚੱਕ ਚੱਲ ਜਾ। ਜੇ ਮੈਂ ਦੇਖਿਆ ਸਾਈਕਲ ਪੈਂਚਰ ਆ, ਏਦਾਂ ਕਰ ਪਹਿਲਾਂ ਪੈਂਚਰ ਲਵਾ ਲਈ। ਮੈਂ ਸੰਧਾਲੀਆ ਸਾਹਿਬ ਤੁਸੀਂ ਮੈਨੂੰ ਉਦਣ ਕਿਹਾ ਕਿ ਭਾਈ ਲੰਡਨ ਜਾ ਕੇ ਉਹ ਜਿਹੜਾ ਝੂਲਾ ਜਿਹਾ ਜਿਹਨੂੰ ਲੰਡਨ ਆਈ ਕਹਿੰਦੇ ਆ, ਉੱਤੇ ਚੜ੍ਹ ਕੇ ਪ੍ਰੋਗਰਾਮ ਕਰਕੇ ਆਉਣਾ। ਮੈਂ ਦਿਲ ਕਰੜਾ ਕੀਤਾ, ਉੱਤੇ ਚੜ੍ਹਿਆ। ਤੁਸੀਂ ਹੋਰ ਉੱਥੇ ਦੇਖੋ ਪੂਰੇ 40 ਘੰਟੇ ਬਾਅਦ ਤੁਹਾਡਾ ਟੈਲੀਫੋਨ ਆ ਗਿਆ, ਕਾਕਾ ਦਿੱਲੀ ਉਤਰਿਆ। ਮੈਂ ਕਿਹਾ ਹਾਂਜੀ। ਆਟੋ ਫੜ ਲਾ ਤੇ ਸਿੱਧਾ ਫਲਾਨੀ ਥਾਂ ਚਲ ਜਾ। ਮੈਂ ਹੁਣੇ ਹੀ 20 ਮਿੰਟ ਪਹਿਲਾਂ ਆਟੋ ਦੇ ਵਿੱਚ ਉਤਰ ਕੇ ਆਇਆ। ਤੁਸੀਂ ਦੇਖੋ ਲੰਡਨ ਆਈ ਤੋਂ ਆਟੋ ਦਾ ਸਫ਼ਰ ਜਿਹੜੇ ਬੰਦੇ ਨੂੰ 40 ਘੰਟਿਆਂ 'ਚ ਮਾਲਕ ਕਹਿਣ ਤੈਅ ਕਰਨਾ ਹੀ ਪੈਂਦਾ ਭਰਾ, ਹੋਰ ਕੀ ਕਰੀਏ। ਹਾਂ ਨਹੀਂ ਇਹ ਤਾਂ ਗੱਲ ਹੈ ਜੀ। ਦੇਖੋ ਇਹ ਇੰਨੀ ਜਿਹੜੀ ਦੁੱਖ ਤਕਲੀਫ ਤੁਸੀਂ ਦੱਸੀ ਹੈ ਨਾ, ਇਹ ਚਲੋ ਪਰਿਵਾਰ ਦੇ ਮੈਂਬਰ ਵੀ ਜਾਣਦੇ ਵੀ ਕਿੰਨੀ ਕੁ ਦੁੱਖ ਤਕਲੀਫ ਹੈ। ਇਹ ਵੈਸੇ ਉਹ ਜਿਹੜੀ ਗੱਲ ਤੁਸੀਂ ਦੱਸੀ ਬੰਦਿਆਂ ਵਾਲੀ ਆਮ ਵੈਸੇ ਹੁੰਦਾ ਜ਼ਰੂਰ ਉੱਦਾਂ ਪਿੰਡਾਂ ਥਾਵਾਂ ਦੇ ਨਾ, ਮਤਲਬ ਹੁਣ ਤਾਂ ਚਲੋ ਸਕੂਟਰ ਵਾਲਾ ਕੰਮ ਘਟ ਗਿਆ, ਮੋਟਰਸਾਈਕਲ ਵਾਲਾ ਜ਼ਿਆਦਾ ਹੋ ਗਿਆ। ਨਹੀਂ ਤਾਂ ਪਹਿਲਾਂ ਜਦੋਂ ਸਕੂਟਰ ਜ਼ਿਆਦਾ ਹੁੰਦੇ ਨਾ, ਆਮ ਤੌਰ 'ਤੇ ਬਜਾਜ ਚੇਤਕ ਸਕੂਟਰ। ਹੁਣ ਮੁੰਡਾ ਜਿਹੜਾ ਜੀ ਉਹਨੇ ਅੱਗੇ ਚਲਾਉਂਦੇ ਹੋਣਾ ਜਾਂ ਬੰਦੇ ਨੇ ਅੱਗੇ ਚਲਾਉਂਦੇ ਹੋਣਾ ਤੇ ਬੰਦਾ ਜਿਹੜਾ ਨਾਲ ਮਾਤਰ ਕਮਜ਼ੋਰ ਆ ਉਹਨੂੰ ਪਹਿਲਾਂ ਪਿਛਲੀ ਸੀਟ 'ਤੇ ਬਿਠਾਇਆ ਹੋਣਾ ਤੇ ਹੁੰਦਾ ਕੀ ਸੀ ਕਿ ਫੀਡ ਵਾਲੀ ਬੋਰੀ ਉਹਨਾਂ ਦੀ ਦੋਵਾਂ ਦੇ ਵਿਚਾਲੇ ਰੱਖੀ ਹੋਣੀ, ਮਗਰਲੇ ਦੇ ਪਟਾਂ ਦੇ। ਹੁਣ ਉਹ ਵਿਚਾਰਾ ਫੀਡ ਦੀ ਬੋਰੀ ਦੇ ਵਿੱਚ ਅੱਗੋਂ ਤੇ ਪਿਛਲੇ ਪਾਸੇ ਜਿਹੜੀ ਉਹ ਸਟਿੱਪਣੀ ਹੁੰਦੀ ਸੀ ਉਹਦੇ ਐਂ ਵਿਚਾਲੇ ਵਿਚਾਰਾ ਐਂ ਕਰਕੇ ਫਸਿਆ ਹੋਣਾ। ਤੇ ਮਾੜੀ ਕਿਸਮਤ ਇਹ ਹੁੰਦੀ ਵੀ ਉਹਦੇ ਦੋਵਾਂ ਹੱਥਾਂ ਦੇ ਵਿੱਚ ਉੱਤੇ ਫਿਰ 2 ਲਿਫਾਫੇ ਫੜਾਏ ਹੁੰਦੇ ਵੀ ਇਹਨਾਂ ਨੂੰ ਤੂੰ ਫੜ ਕੇ ਰੱਖਣਾ, ਨਾਲੇ ਫੀਡ ਦੀ ਬੋਰੀ ਨਾ ਕਿਸੇ ਪਾਸੇ ਜਾਵੇ। ਉਹ ਇਹ ਤੇ ਜਾਪਦਾ ਤੇ ਵੀ ਇਹ ਬੰਦੇ ਸ਼ਾਪਿੰਗ ਕਰਕੇ ਆਏ ਲੱਗਦੇ ਨੇ ਸ਼ਹਿਰ ਤੋਂ ਜਾਂ ਮੰਡੀਆਂ। ਪਤਾ ਉਹਨੂੰ ਹੁੰਦਾ ਜਿਹੜਾ ਵਿਚਾਰਾ ਫਸਿਆ ਹੁੰਦਾ ਫੀਡ ਦੀ ਬੋਰੀ 'ਚ। ਸੰਧਾਲੀਆ ਸਾਹਿਬ ਆਮ ਤੌਰ ਤੇ ਉਹ ਜਦੋਂ ਤੁਰਦਾ ਸੀ ਨਾ ਸਕੂਟਰ, ਉਹ ਬਿਲਕੁਲ ਸੈਂਟਰ 'ਚ ਹੁੰਦਾ ਸੀ। ਉਹ ਕਦੇ ਉਹਦੇ ਪਿੱਛੋਂ ਕੁਛ ਖੁੱਬਣਾ, ਕਦੇ ਕੁਛ ਖੁੱਬਣਾ, ਤੇ ਜਦੋਂ ਤੱਕ ਉਹਨੇ ਘਰ ਪਹੁੰਚਣਾ ਉਹ ਏਦਾਂ ਤੋਂ ਏਦਾਂ ਹੋ ਗਿਆ ਹੁੰਦਾ ਸੀ ਪਿੱਛੇ। ਉਹਨੂੰ ਹੁੰਦਾ ਕਿਸੇ ਤਰੀਕੇ ਹੁਣ ਘਰ ਆ ਜਾਵੇ, ਉਹ ਕਿਸੇ ਤਰੀਕੇ ਮੇਰੀ ਜਾਨ ਛੁਡਾ ਲਓ। ਤੇ ਘਰ ਜਦੋਂ ਜਾ ਕੇ ਸਕੂਟਰ ਲੱਗਣਾ
ਉਹਨੇ ਪਹਿਲਾਂ ਨਾਲ ਦੌੜ ਦੇਖੋ ਯਾਰ ਬੋਰੀ ਚੱਕੋ, ਪਹਿਲਾਂ ਬੋਰੀ ਚੱਕੋ ਯਾਰ, ਮਾੜੀ ਜਿਹੀ ਬੋਰੀ ਨੂੰ ਹੱਥ ਪਾਓ ਪਹਿਲਾਂ, ਕਿਉਂਕਿ ਉਹ ਤੋਂ ਨਿਕਲਦਾ ਹੋਣਾ ਨਹੀਂ, ਜਿੰਦਰ ਬੋਰੀ ਨਹੀਂ ਚੱਕੀ ਸਾਹ ਨਹੀਂ ਆਉਣਾ। ਚਲੋ ਇਹ ਮੰਨ ਲੈਂਦੇ ਤੁਹਾਡੀਆਂ ਗੱਲਾਂ ਸਾਰੀਆਂ ਸਹੀ। ਤੇ ਯਾਤਰਾ ਥੋੜ੍ਹੀ ਇਹ ਦੱਸੋ ਵੀ ਠੀਕ ਰਹੀ ਕੁੱਲ ਮਿਲਾ ਕੇ? ਲੰਡਨ ਤੋਂ ਬਾਅਦ ਵਾਲੀ ਕੋਈ ਖਾਸ ਘਟਨਾ ਕੋਈ ਐਸੀ ਸਾਂਝੀ ਕਰਨੀ ਚਾਹੋ, ਕਿਉਂਕਿ ਇੱਕ ਵਾਰ ਫਿਰ ਵਤਨਾਂ ਦੀ ਮਿੱਟੀ ਜਿਹੜੀ ਆ ਉਹ ਤੁਸੀਂ ਮੱਥੇ ਨੂੰ ਲਾਈ, ਤੇ ਵਤਨਾਂ ਦੀ ਸ਼ੁੱਧ ਆਬੋ ਹਵਾ ਜਦੋਂ ਫੇਫੜਿਆਂ 'ਚ ਗਈ ਹੋਣੀ ਆ, ਉਦੋਂ ਤਾਂ ਮਤਲਬ ਨਜ਼ਾਰਾ ਆ ਗਿਆ ਹੋਣਾ। ਬਿਲਕੁਲ ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਇੰਗਲੈਂਡ ਦੇ ਉਹਨਾਂ ਸਾਰੇ ਸੱਜਣਾ ਤੋਂ ਮਾਫੀ ਜਿਨ੍ਹਾਂ ਨੇ ਹੁਣ ਵੀ ਉਹ ਮੈਸੇਜ ਫੋਨ ਕਰਦੇ ਆ ਕਿ ਤੁਹਾਨੂੰ ਭਾਈ ਮਿਲਣਾ, ਕਿਉਂਕਿ ਅਸੀਂ ਆ ਗਏ ਭਾਈ, ਜਿੰਨੀ ਕੁ ਛੁੱਟੀ ਸੀ ਉੱਥੇ ਕੰਮ ਕਰਦਿਆਂ ਦੀ ਜਿਹੜੀ ਛੁੱਟੀ ਸੀ ਉਹ ਮੁੱਕ ਗਈ ਆ। ਦੁਬਾਰਾ ਕਦੇ ਢੋ ਮੇਲਾ ਬਣਿਆ ਤਾਂ ਫੇਰ ਜਿਹੜਾ ਉਹ ਤੁਹਾਡੇ ਨਾਲ ਮੇਲ ਗੇਲ ਜਿਹੜੇ ਉਹ ਹੋਣਗੇ, ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਸੀ। ਜਿਨ੍ਹਾਂ ਦੇ ਸੁਨੇਹੇ ਨਹੀਂ ਦੇ ਸਕੇ, ਅਸੀਂ ਵਾਪਸ ਫੋਨ ਨਹੀਂ ਕਰ ਸਕੇ, ਮੈਸੇਜ ਦਾ ਜਵਾਬ ਵੇਲੇ ਸਿਰ ਨਹੀਂ ਦੇ ਸਕੇ, ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ। ਤੇ ਹੁਣ ਅਗਲਾ ਪੈਂਡਾ ਭਾਰਤ ਮਹਾਨ ਦਾ, ਦਿੱਲੀ ਪਹੁੰਚ ਗਏ ਆ। 3 ਹਫ਼ਤੇ ਹੁਣ ਘੱਟੋ ਘੱਟ ਜਿਹੜਾ ਉਹ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਹੋਵਾਂਗੇ, ਤੇ ਇੱਥੇ ਕਈ ਜਿੱਦਾਂ ਤੁਸੀਂ ਹਦਾਇਤਾਂ ਦਿੱਤੀਆਂ ਨੇ ਕਿ ਇਸ ਲੀਡਰ ਦੇ ਨਾਲ ਗੱਲ ਕਰਨੀ ਹੈ ਤੇ ਆਹ ਗੱਲ ਕਰਨੀ ਹੈ, ਤੁਸੀਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸਮਾਂ ਮੇਰਾ ਬੰਨ੍ਹ ਦਿਓਗੇ ਕਿ ਭਾਈ ਇੰਨੀ ਤਰੀਕ ਨੂੰ ਇੰਨੇ ਵਜੇ ਆਹ ਸੱਜਣ ਸਟੂਡੀਓ 'ਚ ਆਉਣਗੇ, ਜਾਂ ਇਹਨਾਂ ਨੂੰ ਤੁਸੀਂ ਜਾ ਕੇ ਗੱਲਬਾਤ ਕਰੇ ਹੋਣੀ, ਮੈਂ ਉੱਦਾਂ ਕਰਦੇ ਜਾਣਾ। ਹਾਂ, ਆਮ ਲੋਕਾਂ ਦੇ ਦੁੱਖ ਸੁੱਖ ਜਿਹੜੇ ਆ ਉਹ ਮੈਂ ਤੁਹਾਡੇ ਤੋਂ ਬਿਨਾਂ ਪੁੱਛੇ ਆਪ ਕਰੇ ਹੋਣੇ ਕਵਰ। ਇਹ ਗੱਲਾਂ ਚੰਗੀਆਂ ਨਹੀਂ ਬੰਦਾ ਜਿਸ ਤਰ੍ਹਾਂ ਦੀਆਂ ਕਰਦਾ। ਚਲੋ ਫਿਰ ਮੈਂ ਪਬਲਿਕਲੀ ਦੱਸ ਦਿੰਦਾ, ਇੱਕ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨਾਲ ਤੁਹਾਡੀ ਅਪਾਇੰਟਮੈਂਟ ਮੈਂ ਫਿੱਟ ਕਰ ਦਿੱਤੀ ਹੈ, ਇਹ ਤੁਸੀਂ ਜ਼ਰੂਰ ਇੰਟਰਵਿਊ ਕਰਾਇਓ। ਆਹ ਵੀ ਜੇ ਮੇਰੇ ਤੇ ਹੀ ਹੈ ਗੱਲ, ਵੀ ਇਦਾਂ ਕਰ ਲੈਣੇ ਠੀਕ ਆ। ਪਰ ਮੈਂ ਤਾਂ ਕਹਿੰਦਾ ਸ਼ੁਕਰ ਹੋਇਆ ਕਿਤੇ ਇੱਥੇ ਹੀ ਰੱਖਿਆ, ਕਿਤੇ ਸ਼ਾਹਬਾਜ਼ ਸ਼ਰੀਫ ਨੇ ਨਹੀਂ ਕਰ ਦਿੱਤੀ ਪਾਕਿਸਤਾਨ ਜਾ ਕਰਕੇ। ਨਹੀਂ ਉਹ ਤੇ ਬਹੁਤੇ ਪਹੁੰਚ ਤੋਂ ਬਾਹਰ ਨੇ ਨਾ ਬੰਦੇ। ਅੱਛਾ ਗੱਲ ਇਹ ਆ, ਚਲੋ ਹੁਣ ਜੇ ਤੁਸੀਂ ਲੀਡਰਾਂ ਦੀ ਗੱਲ ਛੇੜੀ ਆ, ਤੇ ਜਿਹੜੇ ਸ਼ਹਿਰ ਤੁਸੀਂ ਇਸ ਵਕਤ ਬੈਠੇ ਆ ਇਹ ਆ ਦੇਸ਼ ਦੀ ਰਾਜਧਾਨੀ, ਤੇ ਰਾਜਧਾਨੀ 'ਚ ਆ ਜੀ ਪਾਰਲੀਮੈਂਟ, ਤੇ ਉੱਥੇ ਕਹਿੰਦੇ ਵੀ ਮਿੰਟ ਦਾ ਵੇਲ ਨਹੀਂ ਹੈਗਾ ਕਿਸੇ ਕੋਲ, ਇੰਨੇ ਜ਼ਿਆਦਾ ਬੰਦੇ ਬਿਜ਼ੀ ਨੇ, ਕਿਉਂਕਿ ਪੂਰੇ ਦੇਸ਼ ਤੋਂ ਲੀਡਰ ਸਾਹਿਬਾਨ ਆਉਂਦੇ ਨੇ, ਤੇ ਲੀਡਰ ਸਾਹਿਬਾਨਾਂ ਨੇ ਫਿਰ ਆਣ ਕੇ ਉੱਥੇ ਸਲਾਹਾਂ ਕਰਨੀਆਂ ਹੁੰਦੀਆਂ, ਦੱਸਣੀਆਂ ਹੁੰਦੀਆਂ ਯੋਜਨਾਵਾਂ, ਦੁੱਖ ਤਕਲੀਫਾਂ, ਫਿਰ ਬਹਿ ਕੇ ਸਾਰਿਆਂ ਨੇ ਇਸ ਚੀਜ਼ ਦਾ ਇੰਤਜ਼ਾਮ ਕਰਨਾ ਵੀ ਗਾਂ ਹੁਣ ਮੁਲਕ ਕਿੱਦਾਂ ਚਲਾਉਣਾ। ਤੇ ਹੁਣ ਚੱਲਦਾ ਤੇ ਬਜਟ ਸੈਸ਼ਨ ਆ, ਬਜਟ 'ਚ ਇਹ ਵੇਖਣਾ ਵੂਖਣਾ ਸੀਗਾ ਵੀ ਯਾਰ ਇਹ ਹੁਣ ਕਿੱਦਾਂ ਚਲਾਈਏ ਦੇਸ਼ ਨੂੰ, ਕਿੱਥੇ ਘਟਾਈਏ ਪੈਸਾ, ਕਿੱਥੋਂ ਵਧਾਈਏ। ਪਰ ਉਹ ਬਜਟ ਦੀ ਗੱਲ ਘੱਟ ਚੱਲਦੀ ਪਈ ਆ, ਤੇ ਇਸ ਵਕਤ ਗੱਲ ਜਿਹੜੀ ਚੱਲਦੀ ਪਈ ਆ ਉਹ ਚੱਲਦੀ ਪਈ ਆ ਗੌਤਮ ਅਡਾਨੀ ਸਾਹਿਬ ਦੀਆਂ ਕੰਪਨੀਆਂ ਦੀ ਤੇ ਰਿਪੋਰਟ ਦੀ, ਵੀ ਮਹਾਰਾਜ ਇਹਦੇ ਤੇ ਪਤਾ ਕਰੋ ਤੇ ਇਹਦਾ ਦੱਸੋ ਵੀ ਇਹਦਾ ਕੀ ਹੱਲ ਆ। ਹੁਣ ਉਹ ਜਿਹੜਾ ਰੌਲਾ ਪੈ ਗਿਆ ਉਹਦੇ ਤੇ ਵੀ ਮੈਂ ਨਾ ਆਪਾਂ ਗੱਲ ਕਰ ਲਈਏ ਥੋੜ੍ਹੀ ਜਿਹੀ। ਸੰਧਾਲੀਆ ਸਾਹਿਬ, ਅੱਜ ਜਿਹੜੀ ਜਗ੍ਹਾ ਦੇ ਉੱਤੇ ਬੈਠ ਕੇ ਮੈਂ ਪ੍ਰੋਗਰਾਮ ਤੁਹਾਡੇ ਨਾਲ ਕਰ ਰਿਹਾ, ਇੱਥੋਂ ਭਾਰਤ ਦੀ ਪਾਰਲੀਮੈਂਟ ਬਹੁਤੀ ਦੂਰ ਨਹੀਂ, 15 ਨਹੀਂ ਤਾਂ ਮਿੰਟ ਜਿਹੜੇ ਉਹ ਵੱਧ ਤੋਂ ਵੱਧ 20 ਲੱਗ ਜਾਣਗੇ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸੈਸ਼ਨ ਤਾਂ ਬਜਟ ਸੈਸ਼ਨ ਹੈ, ਬਜਟ ਦੇ ਉੱਤੇ ਸਾਰੀ ਚਰਚਾ ਚੱਲਣੀ ਚਾਹੀਦੀ ਹੈ, ਪਰ ਬਜਟ ਦਾ ਮਤਲਬ ਪੈਸਿਆਂ ਦਾ ਮਤਲਬ ਕਿ ਕਿਹੜੇ ਸੈਕਟਰ ਦੇ ਵਿੱਚ ਕਿੰਨੇ ਖਰਚਣੇ, ਤੇ ਉਹ ਵੀ ਬਜਟ ਹੈ। ਤੇ ਇਧਰਲੇ ਪਾਸੇ ਵੀ ਤਾਂ ਪੈਸਿਆਂ ਦਾ ਰੌਲਾ ਨਾ, ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਭਾਰਤ ਦੇ ਜਿਸ ਵਿਅਕਤੀ ਦਾ ਨਾਮ ਹੈ ਗੌਤਮ ਅਡਾਨੀ ਸਾਹਿਬ, ਹੁਣ ਟੌਪ 20 ਦੇ ਵਿੱਚੋਂ ਬਾਹਰ ਨਿਕਲ ਗਏ, 15 ਦੇ ਵਿੱਚੋਂ ਬਾਹਰ ਨਿਕਲ ਗਏ, ਬੜਾ ਕੁਝ ਹੋਇਆ। ਮੈਂ ਸੰਧਾਲੀਆ ਸਾਹਿਬ ਜਦੋਂ ਨਾ ਆਟੋ 'ਚ ਬੈਠਾ, ਕਿਉਂਕਿ ਅੱਜ ਸੱਚੀ ਸਫ਼ਰ ਉਹਦੇ ਵਿੱਚ ਹੀ ਕੀਤਾ ਆਟੋ 'ਚ ਹੀ, ਹੁਣ ਜਦੋਂ ਆਟੋ 'ਚ ਬੈਠਾ ਮੈਂ ਸੋਚਦਾ ਸੀ ਕਿ ਜਿਹੜੀਆਂ ਖਬਰਾਂ ਪਿਛਲੇ 6-7 ਦਿਨਾਂ ਤੋਂ ਚੱਲ ਰਹੀਆਂ ਕਿ 30% ਸ਼ੇਅਰ ਡਿੱਗੇ ਅਡਾਨੀ ਸਾਹਿਬ ਦੀ ਕੰਪਨੀ ਦੇ, ਉਹਨਾਂ ਦੀ ਜਿਹੜੀ ਹੈ ਇਨਕਮ ਦੇ ਵਿੱਚ ਇੰਨੀ ਘਾਟ ਆਈ, ਜਾਂ ਉਹ ਦੂਸਰੇ ਪਹਿਲੇ ਜਾਂ ਤੀਸਰੇ ਨੰਬਰ ਦੇ ਜਿਹੜੇ ਦੁਨੀਆ ਦੇ ਅਮੀਰ ਸੀ ਉਹਨਾਂ ਦੇ ਵਿੱਚੋਂ ਬਾਹਰ ਹੋ ਕੇ 20 ਤੋਂ ਵੀ ਪਰੇ ਚਲੇ ਗਏ, ਜਾਂ ਜਿਸ ਤਰੀਕੇ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਕਿਹਾ ਕਿ ਭਾਰਤ ਦੀਆਂ ਬੈਂਕਾਂ ਦੱਸਣ ਵੜ ਜਾ ਵਿਸਥਾਰ ਦੇ ਨਾਲ ਕਿ ਭਾਈ ਅਡਾਨੀ ਹੁਣਾਂ ਨੂੰ ਕਿੰਨਾ ਕੁ ਕਰਜ਼ ਤੁਸੀਂ ਦਿੱਤਾ, ਕਦੋਂ ਕੁ ਦਿੱਤਾ, ਸ਼ਰਤਾਂ ਕਿਹੜੀਆਂ। ਮੈਂ ਆਟੋ 'ਚ ਉਤਰਿਆ ਤੇ ਮੂਹਰੇ ਇੱਕ ਫਰੂਟ ਵਾਲਾ ਬੰਦਾ ਰੇਹੜੀ ਲਾ ਕੇ ਬੈਠਾ, 4 ਕਿਲੋ ਅਮਰੂਦ, 3 ਕਿਲੋ ਸੰਤਰੇ, ਥੋੜੇ ਜਿਹੇ ਅੰਗੂਰ। ਮੈਂ ਸੋਚਦਾ ਸੀਗਾ ਕਿ ਇੱਕ ਪਾਸੇ ਉਹ ਨੇ, ਇੱਕ ਗੱਲ ਹੁੰਦੀ ਹੈ, ਇੱਕ ਰਿਪੋਰਟ ਆਉਂਦੀ ਆ ਤਾਂ ਜਿੱਥੇ ਕਰੋੜਾਂ ਰੁਪਈਏ ਜਿਹੜੇ ਉੱਪਰ ਥੱਲੇ ਹੋ ਜਾਂਦੇ ਆ, ਤੇ ਦੂਜੇ ਪਾਸੇ ਇਹ ਨੇ ਕਿ ਇਹਨਾਂ ਦੀ ਅੱਖ ਹੀ ਉੱਥੇ ਟਿਕੀ ਆ ਕਿ ਭਾਈ ਜੇ ਕਿਤੇ 60 ਰੁਪਈਏ ਨੂੰ ਕਿਲੋ ਅਮਰੂਦ ਉਹ ਬੰਦਾ ਜਿਹੜਾ ਆਉਂਦਾ ਲੈ ਗਿਆ, ਤਾਂ ਫਿਰ ਅੱਜ ਮੈਂ ਘਰੇ ਕਿਲੋ ਖੰਡ ਲੈ ਜਾਣੀ ਆ, ਤੇ ਅਗਲਾ ਖਰੇ ਆ ਕੇ ਲੈ 40 ਦੇ ਤਾਂ ਸਾਰੀ ਦੁਨੀਆ ਦਿੰਦੀ ਹੈ, 60 ਰੁਪਈਆਂ ਦੇ ਲਾਏ ਆ, ਕਿੱਡੀ ਅੱਗ ਲੱਗੀ ਜੇ ਭਾਅ ਨੂੰ, ਐਡੇ ਵੀ ਨਹੀਂ ਅਮਰੂਦ ਤੇਰੇ ਕਿਤੇ ਸੋਹਣੇ। ਉਹ ਮੈਨੂੰ ਕੰਪੈਰੀਜ਼ਨ ਕਰਦੇ ਨੂੰ ਨਾ ਐਂ ਲੱਗਦਾ ਯਾਰ ਕਿਤੇ ਦੰਦਲੀ ਨਾ ਪੈ ਜਾਵੇ, ਕਿੱਥੇ ਉਹ ਦਿੱਲੀ ਦੋਨਾਂ ਦੀ।
ਚਲੋ ਮੰਨ ਲੈਂਦੇ ਆ ਤੁਸੀਂ ਇਹ ਜਿਸ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਦੱਸੀ ਆ, ਪਰ ਇੱਕ ਗੱਲ ਤੇ ਹੈਗੀ ਆ WhatsApp ਕਿ ਵੀ ਮੈਨੂੰ ਲੱਗਦਾ ਹੁੰਦਾ ਵੀ ਇਹ ਚੱਕਰ ਇਹ ਚੱਲਦਾ, ਰੌਲਾ ਇਹ ਪੈਂਦਾ ਵੀ ਅਡਾਨੀ ਦੀ ਜਾਇਦਾਦ ਘਟੀ। ਪਰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਵੀ ਯਾਰ ਅਡਾਨੀ ਦੀ ਜਾਇਦਾਦ ਕਿੱਦਾਂ ਘਟ ਸਕਦੀ ਹੈ, ਕਿਉਂਕਿ ਤੁਸੀਂ ਇਹ ਦੇਖੋ ਨਾ ਵੀ ਪਿਛਲੇ ਸਮੇਂ 'ਚ ਹੁਣ ਸਾਰੀ ਗੇਮ ਤਾਂ ਚੱਲਦੀ ਤਾਂ ਅਖੀਰ ਉਹ ਸਟਾਕ ਮਾਰਕੀਟ ਤੇ ਆਣ ਕੇ ਹੈ ਨਾ ਵੀ ਹਾਂਜੀ ਆਹ ਬੰਦਾ ਜੀ ਇਹਦਾ ਸ਼ੇਅਰ ਹੈ ਤੇ ਇਸ ਸ਼ੇਅਰ ਦੀ ਆਹ ਵੈਲਿਊ ਆ। ਉਹ ਹੁਣ ਵੈਲਿਊ ਜਿਹੜੀ ਹੈ ਸ਼ੇਅਰ ਦੀ ਉਹ ਆਂਕੀ ਗਈ ਮੰਡੀ ਦੇ ਵਿੱਚ, ਤੇ ਗਾਹਕ ਕੌਣ ਹੋਇਆ? ਇਹ ਜਿਹੜਾ ਉਹਦਾ ਖਰੀਦਦਾਰ ਹੋਊਗਾ। ਹੁਣ ਹੋ ਸਕਦਾ ਉਹ ਮੁਲਕ ਦੇ ਕੋਈ ਆਮ ਬੰਦੇ ਹੋਣ, ਕੋਈ ਮਿਊਚੁਅਲ ਫੰਡ ਵਾਲੇ ਹੋਣ, ਕੋਈ ਕੰਪਨੀਆਂ ਹੋਣ, ਜਾਂ ਹੋ ਸਕਦਾ ਕੋਈ ਬਾਹਰਲਾ ਇਨਵੈਸਟਰ ਵੀ ਹੋਵੇ, ਕਿਉਂਕਿ ਬਾਹਰਲੇ ਇਨਵੈਸਟਰ ਵੀ ਇਨਵੈਸਟ ਕਰਦੇ ਨੇ। ਕਿਉਂਕਿ ਜਿਹੜੀ ਹਿੰਡਨਬਰਗ ਆ ਜਿਹੜੀ ਉਹ ਕੰਪਨੀ ਆ ਉਹਨੇ ਵੀ ਤੇ ਸ਼ਾਰਟ ਸੈਲਿੰਗ ਬਾਹਰੋਂ ਹੀ ਆਣ ਕੇ ਇੱਥੇ ਕੀਤੀ ਨਾ ਵੀ ਆਹ ਲਓ ਜੀ ਸਾਨੂੰ ਲੱਗਦਾ ਵੀ ਆਹ ਜਿਹੜਾ ਸ਼ੇਅਰ ਆ ਇਹ ਖਤਮ ਹੋ ਜਾਊਗਾ ਤੇ ਇਸ ਕਰਕੇ ਅਸੀਂ ਇਹਦੀ ਸ਼ਾਰਟ ਸੈਲਿੰਗ ਕਰਦੇ ਹਾਂ। ਹੁਣ ਮੈਂ ਅੰਦਾਜ਼ਾ ਲਾਉਂਦਾ ਸੀ ਵੀ ਜੇ ਆਪਾਂ ਅਡਾਨੀ ਐਂਟਰਪ੍ਰਾਈਜ਼ਸ ਦੇ ਸ਼ੇਅਰ ਦੀ ਗੱਲ ਕਰ ਲਈ, ਉਹ 4,4100 ਦਾ ਸੀਗਾ ਮਹੀਨਾ ਸਵਾ ਮਹੀਨਾ ਪਹਿਲਾਂ, ਦਸੰਬਰ ਦੀ ਆਪਾਂ ਗੱਲ ਕਰੀਏ, ਤੇ ਜਨਵਰੀ ਮੁੱਕਣ ਨਹੀਂ ਲੱਗਿਆ, ਤੇ ਜਨਵਰੀ ਮੁੱਕਦਿਆਂ ਫਰਵਰੀ ਦੇ ਸ਼ੁਰੂ ਤੱਕ ਜਾਂਦਿਆਂ 1100 ਕੁਛ ਦਾ ਗੋਤਾ ਲਾ ਕੇ ਤੇ ਅਖੀਰ ਮੇਰੇ ਖਿਆਲ ਫਿਰ ਉਹ 1500 ਦੇ ਆਸ-ਪਾਸ ਤੁਰਿਆ ਫਿਰਦਾ। ਹੁਣ ਮੇਰਾ ਖਿਆਲ ਜਦੋਂ ਸੋਮਵਾਰ ਫਿਰ ਖੁੱਲੂਗੀ ਐਕਸਚੇਂਜ ਫਿਰ ਪਤਾ ਲੱਗ ਜੂ। ਹੁਣ ਮੋਟਾ ਜਿਹਾ ਵੇਖਿਆ ਜਾਵੇ ਤੇ 2500 ਜੇ 1100 ਦੇ ਹਿਸਾਬ ਨਾਲ ਚੱਲ ਜਾਈਏ ਤੇ ਇੱਕ ਤਰ੍ਹਾਂ ਨਾਲ ਤੇ 3000 ਰੁਪਈਆ ਹੀ ਇੱਕ ਸ਼ੇਅਰ 'ਚ ਉੱਡ ਗਿਆ। ਹੁਣ ਜਿਹੜਾ ਇਹ ਪੈਸਾ ਘਟਿਆ, ਇਹ ਤੇ ਹੈ ਨਹੀਂ ਵੀ ਉਹ ਬੰਦੇ ਦੇ ਘਰੋਂ ਕੋਈ ਪੈਸਾ ਨਿਕਲ ਗਿਆ ਸੀਗਾ। ਇਹ ਤੇ ਜਿਹੜੇ ਬੰਦੇ ਨੇ ਇਨਵੈਸਟ ਕੀਤਾ, ਉਹ ਮੰਨ ਲਓ ਜਿਹਨੇ ਕਿਸੇ ਨੇ ਕੋਈ ਉੱਥੇ ਮੁੱਕਦਿਆਂ ਜਾਂ 3800 ਦਾ ਸ਼ੇਅਰ ਲਿਆ ਹੋਊਗਾ, ਉਹਨੂੰ ਬੜੀ ਖੁਸ਼ੀ ਹੋਊਗੀ ਲੈ ਵੀ 4100 ਦਾ ਹੋ ਗਿਆ, ਤੇ ਅੱਜ ਜਦੋਂ ਵਿਚਾਰਾ ਜੇ ਵੇਚਣ ਦੇ ਲਈ ਲੱਭਦਾ ਫਿਰਦਾ ਹੋਊਗਾ ਤੇ ਉਹਦਾ 3800 ਦੇ ਵਿੱਚੋਂ 1500 ਹੀ ਬਚਿਆ ਤੇ ਬਾਕੀ ਉਹਦਾ ਉੱਡ ਗਿਆ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਇਹ ਘਟਨਾ ਘਟੀ ਇਹਦੇ ਵਿੱਚ ਅਡਾਨੀ ਸਾਹਿਬ ਦਾ ਕਿੰਨਾ ਕੁ ਨੁਕਸਾਨ ਹੋਇਆ ਇਹ ਤਾਂ ਅਜੇ ਤੱਕ ਸਮਝ ਨਹੀਂ ਆਉਂਦਾ। ਪਰ ਹਾਂ ਜਿਹੜੇ ਉਹਦੇ ਇਨਵੈਸਟਰ ਸੀਗੇ ਜਾਂ ਜਿਹੜੇ ਬੰਦੇ ਉਹਦੇ ਨਾਲ ਜੁੜੇ ਸੀਗੇ ਉਹਨਾਂ ਦਾ ਪਤਾ ਨਹੀਂ ਕਿੰਨਾ ਜਲੂਸ ਨਿਕਲ ਗਿਆ ਹੋਵੇ। ਪਰ ਜਿਹੜੀ ਚਰਚਾ ਅਜੇ ਫਿਰ ਵੀ ਸਿਆਸੀ ਗਲਿਆਰਿਆਂ 'ਚ ਜਾ ਬੜੀ ਵੀ ਹਾਂਜੀ ਸਰਕਾਰ ਦੱਸੇ ਜੀ, ਸਰਕਾਰ ਐਂ ਕਰੇ ਜੀ। ਤੁਹਾਨੂੰ ਲੱਗਦਾ ਵੀ ਸਰਕਾਰ ਜੇ ਦੱਸੂਗੀ ਵੀ ਜਾਂ ਸਰਕਾਰ ਕੋਈ ਗੱਲ ਕਰੂਗੀ ਵੀ, ਜਾਂ ਜਿਹੜੀਆਂ ਜੇ RBI ਦੀ ਆਪਾਂ ਗੱਲ ਕਰ ਲਈਏ, ਬਾਕੀ ਸੰਸਥਾਵਾਂ ਦੀ ਗੱਲ ਕਰ ਲਈਏ, ਉਹ ਕੁਛ ਕਰਨਗੀਆਂ ਵੀ, ਤੇ ਉਹ ਜਿਹੜਾ ਵਿਚਾਰਾ ਆਮ ਮਾਤੜ ਉਹਦੇ ਵਿੱਚ ਇਨਵੈਸਟਰ ਹੋਊਗਾ ਉਹਦੀ ਵੀ ਕੋਈ ਬਾਂਹ ਫੜੂਗਾ? ਇਹ ਸੰਧਾਲੀਆ ਸਾਹਿਬ ਬਹੁਤ ਵੱਡਾ ਸਵਾਲ ਹੈ ਕਿ ਭਾਈ ਆਮ ਬੰਦੇ ਦੀ ਬਾਂਹ ਕੌਣ ਫੜੂ, ਕਿਉਂਕਿ ਆਮ ਬੰਦੇ ਨੂੰ ਤਾਂ ਲੋਕ ਕਹਿੰਦੇ ਯਾਰ ਸ਼ੇਅਰਾਂ 'ਚ ਪੈਸੇ ਲਾ, ਕੁਝ ਨਹੀਂ ਪਤਾ ਹੁੰਦਾ ਕਿ ਸ਼ੇਅਰ ਬਾਜ਼ਾਰ ਕੀ ਹੈ, ਕਿੱਦਾਂ ਸ਼ੇਅਰਾਂ 'ਚ ਪੈਸੇ ਲਾਓ। ਉਹਨੇ ਬੰਦੇ ਨੇ ਸ਼ੇਅਰ ਬਾਜ਼ਾਰ ਦੇ ਵਿੱਚੋਂ ਬੜੇ ਰੁਪਈਏ ਕਮਾਏ, ਥੋੜੇ ਲਾ ਦਿਓ, ਐਦਾਂ ਲਾ ਦਿਓ, ਥੋੜੀ ਜਿਹੀ ਨਿਗਾਹ ਰੱਖਿਆ ਕਰੋ। ਹੁਣ ਆਮ ਬੰਦਾ ਤਾਂ ਲੁੱਟਿਆ ਪੁੱਟਿਆ ਗਿਆ। ਬਾਕੀ ਸੰਧਾਲੀਆ ਸਾਹਿਬ ਪਾਰਲੀਮੈਂਟ ਦੇ ਵਿੱਚ ਕੌਣ ਕਿੰਨਾ ਕਰੌਲਾ ਪਾਉਂਦਾ ਉਹ ਇੱਕ ਵੱਖਰੀ ਗੱਲ ਆ, ਪਰ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਅਹਿਮ ਪਹਿਲੂ ਆ ਨਾ ਇਹ ਸਾਰੇ, ਕਿਉਂਕਿ ਕੰਪਨੀਆਂ ਗਰੋ ਵੀ ਕਰਦੀਆਂ, ਕੰਪਨੀਆਂ ਥੱਲੇ ਵੀ ਆਉਂਦੀਆਂ, ਕੰਪਨੀਆਂ ਡੁੱਬ ਵੀ ਜਾਂਦੀਆਂ, ਕੰਪਨੀਆਂ ਬਹੁਤ ਜ਼ਿਆਦਾ ਮੁਨਾਫੇ 'ਚ ਵੀ ਜਾਂਦੀਆਂ, ਕੋਈ ਉਹਦੇ ਵਿੱਚ ਦੋ ਰਾਏ ਨਹੀਂ। ਕਾਰੋਬਾਰ ਆ, ਵਾਧੇ ਘਾਟੇ ਚੱਲਦੇ ਰਹਿੰਦੇ, ਪਰ ਰੌਲਾ ਇਹ ਹੈ ਕਿ ਕੀ ਕਿਤੇ ਧੋਖਾਧੜੀ ਹੋਈ ਹੈ, ਕੀ ਕਿਤੇ ਕਾਗਜ਼ਾਂ ਪੱਤਰਾਂ ਦੇ ਵਿੱਚ ਟ੍ਰਾਂਜੈਕਸ਼ਨਾਂ ਦੇ ਵਿੱਚ ਕੋਈ ਹੇਰ-ਫੇਰ ਕੀਤਾ ਗਿਆ, ਕੀ ਛੋਟੀ ਚੀਜ਼ ਨੂੰ ਵੱਡੀ ਕਰਕੇ ਵਿਖਾਇਆ ਗਿਆ? ਉਸ ਚੀਜ਼ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਹੁਣ ਭਾਰਤ ਦੀਆਂ 13 ਸਿਆਸੀ ਪਾਰਟੀਆਂ ਇਕੱਠੀਆਂ ਹੋ ਗਈਆਂ, 13 ਜਿਨ੍ਹਾਂ ਦੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ, ਸਰਕਾਰ ਦੇ ਪਿੱਛੇ ਪੈ ਗਈਆਂ ਕਿ ਭਾਈ ਕਰਾਓ ਇਨਕੁਆਇਰੀ, ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਕੰਮ ਹੋਣਾ ਚਾਹੀਦਾ। ਪਤਾ ਲੱਗੇ ਇਹਨਾਂ ਨੇ ਕੋਈ ਧੋਖਾਧੜੀ ਤਾਂ ਨਹੀਂ ਸੀ ਕੀਤੀ, ਪਤਾ ਲੱਗੇ ਕਿ ਲੋਕਾਂ ਨੂੰ ਹਾਨੀ ਵਾਲਾ ਟੀਕਾ ਉਵੇਂ ਹੀ ਲੱਗ ਗਿਆ ਕਿ ਇਹਨਾਂ ਨੇ ਜਾਣਬੁੱਝ ਕੇ ਲਵਾਇਆ। ਫਿਰ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਰਾਜ ਸਭਾ ਦੇ ਮੈਂਬਰ ਨੇ, ਪਹਿਲੀ ਵਾਰ ਹੋਇਆ ਕਿ ਦੇਸ਼ ਦੇ ਕਿਸੇ ਲੀਡਰ ਨੇ ਸਿੱਧਾ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਇਹ ਮਸਲਾ ਜੋੜਤਾ ਹੋਵੇ। ਉਹ ਕਹਿੰਦੇ ਜੀ ਇਕੱਲੇ ਅਡਾਨੀ ਨਹੀਂ ਜ਼ਿੰਮੇਵਾਰ। ਇਹ ਉਹੀ ਸੰਜੇ ਸਿੰਘ ਨੇ ਜਿਨ੍ਹਾਂ ਨੇ 2 ਦਿਨ ਪਹਿਲਾਂ ਕਿਹਾ ਸੀ ਪਾਸਪੋਰਟ ਲੈ ਕੇ ਰੱਖੋ, ਅਡਾਨੀ ਦਾ ਭੱਜ ਨਾ ਜਾਵੇ ਦੇਸ਼ ਛੱਡ ਕੇ, ਕਿ ਦੇਸ਼ ਛੱਡ ਕੇ ਭੱਜ ਸਕਦੇ ਆ ਅਡਾਨੀ ਸਾਹਿਬ, ਕਿ ਭਾਈ ਪਾਸਪੋਰਟ ਇਹਨਾਂ ਦਾ ਜ਼ਬਤ ਕੀਤਾ ਜਾਵੇ। ਮੰਗ ਕੀਤੀ ਸੀ ਉਹਨਾਂ ਨੇ, ਹੁੰਦਾ ਜ਼ਬਤ ਕਿ ਨਹੀਂ ਹੁੰਦਾ ਵੱਖਰੀ ਗੱਲ ਹੈ। ਹੁਣ ਉਹੀ ਸੰਜੇ ਸਿੰਘ ਹੋਰੀ ਕਹਿੰਦੇ ਆ ਕਿ ਦੇਖੋ ਗੱਲ ਇਹ ਹੈ ਕਿ ਅਡਾਨੀ ਇਕੱਲਾ ਜ਼ਿੰਮੇਵਾਰ ਨਹੀਂ, ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਵੀ ਜ਼ਿੰਮੇਵਾਰ ਨੇ। ਉਹਨਾਂ ਨੂੰ ਪੁੱਛਿਆ ਪੱਤਰਕਾਰ ਕਿਵੇਂ? ਕੰਪਨੀ ਪੱਤਰਕਾਰਾਂ ਨੇ ਕਿਹਾ ਕੰਪਨੀ ਕਿਸੇ ਦੀ, ਪੈਸੇ ਕਿਸੇ ਦੇ, ਸ਼ੇਅਰ ਕਿਸੇ ਦੇ, ਦੋਸ਼ ਕਿਸੇ ਤੇ ਲੱਗਾ, ਪ੍ਰਧਾਨ ਮੰਤਰੀ ਸਾਹਿਬ ਤੱਕ ਗੱਲ ਕਿੱਦਾਂ ਲੈ ਜਾਂਦੀ? ਉਹ ਕਹਿੰਦੇ ਜੀ ਇਹਨਾਂ ਨੂੰ ਰੇਲ ਦਾ ਠੇਕਾ ਕਿਹਨੇ ਦਿੱਤਾ, ਇਹਨਾਂ ਨੂੰ ਤੇਲ ਦਾ ਠੇਕਾ ਕਿਹਨੇ ਦਿੱਤਾ, ਇਹਨਾਂ ਨੂੰ ਬੰਦਰਗਾਹਾਂ ਦਾ ਠੇਕਾ ਕਿਹਨੇ ਦਿੱਤਾ, 100 ਚੀਜ਼ਾਂ ਹੋਰ ਸੰਜੇ ਸਿੰਘ ਨੇ ਗਿਣਾਤੀਆਂ ਕਿ ਆਹ ਦੇਖੋ ਭਾਈ ਸਰਕਾਰ ਮਿਹਰਬਾਨ ਰਹੀ ਹੋਣੀ ਹੈ ਤਾਂ ਹਰ ਇੱਕ ਤਰ੍ਹਾਂ ਦਾ ਕੰਮ ਧੰਦਾ ਕਰਨ ਦਾ ਜਿਹੜਾ ਅਧਿਕਾਰ ਇਹਨਾਂ ਨੂੰ ਮਿਲਿਆ, ਉਹ ਤਾਂ ਮਿਲਿਆ ਨਹੀਂ ਹੋਣਾ। ਹੁਣ ਇਸ ਕਰਕੇ ਕਿ ਕੀ ਸਿਆਸਤਦਾਨਾਂ ਨੇ ਉਹਨਾਂ ਦੇ ਕੋਲੋਂ ਕੋਈ ਫਾਇਦੇ ਲਏ ਆ, ਤੇ ਦੂਸਰਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਮੁੱਦੇ ਦੇ ਉੱਤੇ ਜੇ ਉਹਨਾਂ ਨੇ ਕਿਸੇ ਵੀ ਤਰੀਕੇ ਦੇਸ਼ ਵਿਦੇਸ਼ ਦੇ ਵਿੱਚ ਧੋਖਾਧੜੀ ਕੀਤੀ ਹੈ ਤਾਂ ਗੱਲ ਸਾਹਮਣੇ ਆਉਣੀ ਚਾਹੀਦੀ ਹੈ, ਜਿਹਦੇ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਹੋ ਜਾਏ, ਲੋਕਾਂ ਦਾ ਵੱਜੇ ਸਰਕਾਰ ਦੇ ਉੱਤੇ ਯਕੀਨ।
ਇਹ ਗੱਲ ਤਾਂ ਸਹੀ ਹੈ, ਕਿਉਂਕਿ ਇਹ ਮੈਨੂੰ ਲੱਗਦਾ ਵੀ ਰੌਲਾ ਪੈਣ ਦਾ ਅਸਲ ਕਾਰਨ ਵੀ ਇਹੀ ਹੈ, ਕਿਉਂਕਿ ਕੋਈ ਕੰਪਨੀ ਹੁੰਦੀ ਉਹ ਆਪਣੇ ਥਾਂ ਤੇ ਕੋਈ ਕੰਮ ਕਾਰੋਬਾਰ ਕਰਦੀ ਰਹਿੰਦੀ, ਉਹ ਡੁੱਬੇ ਉਹ ਚੜ੍ਹੇ ਆਮ ਲੋਕਾਂ ਨੂੰ ਫਰਕ ਨਹੀਂ ਪੈਂਦਾ। ਪਰ ਜਦੋਂ ਪਿਛਲੇ ਸਮੇਂ ਦੇ ਵਿੱਚ, ਕਿਉਂਕਿ ਆ ਪਿਛਲੇ 3 ਸਾਲਾਂ ਦੇ ਵਿੱਚ ਜਿਹੜੀ ਕਹਿੰਦੇ ਕਿ ਉਹਨਾਂ ਦੀ ਸੰਪਤੀ ਵਧੀ ਹੈ, ਜਿਹਦਾ ਕਰਕੇ ਉਹਨਾਂ ਨੂੰ ਮੌਕਾ ਮਿਲਿਆ ਕਿ ਇੱਕ ਵਾਰ ਉਹਨਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਨੰਬਰ ਉਤਲੇ ਜਿਹੜੇ 2-3 ਨੇ ਉਹਨਾਂ ਦੇ ਵਿੱਚ ਵੀ ਜਾ ਕੇ ਹਾਜ਼ਰੀ ਲਵਾਈ ਸੀ। ਉਹਦੇ ਪਿੱਛੇ ਕਾਰਨ ਇਹੀ ਸੀਗਾ। ਹੁਣ ਇਹ ਗੱਲਾਂ ਠੀਕ ਨੇ ਕਿ ਵੀ ਕਿਤੇ ਨਾ ਕਿਤੇ ਜਦੋਂ ਉਹ ਸਰਕਾਰੀ ਠੇਕੇ ਹੋਣਗੇ ਤੇ ਉਸ ਕੰਪਨੀ ਦੇ ਵਿੱਚ ਜਾ ਕੇ ਕੋਈ ਧੋਖਾਧੜੀ ਦਾ ਦੋਸ਼ ਲੱਗੂਗਾ ਤੇ ਫਿਰ ਵਿਰੋਧੀ ਵੀ ਗੱਲਾਂ ਚੁੱਕਣਗੇ। ਪਰ ਮੈਂ ਇੱਕ ਗੱਲ ਸੋਚਦਾ ਸੀ ਕਿ ਵੀ ਜੇ ਇਸ ਲੜਾਈ ਨੂੰ ਮੰਨ ਲਓ ਸਿਆਸੀ ਬਣਾ ਲਿਆ ਜਾਵੇ, ਮੰਨ ਲਓ ਵੀ ਇੱਕ ਤਰ੍ਹਾਂ ਨਾਲ ਉਹ ਆਪਾਂ ਬਾਹਰਲੀ ਕੰਪਨੀ ਦੀ ਗੱਲ ਕਰੀਏ ਜਿਹਨੇ ਇਲਜ਼ਾਮ ਲਾਇਆ, ਹਾਲਾਂਕਿ ਉਹ ਇਲਜ਼ਾਮਾਂ ਦੇ ਵਿੱਚ ਤੇ ਅਡਾਨੀ ਸਾਹਿਬ ਦੇ ਛੋਟੇ ਭਰਾ ਦੀ ਗੱਲ ਕਰਦੇ ਨੇ ਵੀ ਉਹ ਬੰਦਾ ਇੱਥੇ ਪਹਿਲਾਂ ਇੱਥੇ ਕਾਬੂ ਵੀ ਆਉਂਦਾ ਰਿਹਾ ਜੀ, ਫਿਰ ਉਹ ਬੰਦੇ ਨੂੰ ਇੱਥੇ ਰੱਖ ਲਿਆ, ਫਿਰ ਵੱਡੇ ਭਰਾ ਦੇ ਦੋਸ਼ ਲਾਉਂਦੇ ਨੇ ਜੀ ਵੀ ਉਸ ਬੰਦੇ ਦੇ ਫਲਾਣੇ ਪਤਾ ਨਹੀਂ ਦੇਸ਼ਾਂ ਦੇ ਵਿੱਚ ਉਹਨੇ ਕਿਹੜੀਆਂ ਕੰਪਨੀਆਂ ਬਣਾ ਕੇ ਆਹ ਕੰਮ ਕਰਤਾ, ਕੁਝ ਹੋਰ ਰਿਸ਼ਤੇਦਾਰਾਂ ਦੀ ਗੱਲ ਵੀ ਕਰਦੇ। ਪਰ ਜੇ ਤਾਂ ਇਹ ਸਿਰਫ ਤੇ ਸਿਰਫ ਕਾਰੋਬਾਰੀ ਹੀਰ ਫੇਰ ਵਾਲੀ ਗੱਲ ਹੋਵੇ ਫਿਰ ਤੇ ਆਪਾਂ ਇਹਨੂੰ ਇਦਾਂ ਸਮਝ ਲੈਂਦੇ ਹਾਂ ਵੀ ਠੀਕ ਹੈ ਯਾਰ ਕਾਰੋਬਾਰੀ ਝੋਲ ਆ, ਉਹਦੇ 'ਚ ਜਦੋਂ ਜਾਂਚ ਹੋਊਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਪਰ ਮੈਂ ਇਹ ਸੋਚਦਾ ਵੀ ਜੇ ਇਹਨੂੰ ਥੋੜ੍ਹਾ ਜਿਹਾ ਸਿਆਸੀ ਛੱਜ 'ਚ ਪਾ ਲਿਆ ਗਿਆ ਤੇ ਆਮ ਤੌਰ 'ਤੇ ਜੋ ਆਪਾਂ ਹੁਣ ਤੱਕ ਰਿਕਾਰਡ ਦੇਖਦੇ ਹਾਂ ਭਾਰਤ ਦਾ, ਜਿਹੜੀ ਚੀਜ਼ ਸਿਆਸੀ ਛੱਜ 'ਚ ਪੈ ਜਾਂਦੀ ਹੈ ਉਹਦੇ ਵਿੱਚੋਂ ਨਿਕਲਦਾ ਕੁਛ ਨਹੀਂ, ਅਖੀਰ ਦੂਸ਼ਣਬਾਜ਼ੀ ਹੁੰਦੀ ਹੈ। ਹੁਣ ਮੈਨੂੰ ਲੱਗਦਾ ਵੀ ਜੇ ਸਿਆਸੀ ਛੱਜ 'ਚ ਪੈ ਗਈ ਤੇ ਇਹ ਨਾ ਹੋਵੇ ਵੀ ਅਸਲ ਦੇ ਵਿੱਚ ਜੋ ਇਹਦਾ ਹੱਲ ਹੋਣਾ ਚਾਹੀਦਾ ਸੀ ਜਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੀ ਉਹ ਹੋਣ ਦੀ ਬਜਾਏ ਸਿਰਫ ਤੇ ਸਿਰਫ ਦੂਸ਼ਣਬਾਜ਼ੀਆਂ ਤੇ ਉਸ ਤੋਂ ਬਾਅਦ ਕਾਊਂਟਰ ਬਿਆਨਾਂ ਦੇ ਵਿੱਚ ਹੀ ਉਹ ਚੀਜ਼ ਉਲਝ ਕੇ ਰਹਿ ਜਾਵੇ ਤੇ ਅਖੀਰ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਨ੍ਹਾਂ ਦਾ ਅਸਲ 'ਚ ਨੁਕਸਾਨ ਹੋਇਆ ਜਾਂ ਜੋ ਮੁਲਕ ਦਾ ਹੋਇਆ ਜਾਂ ਪਬਲਿਕ ਪ੍ਰਾਪਰਟੀ ਦਾ ਹੋਇਆ ਉਹਦੇ ਬਾਰੇ ਕੋਈ ਜਵਾਬਦੇਹੀ ਕਿਸੇ ਦੀ ਬਣੀ ਨਾ। ਦੇਖੋ ਸੰਧਾਲੀਆ ਸਾਹਿਬ, ਇਹ ਤੁਹਾਡੇ ਨਾਲ ਐਵੇਂ ਵਹਿਮ ਨੇ, ਤੁਹਾਨੂੰ ਐਵੇਂ ਹੀ ਸਿਆਸਤਦਾਨਾਂ ਨੂੰ ਨਾ ਇੱਕ ਦੂਸਰੇ ਤੇ ਇਲਜ਼ਾਮ ਲਾਉਣ ਦਾ ਹੀ ਹੁੰਦਾ ਕਿ ਪਤਾ ਨਹੀਂ ਕੀ ਹੋਣਾ, ਸਿਆਸੀ ਤੌਰ ਤੇ ਨਾ ਹੋ ਜਾਵੇ। ਐਂ ਕਿਵੇਂ ਹੋ ਜੂ? ਤੁਸੀਂ ਇਹ ਮੇਰੀ ਗੱਲ ਸੁਣੋ, ਦੱਸੋ ਜਿੰਨੇ ਵੀ ਬੰਦੇ ਆ ਪੈਸੇ ਪੂਹੇ ਲੈ ਲੂ ਕੇ ਇਧਰ ਉਧਰੋਂ ਬੈਂਕਾਂ ਬੁੰਕਾਂ ਚੋਂ ਕਰਕੇ ਬਾਹਰ ਭੱਜੇ ਸੀ, ਫੜ ਕੇ ਲਿਆਂਦੇ ਕਿ ਨਹੀਂ ਲਿਆਂਦੇ? ਉਹਨਾਂ ਦੀਆਂ ਪ੍ਰਾਪਰਟੀਆਂ ਰਿਕਵਰ ਹੋਈਆਂ ਕਿ ਨਹੀਂ ਹੋਈਆਂ? ਜਿਹੜੇ ਬੰਦੇ ਬੈਂਕਾਂ ਦੇ ਨਾਲ ਇਕਨੋਮੀ ਦੇ ਨਾਲ ਧੋਖਾ ਕਰਕੇ ਗਏ, ਕੋ ਇੰਗਲੈਂਡ ਬੈਠਾ ਕੋ ਕਿਤੇ ਬੈਠਾ, ਚੱਕ ਕੇ ਲਿਆਂਦੇ, ਮੁੜ ਕੇ ਪ੍ਰਾਪਰਟੀਆਂ ਉਹਨਾਂ ਦੀਆਂ ਵੇਚ ਕੇ ਪੈਸੇ ਲੋਕਾਂ 'ਚ ਵੰਡੇ ਕਿ ਨਹੀਂ ਵੰਡੇ? ਤੁਸੀਂ ਦੇਖੋ ਆ ਪਰਲ ਗਰੁੱਪਰ ਕੀ ਕੰਪਨੀ ਸੀ, ਆ ਕਿੰਨਾ ਕੁ ਚਿਰ ਹੋਇਆ ਜੇ ਕੇਸ ਸਾਹਮਣੇ ਆਏ ਨੂੰ? ਕੋਈ ਇਹ ਤਾਂ ਨਹੀਂ ਕਹਿ ਸਕਦਾ ਕਿ ਭਾਈ ਉਹਦੇ ਮਾਲਕਾਂ ਨੂੰ ਫੜ ਕੇ ਅੰਦਰ ਦਿੱਤਾ ਸੀ ਤੇ ਅੰਦਰ ਦੇਣ ਤੋਂ ਬਾਅਦ ਉਹਨੂੰ ਸਹੂਲਤਾਂ ਦਿੰਦੇ ਨਾ। ਕੋਈ ਬੰਦਾ ਇਹ ਤਾਂ ਨਹੀਂ ਕਹਿ ਸਕਦਾ। ਅਗਲੇ ਨੇ ਗੁਨਾਹ ਕੀਤਾ, ਤੁਸੀਂ ਦੱਸੋ ਇੱਕ ਦਿਨ ਵੀ ਉਹਨੂੰ ਹਸਪਤਾਲ 'ਚ ਰੱਖਿਆ? ਜੇਲ੍ਹ 'ਚ ਹੀ ਰਿਹਾ ਨਾ ਬੰਦਾ। ਜਿਹੜੇ ਬੰਦਿਆਂ ਦੇ ਪੈਸੇ ਲਾਏ ਸੀ ਉਹਨਾਂ ਨੂੰ ਪੈਸੇ ਵਾਪਸ ਹੋ ਹੀ ਗਏ ਪ੍ਰਾਪਰਟੀਆਂ ਵੇਚ ਕੇ। ਇਸ ਕਰਕੇ ਕੋਈ ਵੱਡੀ ਗੱਲ ਨਹੀਂ ਸੰਧਾਲੀਆ ਸਾਹਿਬ, ਜੇ ਮਾੜਾ ਮੋਟਾ ਧੋਖਾ ਹੋ ਵੀ ਗਿਆ ਹੋਇਆ ਨਾ, ਇੱਥੇ ਇਨਸਾਫ ਹੋਊਗਾ, ਮੈਂ ਤੁਹਾਨੂੰ ਦੱਸ ਦਿੰਦਾ। ਪਰ ਹਾਂ, ਇੱਕ ਗੱਲ ਦੀ ਚਿੰਤਾ ਹੈਗੀ ਆ, ਇੱਕ ਗੱਲ ਦੀ ਚਿੰਤਾ ਕਿ ਛੇਤੀ ਇਹਨਾਂ ਸਾਰੇ ਕੰਮਾਂ ਦੇ ਉੱਤੇ ਲਗਾਮ ਲੱਗਣੀ ਚਾਹੀਦੀ ਹੈ, ਕਿਉਂਕਿ ਆਪਾਂ ਆਂਢ ਗੁਆਂਢ ਵੱਲ ਦੇਖ ਕੇ ਸਿੱਖਦੇ ਹਾਂ। ਸੰਧਾਲੀਆ ਸਾਹਿਬ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸ਼ਾਹਬਾਜ਼ ਸ਼ਰੀਫ, ਉਹ ਰੋਜ਼ ਬਿਆਨ ਦਿੰਦੇ ਆ ਤੇ ਹਰ ਵਾਰੀ ਇਹੀ ਕਹਿੰਦੇ ਆ ਕਿ ਪੈਸੇ ਨਹੀਂ, ਉਹ ਪੈਸੇ ਬਹੁਤ ਔਖੇ ਮਿਲਦੇ ਆ, ਉਹ ਲੋਕ ਕਰਜ਼ਾ ਦੇਣੋਂ ਹਟ ਗਏ, ਉਹ ਦੇਸ਼ ਵਾਲੇ ਐਂ ਦੇਖਦੇ ਆ, ਉਹ ਮੈਂ ਬਹੁਤ ਔਖਾ, ਰੋਜ਼ ਇੱਦਾਂ ਕਹਿੰਦੇ ਆ। ਅਸੀਂ ਤਾਂ ਸਿਰਫ ਇਹ ਕਹਿੰਦੇ ਆ ਕਿ ਜਿਹੜੇ ਹਾਲਾਤਾਂ ਦੇ ਵਿੱਚ ਅੱਜ ਪਾਕਿਸਤਾਨ ਹੈ, ਵਿੱਤੀ ਤੌਰ ਤੇ ਟੁੱਟਿਆ ਪਿਆ, ਡੁੱਬਿਆ ਪਿਆ, ਕੰਗਾਲ ਹੋਇਆ ਪਿਆ, ਅਸੀਂ ਉਧਰਲੇ ਪਾਸੇ ਵਧਣਾ ਨਹੀਂ। ਨਾ ਤਾਂ ਸੰਧਾਲੀਆ ਸਾਹਿਬ ਸਾਨੂੰ ਸਾਰਿਆਂ ਨੂੰ ਮੁਫਤ ਦੀਆਂ ਸਕੀਮਾਂ ਚਾਹੀਦੀਆਂ, ਲੋੜਵੰਦ ਦੀ ਮਦਦ ਕਰੇ ਸਰਕਾਰ, ਸਾਰਿਆਂ ਨੂੰ ਮੁਫਤ ਦੇਣ ਦੀ ਕੋਈ ਲੋੜ ਨਹੀਂ, ਚਾਹੇ ਕੇਂਦਰ ਦੀ ਸਰਕਾਰ ਤੇ ਚਾਹੇ ਸੂਬੇ। ਦੂਸਰੀ ਗੱਲ ਹੈ ਕਿ ਲੰਬੇ ਸਮੇਂ ਦੀ ਪਲੈਨਿੰਗ ਹੋਵੇ ਤੁਹਾਡੇ ਕੋਲ। ਜੇ ਕੋਈ ਬੰਦਾ ਵਿੱਤੀ ਤੌਰ ਤੇ ਲੈਣ ਦੇਣ ਦੇ ਵਿੱਚ ਗੜਬੜੀਆਂ ਕਰਦਾ, ਜਿੱਦਾਂ ਦੋਸ਼ ਲੱਗੇ ਆ, ਉਹ ਤੇ ਸਖਤ ਕਾਰਵਾਈ ਹੋਵੇ, ਜਿਹਦੇ ਨਾਲ ਕਿ ਬਰਾਬਰ ਦੇ ਵਿੱਚ ਕੋਈ ਹੋਰ ਇਕਨੋਮੀ ਚੱਲੇ ਹੀ ਨਾ, ਚਾਹੇ ਉਹ ਝੂਠ ਦੀ ਹੈ ਤੇ ਚਾਹੇ ਕਾਲੇ ਧਨ ਦੀ ਹੈ। ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ, ਦੁੱਖ ਆਉਂਦਾ ਸਾਡੇ ਆਪਦੇ ਹੀ ਨੇ, ਉਹ ਭਾਸ਼ਣ ਦਿੰਦੇ ਸੀ, ਕਹਿੰਦੇ ਜੀ ਇੰਟਰਨੈਸ਼ਨਲ ਮੋਨਿਟਰੀ ਫੰਡ IMF, ਜਿਹਨੂੰ ਪੰਜਾਬੀ 'ਚ ਅੰਤਰਰਾਸ਼ਟਰੀ ਮੁਦਰਾ ਕੋਸ਼ ਕਹਿੰਦੇ ਆ, ਸਾਰੀ ਦੁਨੀਆ ਦੀ ਸਾਂਝੀ ਸੰਸਥਾ, ਜਿਹੜੇ ਕੋਈ ਪੈਸੇ ਟਕੇ ਹੁੰਦੇ ਆ, ਉਹ ਕਹਿੰਦੇ ਜੀ ਅਸੀਂ ਉਹਨਾਂ ਤੋਂ ਪੈਸੇ ਮੰਗੇ, ਕਹਿੰਦੇ ਦੇ ਤਾਂ ਦੇਣੇ, ਉਹਨਾਂ ਨੇ ਪੈਸੇ ਮੰਨ ਗਏ ਆ, ਪਰ ਸ਼ਰਤਾਂ ਭਿਆਨਕ ਨੇ, ਕਰੜੀਆਂ ਨੇ, ਪਰ ਮੈਂ ਕਹਿੰਦੇ ਮਜਬੂਰ ਹਾਂ। ਜਾਣੀ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਕਿ ਮੈਂ ਕਰਜ਼ਾ ਲੈਣ ਗਿਆ, ਪਹਿਲਾਂ ਮੈਨੂੰ ਕਰਜ਼ਾ ਦੇਣ ਨੂੰ ਮੰਨਦੇ ਨਹੀਂ ਸੀ, ਮੁੜ ਕੇ ਆਪਣੀਆਂ ਸ਼ਰਤਾਂ ਮਨਵਾ ਕੇ ਪੈਸੇ ਦਿੱਤੇ ਆ, ਪਰ ਮੈਂ ਮਜਬੂਰ ਹਾਂ ਕਿਉਂਕਿ ਦੇਸ਼ ਦੀ ਹਾਲਤ ਮਾੜੀ ਹੈ। ਹੁਣ ਸੰਧਾਲੀਆ ਸਾਹਿਬ, ਹੋਣਾ ਪਤਾ ਕੀ ਹੈ? ਅਸੀਂ ਆਮ ਲੋਕਾਂ ਨੂੰ ਕਿਉਂ ਬੇਨਤੀ ਕਰਦੇ ਕਿ ਤੁਸੀਂ ਨਿੱਕੀ ਨਿੱਕੀ ਗੱਲ ਦੇ ਉੱਤੇ ਨਜ਼ਰ ਰੱਖਿਆ ਕਰੋ, ਬਜਟ ਕਿੱਧਰ ਪੇਸ਼ ਹੋ ਰਿਹਾ, ਕਿਹੜਾ ਬੰਦਾ ਕਿਹੜੀ ਧੋਖਾਧੜੀ ਕਰਦਾ, ਬਿਲਕੁਲ ਇਹ ਮਤ ਸਮਝਿਆ ਕਰੋ ਕਿ ਤੁਹਾਡੇ ਉੱਤੇ ਉਹਦਾ ਅਸਰ ਨਹੀਂ ਪੈਣਾ। ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਸੰਧਾਲੀਆ ਸਾਹਿਬ ਜਦੋਂ ਕਰਜ਼ੇ ਦੀ ਤੀਸਰੀ ਕਿਸ਼ਤ 1.2 ਦੀ ਦੇਣੀ ਸੀ, ਉਹਦੇ ਵਿੱਚ ਉਹਨਾਂ ਨੇ ਸ਼ਰਤ ਪਤਾ ਕੀ ਰੱਖੀ ਹੈ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘੱਟੋ ਘੱਟ 60% ਵਧਾਓ। ਯਾਨੀ ਕਿ ਜੇ 100 ਰੁਪਏ ਦਾ ਲੀਟਰ ਡੀਜ਼ਲ ਜਾਂ ਪੈਟਰੋਲ ਹੈ, ਉਹਦੀ ਕੀਮਤ 160 ਕਰੋ।
ਯਾਨੀ ਕੀਮਤ ਤੈਅ ਕਰਾਉਂਦੀ ਹੈ ਇੰਟਰਨੈਸ਼ਨਲ ਮੋਨੀਟਰੀ ਫੰਡ ਕਿ ਪੈਸੇ ਲੈ ਲਓ, ਪਰ ਤੁਹਾਡੇ ਕੋਲ ਪੈਸਿਆਂ ਦੀ ਰਿਕਵਰੀ ਤਾਂ ਹੋਣੀ ਹੈ ਜੇ ਤੁਸੀਂ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰੋਗੇ, ਤੇ ਪੈਸੇ ਇਕੱਠੇ ਕਰਨ ਦੀ ਸਾਡੀ ਸ਼ਰਤ ਇਹ ਹੈ ਕਿ ਤੁਸੀਂ ਡੀਜ਼ਲ ਤੇ ਪੈਟਰੋਲ ਦੀ ਕੀਮਤ ਇੰਨੀ ਵਧਾ ਦਿਓ। ਦੂਸਰਾ, ਬਿਜਲੀ ਦੀ ਕੀਮਤ ਵੀ ਕਹਿੰਦੇ 60% ਵਧਾਓ। ਤੀਸਰਾ, ਕਿ ਤੁਹਾਡੀ ਟੈਕਸ ਕਲੈਕਸ਼ਨ ਅਗਲੇ ਸਾਲ ਤੱਕ ਇੰਨੀ ਹੋਣੀ ਚਾਹੀਦੀ ਹੈ। ਇਹਦਾ ਮਤਲਬ ਹੈ ਕਿ ਟੈਕਸ ਲੋਕਾਂ ਦੇ ਕੋਲੋਂ ਉਗਰਾਓ, ਬਿਜਲੀ ਲੋਕਾਂ ਨੂੰ 1.5 ਗੁਣਾ ਦਿਓ, ਡੀਜ਼ਲ ਤੇ ਪੈਟਰੋਲ ਲੋਕਾਂ ਨੂੰ 1.5 ਗੁਣਾ ਕੀਮਤ ਦੇ ਉੱਤੇ ਦਿਓ। ਪਾਕਿਸਤਾਨ ਦੇ ਲੋਕਾਂ ਨੇ ਕਿਤੇ ਘਰੇ ਨੋਟ ਛਾਪਣ ਵਾਲੀਆਂ ਮਸ਼ੀਨਾਂ ਲਾਈਆਂ ਕਿ ਭਾਈ ਉਹ ਸਕੂਟਰ 'ਚ, ਮੋਪੜ 'ਚ, ਕਾਰ 'ਚ, ਬੱਸ 'ਚ ਤੇਲ ਪਾਉਣ ਲੱਗਿਆ ਪਰਵਾਹ ਹੀ ਨਾ ਕਰਨ ਕਿ ਭਾਈ ਕੋਈ ਗੱਲ ਨਹੀਂ, ਜਿੰਨੇ ਦਾ ਮਰਜ਼ੀ ਪਾ ਦਿਓ। ਹੁਣ ਜੇ ਕਿਤੇ ਉਹ ਕਰਜ਼ਾ ਮਿਲ ਗਿਆ, ਜਿਹੜਾ ਮਿਲ ਜਾਣਾ 2-4 ਦਿਨਾਂ 'ਚ, ਉਹ ਤੋਂ ਬਾਅਦ ਸ਼ਰਤਾਂ ਲਾਗੂ ਹੋ ਜਾਣੀਆਂ। ਸੰਧਾਲੀਆ ਸਾਹਿਬ, ਜਦੋਂ ਸ਼ਰਤਾਂ ਲਾਗੂ ਹੋ ਗਈਆਂ, ਜਦੋਂ ਲੋਕਾਂ ਨੂੰ 1.5 ਗੁਣਾ ਮਹਿੰਗਾਈ ਦਾ ਇੱਕੋ ਦਮ ਸਾਹਮਣਾ ਕਰਨਾ ਪਿਆ, ਲੋਕਾਂ ਨੇ ਸੜਕ ਤੇ ਆ ਜਾਣਾ, ਸ਼ਾਹਬਾਜ਼ ਸ਼ਰੀਫ ਦੀ ਕੁਰਸੀ ਖਤਰੇ 'ਚ ਪੈ ਜੂ। ਨਹੀਂ ਤੇ ਉਹਦੇ ਨਾਲ ਕੀ ਫਰਕ ਪੈਂਦਾ? ਸ਼ਾਹਬਾਜ਼ ਸ਼ਰੀਫ ਸਾਹਿਬ ਕੋਲ ਕਿਹੜਾ ਪਾਸਪੋਰਟ ਹੈ ਨਹੀਂਗਾ, ਜਾਂ ਉਹਨਾਂ ਕੋਲ ਕਿਹੜਾ ਵੀਜ਼ਾ ਹੈ ਨਹੀਂਗਾ। ਇੱਕ ਜਹਾਜ਼ 'ਚ ਹੀ ਬਹਿਣਾ, 5-7 ਘੰਟੇ 'ਚ ਅਗਲੇ ਚੁੱਕ ਕੇ ਦੂਜੇ ਮੁਲਕ ਲੈ ਜਾਂਦੇ ਨੇ। ਉਦੋਂ ਬਾਅਦ ਮੁੜ ਕੇ ਪਿਛਲੇ ਪਾਸੇ ਜਿਹੜਾ ਕੋਈ ਹੋਰ ਕੁਰਸੀ ਤੇ ਬੈਠਾ ਹੁੰਦਾ, ਉਹ ਕਹਿੰਦਾ ਅਸੀਂ ਉਹਨੂੰ ਵਾਪਸ ਲੈ ਕੇ ਆਵਾਂਗੇ, ਅਸੀਂ ਉਹਨੂੰ ਛੱਡਾਂਗੇ ਨਹੀਂ, ਅਸੀਂ ਉਹਨੂੰ ਜੇਲ੍ਹ 'ਚ ਪਾ ਦਾਂਗੇ। ਲੈ ਵੀ ਆਹ ਕੁਛ ਚੱਲਦਾ। ਮੈਨੂੰ ਲੱਗਦਾ ਵੀ 10-15 ਸਾਲਾਂ ਦਾ ਤੇ ਆਪਾਂ ਇਹੋ ਕੁਛ ਹੀ ਦੇਖੀਆਂ ਨੇ। ਉਦੋਂ ਪਿਛਲਾ ਰਿਕਾਰਡ ਜਿਹੜਾ ਉਹ ਤਾਂ ਹੋਰ ਵੀ ਦੂਰ ਜਾਂਦਾ ਹੋਣਾ। ਹੁਣ ਜੇ ਤੇ ਇਹੋ ਕੁਛ ਹੀ ਕਰੀ ਜਾਣਾ ਵੀ ਫਲਾਨਾ ਕੁਰਸੀ ਤੇ ਬੈਠਾ, ਇਹਨੂੰ ਸਮਝ ਨਹੀਂ, ਮੈਨੂੰ ਬਾਓ। ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਇਹਨੂੰ ਲਾ ਦਿੰਦੇ, ਤੈਨੂੰ ਬਾ ਦਿੰਦੇ। ਉਹ ਬਹਿ ਗਏ ਫਿਰ ਚੀਕਾਂ ਵਾਲਾ, ਉਹ ਹੈ ਨਹੀਂ ਕੁਛ ਵੀ, ਫਲਾਨਾ ਲੁੱਟ ਕੇ ਲੈ ਗਿਆ, ਢੀਂਡਾ ਲੁੱਟ ਕੇ ਲੈ ਗਿਆ, ਹੁਣ ਮੈਨੂੰ ਬਾ ਦਿਓ। ਮੈਂ ਨਾ ਵੀ ਆਹ ਜਿਹੜਾ ਕੰਮ ਹੈ ਨਾ, ਇਹ ਆਪਾਂ ਅੱਗੇ ਵੀ ਕਈ ਵਾਰ ਬੇਨਤੀ ਕਰਦੇ ਹਟੇ ਹਾਂ ਵੀ ਦੇਖੋ, ਜੇ ਤੇ ਉੱਥੋਂ ਦਾ ਜਿਹੜਾ ਆਮ ਬੰਦਾ ਉਹ ਉਸ ਬੰਦੇ ਦੀ ਵੀ ਕੋਈ ਨਾ ਕੋਈ ਸੇ ਹੋਵੇ ਵੀ ਯਾਰ ਅਸੀਂ ਆਪਣੇ ਹਿਸਾਬ ਨਾਲ ਉੱਤੇ ਸਰਕਾਰਾਂ ਨਹੀਂ ਬਣਾ ਲੈਣੀਆਂ ਵੀ ਫਲਾਨੀ ਹੁਣ ਫੌਜ ਦਾ ਜਰਨੈਲ ਇਹਦੇ ਮੋਢੇ ਤੇ ਆਣ ਖਲੋਤਾ ਹੈ ਤੇ ਹੁਣ ਆਹ ਜਿੱਤ ਗਏ ਤੇ ਹੁਣ ਇਹਦੇ ਪਾਸੇ ਕਰਤਾ ਹੀ। ਥੋੜ੍ਹੀ ਜਿਹੀ ਮੈਨੂੰ ਜ਼ਿਆਦਾ ਲੋਕਾਂ ਦੀ ਸੇ ਵੀ ਹੋਵੇ, ਲੋਕ ਵੀ ਕਹਿਣ ਵੀ ਵੀਰ ਮੇਰੇ ਉਹ ਆਟੇ ਦਾ, ਟਮਾਟਰ ਦਾ, ਆਪਾਂ ਕੋਈ ਗੋਭੀ ਦਾ, ਆਲੂ ਦਾ, ਗੰਢੇ ਦਾ ਫਿਕਰ ਕਰ ਲਈਏ, ਕੋਈ ਲੂਣ ਤੇਲ ਦਾ, ਫਿਰ ਤੇ ਹੋ ਸਕਦਾ ਵੀ ਹਰੇਕ ਬੰਦਾ ਸੋਚੇ ਵੀ ਨਹੀਂ ਯਾਰ ਪਹਿਲਾਂ ਰੋਟੀ ਹੋਊਗੀ ਤੇ ਫਿਰ ਆਪਾਂ ਅੱਡੇ ਫਾਈ ਲੈ ਲਾਂਗੇ। ਤੇ ਜਦੋਂ ਆਪਾਂ ਸੋਚਾਂ ਉਹ ਐਟਮ ਬੰਬ ਦੀਆਂ ਕਰਨੀਆਂ ਨੇ, ਪਿਛਲੇ ਸਮੇਂ 'ਚ ਉਹ ਵੀ ਤੇ ਇੱਕ ਬੰਦਾ ਸੀ ਜਿਹੜਾ ਕਹਿੰਦਾ ਮੈਂ ਜੇਬ 'ਚ ਪਾਈ ਫਿਰਦਾ ਐਟਮ ਬੰਬ। ਹੁਣ ਜਿਹੜਾ ਬੰਦਾ ਐਟਮ ਬੰਬ ਜੇਬ 'ਚ ਪਾਈ ਫਿਰਦਾ ਸੀ, ਲੀਡਰ ਇਹਨਾਂ ਦਾ, ਉਹਨੂੰ ਕਹਿਣ ਵੀਰ ਮੇਰੇ ਇਹਨੂੰ ਵੇਚ ਆ ਕਿਤੇ, ਉਹ ਜਾਣੇ ਨਿਆਣੇ ਰੋਟੀ ਤੇ ਖਵਾਈਏ। ਨਹੀਂ, ਜ਼ਰੂਰੀ ਹੈ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਦਾਂ ਦੇ ਹਾਲਾਤ ਜਿਹੜੇ ਉਹ ਪੈਦਾ ਹੋ ਜਾਣੇ ਆ। ਬਾਕੀ ਸੰਧਾਲੀਆ ਸਾਹਿਬ, ਪੰਜਾਬ ਵਾਲੇ ਪਾਸੇ ਨੂੰ ਜੇ ਆਪਾਂ ਮੁੜੀਏ ਤੇ ਪੰਜਾਬ ਦੇ ਵਿੱਚ ਵੀ ਕਈ ਕੁਝ ਘੱਟ ਵਾਪਰ ਰਿਹਾ। ਬੜੇ ਚਿਰਾਂ ਤੋਂ, ਤਕਰੀਬਨ 1.5 ਸਾਲ ਹੋ ਗਿਆ ਸੀ ਰੌਲਾ ਪੈਂਦੇ ਨੂੰ ਕਿ ਬੀਬੀ ਪ੍ਰਨੀਤ ਕੌਰ ਪਟਿਆਲੇ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ, ਕਿ ਉਹਨਾਂ ਨੂੰ ਕਾਂਗਰਸ 'ਚ ਕਿਉਂ ਰੱਖਿਆ। ਕਾਂਗਰਸ ਦੇ ਲੀਡਰ ਕਹਿੰਦੇ ਸੀ, ਵਰਕਰ ਕਹਿੰਦੇ ਸੀ, ਰਾਜਾ ਵੜਿੰਗ ਸਾਹਿਬ ਵੀ ਕਹਿੰਦੇ ਸੀ, ਕਾਂਗਰਸ ਦੇ ਸੂਬਾ ਪ੍ਰਧਾਨ ਨੇ, ਕਿਉਂਕਿ ਜਦੋਂ ਦੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਚਲੇ ਗਿਆ ਜਾਂ ਵੱਖਰੀ ਪਾਰਟੀ ਬਣਾ ਲਈ ਸੀ, ਉਹਦੇ ਤੋਂ ਬਾਅਦ ਬੀਬੀ ਪ੍ਰਨੀਤ ਕੌਰ ਕਾਂਗਰਸ ਦੀ ਸਰਗਰਮੀ 'ਚ ਨਹੀਂ ਕਦੇ ਆਏ, ਜਦੋਂ ਦੇ ਮੁੱਖ ਮੰਤਰੀ ਤੋਂ ਆਏ ਕੈਪਟਨ ਸਾਹਿਬ, ਕਿਉਂਕਿ ਪਤੀ ਪਤਨੀ ਨੇ ਦੋਵੇਂ। ਹੁਣ ਕੈਪਟਨ ਸਾਹਿਬ ਬੀਜੇਪੀ ਚਲੇ ਗਏ, ਬੀਬੀ ਪ੍ਰਨੀਤ ਕੌਰ ਨਹੀਂ ਸੀ ਗਏ, ਕਿਉਂਕਿ ਜੇ ਬੀਬੀ ਪ੍ਰਨੀਤ ਕੌਰ ਆਪ ਬੀਜੇਪੀ ਦੇ ਵਿੱਚ ਜਾਂਦੇ ਸੀ ਤਾਂ ਮੈਂਬਰ ਪਾਰਲੀਮੈਂਟ ਦੀ ਕੁਰਸੀ ਛੱਡਣੀ ਪੈਣੀ ਸੀ। ਕਾਂਗਰਸ ਪਾਰਟੀ ਵਾਲੇ ਤਾਂ ਨਹੀਂ ਸੀ ਕੱਢਦੇ ਕਿ ਜੇ ਬੀਬੀ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਸਾਡਾ ਐਮਪੀ ਘਟ ਜਾਣਾ, ਬੀਬੀ ਨੂੰ ਕੁਰਸੀ ਛੱਡਣੀ ਨਹੀਂ ਪੈਣੀ, ਉਹ ਭਾਜਪਾ ਸ਼ਾਮਲ ਹੋ ਜੂ। ਹੁਣ ਆਖਿਰਕਾਰ, ਕਿਉਂਕਿ ਜਦੋਂ ਰਾਹੁਲ ਗਾਂਧੀ ਹੋਰੀ ਆਏ ਸੀ ਭਾਰਤ ਜੋੜੋ ਯਾਤਰਾ ਦੇ ਵਿੱਚ ਪੰਜਾਬ, ਉਦੋਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਵਰਕਰਾਂ ਤੇ ਲੀਡਰਾਂ ਨੇ ਕਿਹਾ ਜੀ ਮਾੜਾ ਪ੍ਰਭਾਵ ਜਾਂਦਾ ਹੈ, ਕਿਉਂਕਿ ਬੀਬੀ ਜੀ ਨੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਭਾਜਪਾ ਦੇ ਮੰਤਰੀਆਂ ਦੇ ਨਾਲ ਇੱਕੋ ਜੀਪ 'ਚ ਬੈਠ ਕੇ ਪ੍ਰਚਾਰ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ। ਹਾਲਾਂਕਿ ਸੀਟ ਹਾਰ ਗਿਆ ਸੀ, ਉਹ ਸੀਟ ਨਹੀਂ ਜਿੱਤ ਸਕੇ ਸੀ, ਪਰ ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਦਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਸੱਟ ਛੋਟੀ ਨਹੀਂ ਸੀ। ਪਰ ਕਾਂਗਰਸ ਪਾਰਟੀ ਇਸ ਹਾਲਾਤ 'ਚ ਵੀ ਨਹੀਂ ਸੀ ਕਿ ਅਸੀਂ ਪਟਿਆਲੇ ਦੀ ਜ਼ਿਮਨੀ ਚੋਣ ਲੜ ਸਕੀਏ, ਇਸ ਕਰਕੇ ਦੱਬ ਕੇ ਘੁੱਟ ਕੇ ਗੱਲ ਅੱਗੇ ਵਧਾਈ ਗਏ। ਪਰ ਹੁਣ ਬੀਬੀ ਪ੍ਰਨੀਤ ਕੌਰ ਨੂੰ ਰਾਜਾ ਵੜਿੰਗ ਸਾਹਿਬ ਦੀ ਸ਼ਿਕਾਇਤ ਦੇ ਉੱਤੇ ਹਾਈ ਕਮਾਂਡ ਨੇ ਸਸਪੈਂਡ ਕਰ ਦਿੱਤਾ ਕਿ ਕਾਂਗਰਸ ਦੇ ਵਿੱਚ ਤੁਹਾਡੀਆਂ ਗਤੀਵਿਧੀਆਂ ਠੀਕ ਨਹੀਂ, ਤੁਸੀਂ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਹੇ ਹੋ। ਚਲੋ ਜੀ, ਹੁਣ ਸਸਪੈਂਡ ਕਰ ਦਿੱਤੇ, 3 ਦਿਨ ਦਾ ਸਮਾਂ ਦਿੱਤਾ, 24-48, ਉਸ ਤੋਂ ਬਾਅਦ ਤੁਸੀਂ ਲਾ ਲਓ 72, ਕਿ 72 ਘੰਟਿਆਂ ਦੇ ਵਿੱਚ ਬੀਬੀ ਪ੍ਰਨੀਤ ਕੌਰ ਜੀ ਦੱਸਣਗੇ ਕਾਂਗਰਸ ਪਾਰਟੀ ਨੂੰ ਕਿ ਭਾਈ ਆਪਣੀ ਸਫਾਈ ਜੇ ਦੇਣਾ ਚਾਹਣ ਤਾਂ ਦੇ ਸਕਦੇ ਆ, ਜੇ ਨਹੀਂ ਸਫਾਈ ਦੇਣਾ ਚਾਹਣਗੇ ਤਾਂ ਕੋਈ ਗੱਲ ਨਹੀਂ, ਫਿਰ ਉਹਨਾਂ ਨੂੰ ਕੱਢ ਦਿੱਤਾ ਜਾਊਗਾ ਪਾਰਟੀ 'ਚੋਂ, ਫਿਰ 2-4 ਮਹੀਨੇ ਇੱਕ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਉਹ ਬੀਜੇਪੀ ਦੇ ਵਿੱਚ ਰਹਿ ਲੈਣਗੇ। ਪਰ ਹੁਣ ਜਿੱਦਾਂ ਹੀ ਬੀਬੀ ਪ੍ਰਨੀਤ ਕੌਰ ਨੂੰ ਸਸਪੈਂਡ ਕੀਤਾ, ਪਟਿਆਲੇ ਦੇ ਵਿੱਚ ਬਹੁਤ ਸਾਰੇ ਕਾਂਗਰਸੀਆਂ ਨੇ ਪੱਟਾਂ ਤੇ ਥਾਪੀਆਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਭਾਈ ਟਿਕਟ ਸ਼ਾਇਦ ਦੇਖੀ ਆਪਣੀ ਹੋਵੇ। ਵੇਖੋ ਗੱਲ ਇਹ ਆ ਵੀ ਟਿਕਟ ਤਾਂ ਕਿਸੇ ਨਾ ਕਿਸੇ ਨੂੰ ਦੇਣੀ ਪੈਣੀ ਸੀ। ਉਹ ਤਾਂ ਬਹੁਤ ਦੇਰ ਪਹਿਲਾਂ ਤੋਂ ਗੱਲ ਕਲੀਅਰ ਸੀ ਵੀ ਜਦੋਂ ਦੇ ਕੈਪਟਨ ਸਾਹਿਬ ਗਏ ਨੇ ਤੇ ਉਦੋਂ ਤੋਂ ਹੀ ਪ੍ਰਨੀਤ ਕੌਰ ਹੋਰੀ ਵੀ ਉਹਨਾਂ ਦੇ ਨਾਲ ਨੇ।
ਇਹ ਰਹੀ ਗੱਲ ਕਾਰਨ ਦੱਸੋ ਨੋਟਿਸ ਦੀ, ਜਿੱਦਾਂ ਹੁਣ ਵੀ ਇਹ ਮੁਅੱਤਲੀ ਦੇ ਆਰਡਰ ਦੇ ਨਾਲ ਹੈ ਤੇ ਇਹੋ ਹੀ ਹੈ ਨਾ ਵੀ 3 ਦਿਨ ਦੇ ਵਿੱਚ ਤੁਸੀਂ ਕਾਰਨ ਦੱਸੋ ਵੀ ਕਿਉਂ ਨਾ ਕੱਢਿਆ ਜਾਵੇ। ਜਿੱਥੋਂ ਤੱਕ ਮੈਨੂੰ ਯਾਦ ਆਉਂਦਾ ਉਹ ਜ਼ਰੂਰ ਉਹਨਾਂ ਦੇ ਦਫ਼ਤਰ 'ਚ ਇੱਧਰ ਉੱਧਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਡਰਾਅਰ ਦੇ ਵਿੱਚ ਨਾ ਇੱਕ ਅੱਧਾ ਕਾਰਨ ਦੱਸੋ ਨੋਟਿਸ ਪਹਿਲਾਂ ਦਾ ਵੀ ਪਿਆ, ਉਹਦਾ ਜਵਾਬ ਵੀ ਅਜੇ ਤੱਕ ਨਹੀਂ ਵਾਪਸ ਆਇਆ, ਹੈ ਨਾ। ਹੁਣ ਜੇ ਪਹਿਲੇ ਕਾਰਨ ਦੱਸੋ ਨੋਟਿਸ ਦਾ ਅਗਲਾ ਜਵਾਬ ਨਹੀਂ ਦਿੱਤਾ ਤੇ ਇਸ ਕਾਰਨ ਦੱਸੋ ਨੋਟਿਸ ਦਾ ਜਵਾਬ ਉਹ ਕਿਉਂ ਦੇਣਗੇ, ਇਹ ਤੇ ਗੱਲ ਕਲੀਅਰ ਹੋਣਾ, ਕੋਈ ਨਹੀਂ ਲਿਖੀ ਜਾਣਦੇ ਚਿੱਠੀਆਂ, ਇਹਨਾਂ ਨੂੰ ਕੌਣ ਪੁੱਛਦੇ। ਉਹ ਕੁੱਲ ਮਿਲਾ ਕੇ ਇੰਨਾ ਵੀ ਮਹਾਰਾਣੀ ਪ੍ਰਨੀਤ ਕੌਰ ਹੁਣੀ ਤੇ ਕੈਪਟਨ ਸਾਹਿਬ ਦੇ ਨਾਲ ਹੀ ਹੁੰਦੇ ਆ। ਜਿੰਨੀ ਵਾਰ ਉਹਨਾਂ ਦਾ ਬਿਆਨ ਸੁਣ ਲਓ ਇਹੋ ਕਹਿੰਦੇ ਹੁੰਦੇ ਵੀ ਮੈਂ ਤਾਂ ਜੀ ਉਹਨਾਂ ਦੇ ਨਾਲ ਹੀ ਹਾਂ, ਤੇ ਹੈ ਨਾ। ਹੁਣ ਕੈਪਟਨ ਸਾਹਿਬ ਜੇ ਉੱਧਰ ਚਲੇ ਗਏ ਤੇ ਇਹਦਾ ਮਤਲਬ ਵੀ ਉਹ ਵੀ ਲਗਭਗ ਬੀਜੇਪੀ 'ਚ ਨੇ। ਹੁਣ ਰਹਿ ਗਈ ਗੱਲ ਮੈਂਬਰ ਪਾਰਲੀਮੈਂਟ ਦੀ ਕੁਰਸੀ ਦੀ, ਉਹ ਜ਼ਰੂਰ ਕਾਂਗਰਸ ਪਾਰਟੀ ਨੂੰ ਲੱਗਦਾ ਵੀ ਨਹੀਂ ਬਈ ਇਹ ਸੀਟ ਸਾਡੀ ਹੈ, ਉਹ ਸੀਟ ਸਾਡੀ ਹੈ, ਤੇ ਉਹਨਾਂ ਨੇ ਆਖਿਆ ਵੀ ਠੀਕ ਹੈ ਜੇ ਸੀਟ ਤੁਹਾਡੀ ਹੈ ਤੇ ਤੁਸੀਂ ਭਾਈ ਸਾਹਿਬ ਲੈ ਜਾਓ। ਹੁਣ ਇਹ ਸੀਟ ਲਿਜਾਣ ਤੇ ਲਿਜਾਣ ਕਿੱਦਾਂ? ਇਹ ਜਿਹੜੇ ਵਾਰ-ਵਾਰ ਕਾਰਨ ਦੱਸੋ ਨੋਟਿਸ ਹੈ ਤੇ ਕੁੱਲ ਮਿਲਾ ਕੇ ਤਰ ਲਈ ਆਪਾਂ ਤਾਂ ਮੇਰਾ ਖਿਆਲ ਉਦੋਂ ਵੀ ਬੇਨਤੀ ਕੀਤੀ ਸੀ ਵੀ ਜੇ ਇਹਨਾਂ ਨੂੰ ਜਾਪਦਾ ਵੀ ਹੁਣ ਕੁੱਲ ਮਿਲਾ ਕੇ ਉੱਥੋਂ ਕੈਪਟਨ ਪਰਿਵਾਰ ਜਿਹੜਾ ਉਹ ਕਾਂਗਰਸ ਤੋਂ ਲਾਂਭੇ ਹੋ ਗਿਆ ਤੇ ਤੁਸੀਂ ਆਪਣੇ ਜਿਹੜੇ ਦੂਸਰੇ ਲੀਡਰ ਨੇ ਉਹਨਾਂ ਨੂੰ ਹਲਾਸ਼ੇਰੀ ਦੇ ਕੇ ਤੇ 24 ਦਾ ਪੜੁੱਲ ਬੰਨੋ। ਹੁਣ ਜੇ ਅਜੇ ਵੀ ਆਪਾਂ ਇਸ ਚੱਕਰ ਦੇ ਵਿੱਚ ਹੀ ਉਡੀਕ ਕਰੀ ਜਾਣੇ ਆ ਵੀ ਉੱਧਰੋਂ ਕਾਰਨ ਦੱਸੋ ਨੋਟਿਸ ਦਾ ਜਵਾਬ ਆਏਗਾ ਫਿਰ ਅਸੀਂ ਕਾਰਵਾਈ ਕਰਾਂਗੇ, ਉਹ ਮੈਨੂੰ ਆਸ ਘੱਟ ਲੱਗਦੀ ਆ। ਬਾਕੀ ਚਲੋ ਹੁਣ ਰਾਜਾ ਵੜਿੰਗ ਸਾਹਿਬ ਪ੍ਰਧਾਨ ਨੇ ਪਾਈ ਕਾਂਗਰਸ ਪਾਰਟੀ ਦੀ, ਉਹਨਾਂ ਨੇ ਸ਼ਿਕਾਇਤ ਕਰਕੇ ਉੱਪਰੋਂ ਚਿੱਠੀ ਲਿਖਾਈ ਹੈ, ਹੋ ਸਕਦਾ ਚਿੱਠੀ ਥੋੜੀ ਸਖਤ ਹੋਵੇ ਪਹਿਲਾਂ ਨਾਲੋਂ। ਨਹੀਂ ਜ਼ਰੂਰੀ ਹੈ ਜੀ ਸਖਤ ਹੋਊਗੀ। ਤੇ ਉਧਰਲੇ ਪਾਸੇ ਕੈਪਟਨ ਸਾਹਿਬ ਦੀ ਚਰਚਾ ਚੱਲਦੀ ਸੀ, ਦੇਖੋ ਐਡਜਸਟਮੈਂਟਾਂ ਹੀ ਨੇ ਕਿ ਤੁਹਾਨੂੰ ਰਾਜਪਾਲ ਲਾ ਦਿੰਦੇ ਆ ਜਾਂ ਲਾ ਦਿੱਤਾ ਜਾਊਗਾ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਉੱਥੇ ਵਾਲੇ ਜਿਹੜੇ ਉਹ ਛੱਡ ਗਏ। ਹੁਣ ਕੈਪਟਨ ਸਾਹਿਬ ਰਾਜਪਾਲ ਲੱਗਣਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਇਹ ਹੀ ਬਹੁਤ ਵੱਡਾ ਰੌਲਾ ਸੀ, ਕਿਉਂਕਿ ਬਹੁਤ ਸਾਰੇ ਲੀਡਰ ਹੁੰਦੇ ਜਿਹੜੇ ਕਹਿੰਦੇ ਹੁੰਦੇ ਮੈਂ ਸੂਬਾ ਨਹੀਂ ਛੱਡਣਾ, ਮੈਂ ਸੂਬੇ ਦੀ ਰਾਜਨੀਤੀ ਦੇ ਵਿੱਚ ਹੀ ਰਹੂੰ। ਕਈ ਤਾਂ ਇਦਾਂ ਦੇ ਵੀ ਸੀ ਜਿਹਨਾਂ ਨੂੰ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਬਣਾਉਣ ਦਾ ਲਾਲਚ ਦੇ ਕੇ ਵੀ ਕਿਹਾ ਗਿਆ ਸੀ ਕਿ ਭਾਈ ਚਲੇ ਜਾਓ ਦਿੱਲੀ, ਉਹ ਕਹਿੰਦੇ ਮੈਂ ਨਹੀਂ, ਆਪਾਂ ਇੱਥੇ ਹੀ ਠੀਕ ਆ। ਹੁਣ ਕੈਪਟਨ ਸਾਹਿਬ ਦੇ ਬਾਬਤ ਵੀ ਇਹ ਚਰਚਾ ਚੱਲਦੀ ਸੀ ਕਿ ਹੋ ਸਕਦਾ ਜਿਵੇਂ ਕੈਪਟਨ ਸਾਹਿਬ ਨੇ ਪਹਿਲਾਂ ਇੱਕ ਵਾਰੀ ਕਹਿਤਾ ਸੀ ਮੁੱਖ ਮੰਤਰੀ ਹੁੰਦੇ ਆ ਕਿ ਮੈਂ ਉਨੀ ਦੇਰ ਰਾਜਨੀਤੀ ਨਹੀਂ ਛੱਡਣੀ ਜਿੰਨੀ ਦੇਰ ਪੰਜਾਬ 'ਚ ਸਮੱਸਿਆਵਾਂ, ਵੀ ਜਿਹੜੇ ਬੰਦੇ ਰਾਜਨੀਤੀ ਜਾਂ ਗੱਦੀ ਜਾਂ ਕੁਰਸੀ ਉਨੀ ਦੇਰ ਨਹੀਂ ਛੱਡ ਸਕਦੇ ਕਿ ਭਾਈ ਪੰਜਾਬ 'ਚ ਜੇ ਸਮੱਸਿਆਵਾਂ ਹੱਲ ਨਹੀਂ ਹੋਈਆਂ। ਇਧਰਲੇ ਪਾਸੇ ਤਾਂ ਫਿਰ ਬਹੁਤੀਆਂ ਸਮੱਸਿਆਵਾਂ ਜਿਹੜੀਆਂ ਸੀ ਲੱਗਦਾ ਸੀ ਕਿ ਰਾਜਪਾਲ ਬਣਨ ਦੀ ਥਾਂ ਹੋ ਸਕਦਾ ਕੈਪਟਨ ਸਾਹਿਬ ਇਹ ਕਹਿਣ ਕਿ ਨਹੀਂ ਜੀ ਮੈਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੀ ਰੱਖੋ, ਮੈਨੂੰ ਬੀਜੇਪੀ ਦਾ ਮੁਖੀ ਬਣਾਓ ਪੰਜਾਬ ਦਾ, ਫਿਰ ਤੁਰਦੇ ਆ। ਪਰ ਹੁਣ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕੈਪਟਨ ਸਾਹਿਬ ਕਹਿੰਦੇ ਰਾਜਪਾਲ ਲੱਗਣ ਲੱਗੇ, ਉਹ ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਤਾਂ ਮੀਡੀਆ ਦੇ ਵਿੱਚ ਹੀ ਚਰਚਾ ਛੇੜੀ ਹੈ, ਮੈਨੂੰ ਤਾਂ ਹੋਰ ਕਿਸੇ ਗੱਲ ਦਾ ਨਹੀਂ ਪਤਾ, ਨਾ ਮੇਰੇ ਤੱਕ ਕਿਸੇ ਨੇ ਸੰਪਰਕ ਕੀਤਾ, ਨਾ ਮੈਂ ਤਾਂ ਕਿਸੇ ਨਾਲ ਕਹਿੰਦੇ ਕਰਨਾ ਹੀ ਕੀ ਸੀ। ਹੁਣ ਸੰਧਾਲੀਆ ਸਾਹਿਬ ਅਗਲੀ ਗੱਲ ਜਿਹੜੀ ਕੈਪਟਨ ਸਾਹਿਬ ਨੇ ਕਹੀ, ਉਹ ਕਹਿੰਦੇ ਜੀ ਦੇਖੋ ਬਾਕੀ ਜਿੱਦਾਂ ਪ੍ਰਧਾਨ ਮੰਤਰੀ ਸਾਹਿਬ ਕਹਿਣਗੇ, ਜਿਵੇਂ ਹੁਕਮ ਲਾਉਣਗੇ, ਜਿਹੜੀ ਪੋਜੀਸ਼ਨ ਤੇ ਵੀ ਬਿਠਾ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਆਪਾਂ ਮਨਾ ਥੋੜੀ ਕਰਨਾ, ਆਪਾਂ ਜਾ ਕੇ ਬਹਿ ਜਾਣਾ। ਇਸ ਕਰਕੇ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਤੇ ਨਿਰਭਰ ਕਰਦਾ ਹੈ, ਉਹਨਾਂ ਨੇ ਰਾਜਪਾਲ ਬਣਾਉਣਾ ਹੈ ਕਿ ਮੈਨੂੰ ਕੁਝ ਹੋਰ ਬਣਾਉਣਾ। ਪਰ ਜਦੋਂ ਉਧਰਲੇ ਪਾਸੇ ਹਰੀ ਝੰਡੀ ਆ ਗਈ ਦਿਨ ਫਿਰ ਕਹਿੰਦੇ ਜੀ ਇੱਕੋ ਹੀ ਲੱਗਣਾ ਹੈ। ਹੁਣ ਬੀਬੀ ਜੀ ਸਸਪੈਂਡ ਹੋ ਗਏ, ਇਧਰਲੇ ਪਾਸੇ ਰਾਜਪਾਲ ਲੱਗਣ ਨੂੰ ਕਾਲੇ ਨੇ। ਮੈਨੂੰ ਇਹ ਲੱਗਦਾ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਕਿ ਜੇ ਬੀਜੇਪੀ ਵੱਲੋਂ ਚੋਣ ਲੜਦਾ ਕੋਈ ਪਟਿਆਲਾ ਲੋਕ ਸਭਾ ਹਲਕੇ ਦੀ, ਉਹ ਹੋ ਸਕਦਾ ਕਿ ਬੀਬੀ ਜੈਨਿੰਦਰ ਕੌਰ ਉਹ ਲੜਨ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ, ਉਹਨਾਂ ਦੀ ਧੀ। ਨਹੀਂ ਹੋ ਸਕਦਾ, ਪਰ ਮੈਨੂੰ ਲੱਗਦਾ ਤੁਸੀਂ ਇੱਕ ਗੱਲ ਨੋਟ ਕਰੋ, ਕਾਂਗਰਸ ਪਾਰਟੀ ਵਾਲੇ ਜ਼ਰੂਰ ਮੇਰਾ ਖਿਆਲ ਇਸ ਚੀਜ਼ ਨੂੰ ਦੇਖਣ, ਖਾਸ ਕਰਕੇ ਹੁਣ ਰਾਹੁਲ ਗਾਂਧੀ ਸਾਹਿਬ ਨੇ ਪੂਰੇ ਦੇਸ਼ ਦੀ ਯਾਤਰਾ ਕੀਤੀ ਹੈ, ਉਹਦੇ ਤੋਂ ਬਾਅਦ ਤੇ ਮੇਰਾ ਖਿਆਲ ਉਹਨਾਂ ਨੂੰ ਕਈ ਗੱਲਾਂ ਦੀ ਉੱਥੋਂ ਸਮਝ ਆ ਗਈ ਹੋਣੀ ਆਮ ਵਰਕਰਾਂ ਨਾਲ ਮਿਲ ਕੇ। ਪਹਿਲਾਂ ਤੇ ਉੱਪਰਲੇ ਲੀਡਰਾਂ 'ਚ ਹੀ ਰਹਿੰਦੇ ਸੀ, ਉਹ ਆਮ ਵਰਕਰਾਂ ਨਾਲ ਮਿਲਣ ਤੋਂ ਬਾਅਦ ਇਹ ਜ਼ਰੂਰ ਸਮਝਣ ਵੀ ਜਿਹੜੀ ਪਾਰਟੀ ਦੇ ਨਾਲ ਇਸ ਵਕਤ ਉਹਨਾਂ ਦਾ ਟੱਕਰਾ ਬੀਜੇਪੀ ਦੇ ਨਾਲ, ਉਸ ਪਾਰਟੀ ਦਾ ਡਿਸਪਲਿਨ, ਅਨੁਸ਼ਾਸਨ ਜਾਂ ਉਹਨਾਂ ਦੇ ਅੰਦਰ ਦੀ ਪਕੜ ਜਾਂ ਆਪਣੇ ਜਿਹੜੇ ਵੀ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਨੇ ਉਹਨਾਂ ਦੀ ਡਿਊਟੀ ਲਾਉਣ ਦੀ ਜਿਹੜੀ ਸਮਰੱਥਾ ਉਹ ਕਾਂਗਰਸ ਪਾਰਟੀ ਤੋਂ ਕਿੰਨੀ ਮਜ਼ਬੂਤ ਹੈ। ਕਿਉਂਕਿ ਇਹੀ ਕੈਪਟਨ ਸਾਹਿਬ ਜਦੋਂ ਪਹਿਲਾਂ ਕਾਂਗਰਸ 'ਚ ਹੁੰਦੇ ਸੀ, ਤੁਸੀਂ ਕਦੀ ਸੁਣਿਆ ਹੋਵੇ ਕੈਪਟਨ ਸਾਹਿਬ ਦੇ ਮੂੰਹੋਂ ਵੀ ਹਾਂ ਜਿੱਦਾਂ ਹਾਈ ਕਮਾਂਡ ਕਹੇਗੀ ਜੀ ਉਸ ਤਰ੍ਹਾਂ ਕਰ ਲਵਾਂਗੇ, ਜਿਸ ਤਰ੍ਹਾਂ ਉੱਪਰੋਂ ਹੁਕਮ ਆਏਗਾ ਆਪਾਂ ਉਸੇ ਤਰ੍ਹਾਂ ਕਰ ਲਾਂਗੇ। ਮੋਸਟਲੀ ਆਪਾਂ ਇਹੋ ਸੁਣਦੇ ਹੁੰਦੇ ਸੀ ਵੀ ਇੱਥੇ ਪੰਜਾਬ ਦੇ ਜਿਹੜੇ ਵੱਡੇ ਲੀਡਰ ਸਾਹਿਬਾਨ ਸੀ, ਖਾਸ ਕਰਕੇ ਉਸ ਵਕਤ ਕਾਂਗਰਸ ਪਾਰਟੀ ਦੇ ਜਾਂ ਹੁਣ ਵੀ, ਉਹ ਕਹਿੰਦੇ ਸੀ ਵੀ ਅਸੀਂ ਇਸ ਤਰ੍ਹਾਂ ਕਰਨਾ, ਜੇ ਤੇ ਹਾਈ ਕਮਾਂਡ ਨੂੰ ਮਨਜ਼ੂਰ ਹੈ ਤੇ ਠੀਕ ਹੈ ਤੇ ਕਰ ਲਵਾਂਗੇ, ਜੇ ਹਾਈ ਕਮਾਂਡ ਨੂੰ ਮਨਜ਼ੂਰ ਨਹੀਂ ਤੇ ਫਿਰ ਅਸੀਂ ਦੇਖਾਂਗੇ ਅਸੀਂ ਕੀ ਕਰਨਾ। ਹੁਣ ਤੁਸੀਂ ਦੇਖੋ ਵੀ ਕਾਂਗਰਸ 'ਚ ਰਹਿੰਦਿਆਂ ਉਹਨਾਂ ਕੋਲ ਇੰਨਾ ਟੌਰ ਟੱਪਾ ਸੀਗਾ ਕਿ ਵੀ ਅਸੀਂ ਦੇਖਾਂਗੇ ਕੀ ਕਰਨਾ, ਤੇ ਬੀਜੇਪੀ 'ਚ ਜਾਂਦਿਆਂ ਸਾਰੇ ਕੈਪਟਨ ਸਾਹਿਬ ਇਹ ਕਹਿੰਦੇ ਨੇ ਵੀ ਜਿੱਦਾਂ ਫਿਰ ਪ੍ਰਧਾਨ ਮੰਤਰੀ ਸਾਹਿਬ ਕਹਿਣਗੇ ਉੱਦਾਂ ਕਰ ਲਾਂਗੇ। ਹੁਣ ਮੈਨੂੰ ਲੱਗਦਾ ਸਭ ਤੋਂ ਵੱਡਾ ਤੇ ਡਿਫਰੈਂਸ ਇਹ ਹੈ ਵੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਮਜ਼ਬੂਤੀ ਤੇ ਬੀਜੇਪੀ ਦੀ ਹਾਈ ਕਮਾਂਡ ਦੀ ਮਜ਼ਬੂਤੀ 'ਚ ਕਿੰਨਾ ਫਰਕ ਹੈ। ਸੰਧਾਲੀਆ ਸਾਹਿਬ ਦੇਖੋ, ਮੈਂ ਤਾਂ ਕਹਿਣਾ ਕਿ ਸਾਰੇ ਜਣੇ ਜਿਹੜੀ ਵੀ ਪਾਰਟੀ 'ਚ ਹੈਗੇ ਆ, ਤੁਸੀਂ ਚੰਗੀ ਤਰ੍ਹਾਂ ਰਹੋ, ਲੋਕਾਂ ਦੇ ਲਈ ਕੰਮ ਕਰੋ, ਪਾਰਟੀ ਦੇ ਅਨੁਸ਼ਾਸਨ 'ਚ ਵੀ ਰਹੋ।
ਪਰ ਕੈਪਟਨ ਸਾਹਿਬ ਨੇ, ਚਾਹੇ ਕੋਈ ਵੀ ਬੰਦਾ ਹੈ, ਉਹ ਇੱਕ ਚੀਜ਼ ਸਮਝੇ ਕਿ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਚਲੇ ਗਏ ਹੋ, ਚਾਹੇ ਬਲਵੀਰ ਸਿੰਘ ਸਿੱਧੂ ਸਾਹਿਬ ਨੇ, ਕਾਂਗੜ ਸਾਹਿਬ ਨੇ, ਰਾਣਾ ਸੋਢੀ ਸਾਹਿਬ ਨੇ, ਡਾਕਟਰ ਵੇਰਕਾ ਸਾਹਿਬ ਨੇ, ਸੁੰਦਰ ਸ਼ਾਮ ਅਰੋੜਾ ਸਾਹਿਬ ਨੇ, ਕਿੰਨੇ ਸਾਹਿਬ ਹੋਰ, ਮਨਪ੍ਰੀਤ ਬਾਦਲ ਸਾਹਿਬ ਰਹਿ ਚੱਲੇ ਸੀ ਗੱਲ, ਉੱਥੇ ਦੁਬਾਰਾ ਕੋਈ ਚੀਂ ਨਹੀਂ ਕਰਦਾ। ਤੁਹਾਡੀ ਗੱਲ ਦਾ ਕੋਈ ਜਵਾਬ ਦਿੰਦਾ ਕਿ ਨਹੀਂ ਦਿੰਦਾ, ਤੁਹਾਨੂੰ ਕੋਈ ਮੀਟਿੰਗ 'ਚ ਸੱਦਦਾ ਕਿ ਨਹੀਂ ਸੱਦਦਾ, ਤੁਹਾਨੂੰ ਅਹੁਦੇ ਤੇ ਬਿਠਾਤਾ ਜਾਂਦਾ ਕਿ ਲਾਤਾ ਜਾਂਦਾ, ਉੱਥੇ ਦੂਸਰਾ ਸਵਾਲ ਨਹੀਂ ਹੈ। ਬੜੀਆਂ ਉਦਾਹਰਨਾਂ ਨੇ, ਗੁਜਰਾਤ ਹੀ ਲੈ ਲਓ, ਵਿਧਾਨ ਸਭਾ ਦੀਆਂ ਚੋਣਾਂ ਤੋਂ 14 ਮਹੀਨੇ ਪਹਿਲਾਂ ਮੁੱਖ ਮੰਤਰੀ ਸਮੇਤ ਸਾਰੀ ਕੈਬਨਿਟ ਬਦਲਤੀ, ਕੋਈ ਬੋਲਿਆ ਨਾ। ਫਿਰ ਜਦੋਂ ਟਿਕਟਾਂ ਦੇਣੀਆਂ ਸੀ 60% ਪੁਰਾਣੇ ਬੰਦਿਆਂ ਨੂੰ ਟਿਕਟ ਹੀ ਨਾ ਦਿੱਤੀ, ਚਾਹੇ ਐਮਐਲਏ ਸੀ, ਚਾਹੇ ਕੈਬਨਿਟ ਮੰਤਰੀ, ਚਾਹੇ ਕੁਛ ਹੋਰ, ਕੋਈ ਬੋਲਿਆ ਨਾ। ਉੱਥੇ ਬੋਲਣ ਦਾ ਰਿਵਾਜ ਨਹੀਂ ਹੈ ਕਿ ਭਾਈ ਆਪਾਂ ਕਹੀਏ ਕਿ ਮੇਰਾ ਹੀ ਟਿਕਟ ਤੇ ਹੱਕ ਬਣਦਾ। ਇਸ ਕਰਕੇ ਠੀਕ ਹੈ ਭਾਈ, ਤੁਸੀਂ ਚਲੇ ਗਏ, ਤੁਹਾਨੂੰ ਸ਼ੁਭ ਸ਼ਾਮਾਂ ਨਵੀਂ ਪਾਰਟੀ ਦੀਆਂ, ਪਰ ਉੱਥੇ ਕੰਮ ਕਰਨ ਦਾ ਤਰੀਕਾ ਤੇ ਸਬਰ ਰੱਖਣ ਦਾ ਤਰੀਕਾ ਦੋਨੇ ਵੱਖਰੇ ਨੇ। ਨਹੀਂ, ਇੱਕ ਗੱਲ ਤੇ ਇਹਦੇ 'ਚ ਇਹ ਵੀ ਨੋਟ ਕਰਨ ਵਾਲੀ ਆ ਵਾਟ ਸਾਹਿਬ ਕਿ ਵੀ ਜੇ ਕੈਪਟਨ ਸਾਹਿਬ ਨੂੰ ਜੇ ਚਰਚਾ ਚੱਲਦੀ ਵੀ ਮਹਾਰਾਸ਼ਟਰ ਭੇਜ ਦੇਣਾ, ਐਂਡ ਕੈਪਟਨ ਸਾਹਿਬ ਨੇ ਹੁਣ ਜਿੱਦਾਂ ਆਪਣੀ ਇੱਕ ਤਰ੍ਹਾਂ ਨਾਲ ਸਹਿਮਤੀ ਵੀ ਦੇ ਦਿੱਤੀ ਵੀ ਠੀਕ ਹੈ ਵੀ ਜੇ ਭੇਜ ਦੇਣ ਤੇ ਮੈਂ ਚਲੇ ਵੀ ਜਾਊਂਗਾ। ਮੈਨੂੰ ਲੱਗਦਾ ਕਿਤੇ ਇਹਦੇ ਵਿੱਚ ਪਿਛਲੇ ਦਿਨਾਂ ਜਿਹੜੀ ਚੱਲਦੀ ਇੱਕ ਚਰਚਾ ਸੀ ਪੰਜਾਬ ਵਾਲੇ ਪਾਸੇ, ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਵੀ ਉਹ ਬੜੀ ਨਾਰਾਜ਼ ਹੈ, ਖਾਸ ਕਰਕੇ ਬੀਜੇਪੀ ਦੀ ਪੁਰਾਣੀ ਲੀਡਰਸ਼ਿਪ ਵੀ ਯਾਰ ਆਹ ਤੁਸੀਂ ਚੰਗਾ ਕੰਮ ਕਰ ਲਿਆ ਵੀ ਉੱਥੋਂ ਬੰਦਾ ਲਿਆਉਂਦੇ ਹੋ, ਚੱਕ ਕੇ ਲਿਆਣ ਕੇ ਤੁਸੀਂ ਸਾਡੇ ਸਿਰ ਤੇ ਬਿਠਾ ਦਿੰਦੇ ਹੋ। ਤੇ ਹੁਣ ਹੋ ਸਕਦਾ ਵੀ ਉਸ ਨਾਰਾਜ਼ਗੀ ਤੋਂ ਬਾਅਦ ਉਹਨਾਂ ਨੇ ਆਖਿਆ ਵੀ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਬੰਦੇ ਨਾਲ ਜੋੜੇ ਨੇ, प्रचार करने के लिए पंजाब च जरूर आउणगे, अदरवाइज पंजाब से बाहर बहुत जगह है जहाँ पर इनको फिट किया जा सकता है। किते इदां तो नहीं नहीं बिल्कुल हो सकता जी, यानी 100% इस गल की संभावना हैगी है। बाकी चलो संधालिया साहब पटियाले नाल रिलेटेड एक गल नहीं जी कर ली हो, क्योंकि पटियाले तो एक होर फैमिली है जो कांग्रेस पार्टी च ही है, वो सिद्धू फैमिली तो सिद्धू साहब क्योंकि अंदर ने अजे हुण चर्चा चलती भी शायद अप्रैल तक किते वो बाहर आउणगे, क्योंकि उदों तक शायद उन्होंने सज़ा दा हिसाब किताब होना। पर तुसीं देखो भी वो जिहड़ी कैबिनेट मीटिंग होनी सीगी उहदे विच उन्हां दी फाइल ते तां कोई गलबात नहीं हुई, बाकियां दी जिहड़ी मेरा ख्याल सिफारिश सिफुरिश आई सी उहदे ते जरूर पंजाब सरकार ने डिसीजन लिया। हुण तुसीं देखो भी सिद्धू साहब दी अपनी पार्टी दे विचों किसी दा कोई ट्वीट जवाब होर कुछ आया कि नहीं आया। इत्थों पंजाब दी गल करदा, और शत्रुघ्न सिन्हा साहब ने जरूर ट्वीट कीते ने दो उन्हां दे हक च भी महाराज जे पैनल ने सिफारिश कर दित्ती सी, फिर साडे जिहड़े चहेते लीडर ने सिद्धू साहब उन्हां दे बारे च क्यों नहीं सोचा गया, नौजवानों नूं सेध दिंदे ने उन्हां नूं बाहर कढिया जाना चाहीदा सीगा, उन्हां दी आज़ादी होनी चाहीदी सी। हुण तुसीं देखो भी सिद्धू साहब दी रिहाई बारे शत्रुघ्न सिन्हा साहब ट्वीट करदे ने, पर पंजाब दे विचों लीडर नहीं कोई गल कर रहे। इत्थों दे मेरे ख्याल नाल कांग्रेस पार्टी किन्नी क जोड़ के गए ने राहुल गांधी साहब, पता लगदा ही है। नहीं ये देखो बड़ी मोटी जी गल है, किन्ने क बंदे अखां विछा के बैठे है, क्योंकि इत्थे एक बंदा फड़ के लै जाती है, विजिलेंस उत्तों पुछगिछ करती है, उही कांग्रेसी बाहर धरना लग बह जाते हैं, पूरी ग्रुप का ग्रुप पूरा जोड़ वड्डे लीडर बारी बारी आउंदे आ। इधरले पासे हुण कोई बंदा गल भी नहीं करता कि उन्होंने आउण देना। ये भी सारिਆਂ ਨੂੰ पता है कि भाई हुण ना आओ 2 महीने आजू, सज़ा तो पूरी हो ही चली है, सज़ा रहिंदी किन्नी है कि 2-3 महीने तो सज़ा सारी। पर कांग्रेस पार्टी के अंदर सब कुछ अच्छा नहीं। जे सिद्धू साहब आके कांग्रेस पार्टी के विच ही दुबारा सरगर्म हुंदे आ, जिद्दां दी आस है, जिस तरीके उन्होंने चिट्ठियां सद्दा पत्र गए सी, वो सारी चीज़ के मद्देनज़र लगदा कि पटाका एक बारी फिर जिहड़ा वो पऊगा जरूर। इहदे विच किसे नूं किसे तरह की जिहड़ी वो कोई दो राय जिहड़ा वो होना नहीं चाहिए। दूसरा संधालिया साहब केजरीवाल साहब नूं एक राहत मिली है। तुहानूं याद होना कि एक बारी बठिंडे दे विच वपारियां दी मीटिंग सी, तो वपारियां ने कहना हुंदा जी सानूं काम करन दित्ता जावे, सानूं इंस्पैक्टरी राज तो छुटकारा दिवाया जावे, जिहड़े महीना ਜਾਂ हफ्ता बन के पैसे लैके जाते हैं वो बंद कराए जाण। तो उदों केजरीवाल साहब कह गया सी, कहते मुझे सब पता है, मैं जानता हूँ कि यहाँ पर जो जो टैक्स लगते हैं, जो लोगों से अवैध वसूली की जाती है, जो लोगों से पैसे लिए जाते हैं, इसीलिए कोई कारोबारी पंजाब में काम करने नहीं आता। उन्होंने खास तौर के उत्ते जो टैक्स का जिक्र किया सी, वो कहते सी जे साडी सरकार आ गई असीं बंद करा देंगे। पहली गल कि हुण केजरीवाल साहब की पार्टी की सरकार है, जे बंद हो गया तो बहुत वधिया, नहीं बंद होया तो बंद कराओ। 2 नंबर च वसूली। दूसरा फिर उन्होंने जो कहता सी, वो कहते जी वो तो काम बंद होगा, लोगों को लुट्टण का काम है। उदों ही मनप्रीत सिंह बादल साहब के रिश्तेदार ने जयजीत सिंह जौल, जिहड़े कि उन्होंने हलके का काम देखते बठिंडे शहर का, हुण जो उन्होंने कहा जाता है, उन्होंने उस वेले ऐलान करता सी, शाम तक ही प्रेस कॉन्फ्रेंस करके कहते जी मानहानि का दावा करूंगा, केस करूंगा, मेरा करैक्टर असैसीनेशन करने की इन्होंने कोशिश की है, मेरी मानहानि की है इन्होंने। ठीक है,
ਉਹਨਾਂ ਨੇ ਜਾ ਕੇ ਵਕੀਲ ਸਾਹਿਬ ਕੀਤੇ, ਵਕੀਲ ਸਾਹਿਬ ਨੇ ਫਾਈਲ ਤਿਆਰ ਕੀਤੀ ਕਿ ਇੱਦਾਂ ਇੱਦਾਂ ਇੱਕ ਬੰਦਾ ਇੱਥੇ ਆਇਆ ਸੀ ਦਿੱਲੀ ਦਾ ਮੁੱਖ ਮੰਤਰੀ, ਆਹ ਕੁਝ ਆਖ ਕੇ ਗਿਆ, ਗਲਤ ਆਖ ਕੇ ਗਿਆ, ਮਾਣਹਾਨੀ ਹੋਈ ਹੈ। ਚਲੋ ਹੁਣ ਉਹ ਹੋ ਗਈ ਸਾਰੀ ਗੱਲ, ਅਦਾਲਤ ਦੇ ਵਿੱਚ ਕੇਸ ਚੱਲ ਪਿਆ, ਕੇਜਰੀਵਾਲ ਸਾਹਿਬ ਦੇ ਵਕੀਲ ਸ਼ਾਮਲ ਹੋਣ ਲੱਗ ਪਏ। ਹੁਣ ਅੱਜ ਉਹ ਮਾਣਹਾਨੀ ਦਾ ਕੇਸ ਹੀ ਖਾਰਜ ਕਰ ਦਿੱਤਾ ਕੋਰਟ ਨੇ ਕਿ ਭਾਈ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਕੇਸ ਬਣਦਾ ਹੀ ਨਹੀਂ। ਜੋ ਕੁਝ ਉਹਨਾਂ ਨੇ ਕਿਹਾ, ਜਿੱਦਾਂ ਉਹਨਾਂ ਨੇ ਕਿਹਾ, ਉਹ ਗੱਲ ਇਦਾਂ ਦੀ ਹੈ ਹੀ ਨਹੀਂ ਕਿ ਕਿਸੇ ਵੀ ਤਰ੍ਹਾਂ ਕਿਸੇ ਨੂੰ ਨੁਕਸਾਨ ਹੋਵੇ, ਕੋਈ ਕੁਛ ਹੋਵੇ। ਉਹਨਾਂ ਨੇ ਹੁਣ ਕੈਂਸਲ ਕਰ ਦਿੱਤਾ। ਉੱਪਰਲੀ ਅਦਾਲਤ 'ਚ ਜਾਂਦੇ ਆ ਕਿ ਨਹੀਂ ਜਾਂਦੇ? ਪਰ ਸੰਧਾਲੀਆ ਸਾਹਿਬ ਸਵਾਲ ਤਾਂ ਉੱਥੇ ਹੀ ਆ ਨਾ ਕਿ ਕੀ ਸੱਚੀ ਤੇ ਮੁੱਚੀ ਉਹ ਜੋ ਟੈਕਸ ਲੱਗਦਾ ਸੀ, ਕਿ ਸੱਚੀ ਮੁੱਚੀ ਬਠਿੰਡਾ ਰਿਫਾਈਨਰੀ ਦੇ ਵਿੱਚੋਂ ਜਿਹੜਾ ਵੀ ਟਰੱਕ ਨਿਕਲਦਾ ਸੀ, ਜਿਹੜਾ ਵੀ ਟਰੱਕ ਸਮਾਨ ਲੈ ਕੇ ਉੱਥੇ ਵੜਦਾ ਸੀ, ਕਿ ਉਹ ਤੋਂ ਮੋਟੀਆਂ ਰਕਮਾਂ ਬਾਹਰ ਟੈਂਟ ਲਾ ਕੇ ਵਸੂਲ ਕੀਤੀਆਂ ਜਾਂਦੀਆਂ ਸੀ? ਸਵਾਲ ਤਾਂ ਖੜੇ ਆ ਨਾ। ਨਹੀਂ ਸਵਾਲ ਖੜੇ ਆ। ਤੇ ਮੇਰਾ ਖਿਆਲ ਪਿਛਲੇ ਦਿਨੀ ਖਬਰਾਂ 'ਚੋਂ ਖਬਰ ਇੱਕ ਇਹ ਵੀ ਆਈ ਸੀਗੀ ਨਾ ਕਿ ਵਿਜੀਲੈਂਸ ਵਿਭਾਗ ਜਿਹੜਾ ਜੀ ਉਹਨੇ ਹੁਣ ਹੌਲੀ ਹੌਲੀ ਉਸ ਘਟਨਾ ਦੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਅਲੱਗ-ਅਲੱਗ ਕੰਪਨੀਆਂ ਤੋਂ, ਅਲੱਗ-ਅਲੱਗ ਟਰਾਂਸਪੋਰਟਰਾਂ ਤੋਂ, ਜਾਂ ਜਿਹੜੇ ਬੰਦੇ ਵੀ ਉਦੋਂ ਪੀੜਤ ਸੀਗੇ, ਜਿਨ੍ਹਾਂ ਦੀ ਇਹ ਸ਼ਿਕਾਇਤ ਸੀਗੀ ਵੀ ਮਹਾਰਾਜ ਇਸ ਤਰ੍ਹਾਂ ਦੀ ਕਰਕੇ ਕੁਝ ਕੰਮ ਚੱਲਦਾ ਜਿਹਦਾ ਕਰਕੇ ਸਾਡੇ ਲਈ ਇਹ ਜਾਂ ਤਾਂ ਟਰਾਂਸਪੋਰਟੇਸ਼ਨ ਦਾ ਧੰਦਾ ਕਰਨਾ ਜਾਂ ਜੇ ਅੰਦਰ ਕੋਈ ਠੇਕੇ ਲਏ ਨੇ ਰਿਫਾਈਨਰੀ ਦੇ ਉਹ ਕੰਮ ਕਰਨੇ ਵੀ ਸਾਡੇ ਲਈ ਥੋੜ੍ਹੇ ਜਿਹੇ ਔਖੇ ਨੇ ਮਹਾਰਾਜ, ਅਸੀਂ ਇਹ ਕੰਮ ਨਹੀਂ ਕਰ ਸਕਦੇ। ਹੁਣ ਉਹ ਜਿਹੜੀ ਜਾਂਚ ਆ ਉਹ ਚੱਲਦੀ ਪਈ ਹੈ। ਜੇ ਉਸ ਜਾਂਚ ਦੇ ਵਿੱਚੋਂ ਵੀ ਕੁਝ ਨਿਕਲੂਗਾ ਤੇ ਮੇਰਾ ਖਿਆਲ ਆਉਣ ਵਾਲੇ ਦਿਨਾਂ 'ਚ ਉਹ ਵੀ ਪਤਾ ਲੱਗ ਜਾਣਾ। ਪਰ ਇੱਕ ਗੱਲ ਤਾਂ ਹੈਗੀ ਆ, ਤੁਸੀਂ ਦੇਖੋ ਵੀ ਕਦੀ ਉਹ ਵੀ ਸਮਾਂ ਸੀਗਾ ਜਦੋਂ ਕੇਜਰੀਵਾਲ ਸਾਹਿਬ ਅਜੇ ਸਿਆਸਤ 'ਚ ਨਵੇਂ ਆਏ ਸੀ, ਬੜਿਆਂ ਥਾਵਾਂ ਦੇ ਉੱਪਰ ਮਾਣਹਾਨੀ ਦੇ ਕੇਸ, ਹੋਰ ਕਈ ਕੇਸ ਹੋਏ ਸੀ। ਮੈਂ 32-33 ਕੇਸ ਉਦੋਂ ਕਹਿੰਦੇ ਹੁੰਦੇ ਚੱਲਦੇ ਪੂਰੇ ਦੇਸ਼ 'ਚ। ਫਿਰ ਕਈਆਂ ਥਾਵਾਂ ਦੇ ਉੱਪਰ ਉਹਨਾਂ ਨੇ ਕਈ ਲੀਡਰਾਂ ਕੋਲੋਂ ਮਾਫੀਆਂ ਵੀ ਮੰਗ ਲਈਆਂ ਸੀਗੀਆਂ, ਤੇ ਪੰਜਾਬ ਦੇ ਵਿੱਚ ਵੀ ਇੱਕ ਮਾਫੀ ਦਾ ਬੜਾ ਚਰਚਾ ਸੀਗਾ ਵੀ ਲੈ ਵੀ ਉਹਦੇ ਮਾਫੀ ਮੰਗਿਆ ਬੰਦਾ। ਪਰ ਹੁਣ ਤੁਸੀਂ ਦੇਖੋ ਵੀ ਹੌਲੀ ਹੌਲੀ ਹੁਣ ਨੈਸ਼ਨਲ ਪਾਰਟੀ ਬਣ ਗਈ ਹੈ, ਉਹਨਾਂ ਦੇ ਆਪਣੇ ਲੀਡਰ ਸਾਹਿਬਾਨ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਸ਼ਾਮਲ ਕਰਾਉਂਦੇ ਨੇ। ਤੇ ਫਿਰ ਹੁਣ ਇਸ ਕੱਦ ਦਾ ਨੇਤਾ ਜਦੋਂ ਹੋਵੇ ਤੇ ਫਿਰ ਹੌਲੀ ਹੌਲੀ ਪਹੁੰਚ ਵੀ ਹੋਵੇ ਤੇ ਫਿਰ ਕਈਆਂ ਚੀਜ਼ਾਂ ਦਾ ਫਰਕ ਪੈ ਜਾਂਦਾ। ਵਾਟ ਸਾਹਿਬ ਸਮੇਂ ਦੀਆਂ ਬਾਤਾਂ ਨੇ, ਕਿਤੇ ਐਵੇਂ ਗੱਲ ਥੋੜਾ ਵਿਰਜੇ। ਨਹੀਂ, ਗੱਲ ਤੁਹਾਡੀ ਠੀਕ ਹੈ। ਤੇ ਕੇਜਰੀਵਾਲ ਸਾਹਿਬ ਗਰੰਟੀਆਂ ਦੇ ਕੇ ਗਏ ਸੀ ਸੰਧਾਲੀਆ ਸਾਹਿਬ ਕਈ, ਜਦੋਂ ਪੰਜਾਬ ਦੀ ਵਿਧਾਨ ਸਭਾ ਚੋਣ ਸੀ। ਉਹ ਗਰੰਟੀਆਂ ਦੇ ਸਿਰ ਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ, ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਮਹੀਨੇ ਹੋ ਗਏ 10 ਤੇ 10 ਮਹੀਨਿਆਂ ਦੇ ਵਿੱਚ ਪਹਿਲੀ ਵਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਟੈਕਸ ਲਾਇਆ। ਨਹੀਂ ਤਾਂ ਟੈਕਸ ਨਹੀਂ ਸੀ ਲਾਇਆ। ਬਜਟ ਵੀ ਪੇਸ਼ ਕੀਤੇ, ਸਭ ਕੁਝ ਹੋਇਆ। ਆਰਥਿਕ ਤੌਰ ਦੇ ਉੱਤੇ ਤੰਗੀ 'ਚ ਵੀ ਸੀ ਪੰਜਾਬ। ਹੁਣ 90 ਪੈਸੇ ਪੈਟਰੋਲ ਤੇ ਡੀਜ਼ਲ ਪ੍ਰਤੀ ਲੀਟਰ, ਹੁਣ 90 ਪੈਸੇ ਤੁਹਾਨੂੰ ਵੱਧ ਦੇਣੇ ਪੈਣਗੇ, ਉਹ ਪੰਜਾਬ ਸਰਕਾਰ ਦੇ ਖਾਤੇ 'ਚ ਜਾਣਗੇ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਪੈਸਿਆਂ ਦੀ ਵਧੀਆ ਤਰੀਕੇ ਦੇ ਨਾਲ ਵਰਤੋਂ ਕਰਾਂਗੇ ਸਿਹਤ ਤੇ ਸਿੱਖਿਆ ਦੇ ਲਈ। ਅਮਨ ਅਰੋੜਾ ਸਾਹਿਬ ਨੂੰ ਪੁੱਛਿਆ ਗਿਆ, ਮੰਤਰੀ ਨੇ, ਕੈਬਨਿਟ ਮੰਤਰੀ ਨੇ, ਉਹ ਕਹਿੰਦੇ ਜੀ ਦੇਖੋ ਜ਼ਰੂਰੀ ਹੁੰਦਾ ਹੈ, ਕੰਮ ਬਹੁਤ ਸਾਰੇ ਕਰਨ ਵਾਲੇ ਆ, ਥੋੜਾ ਯੋਗਦਾਨ ਸਾਰਿਆਂ ਨੂੰ ਪਾਉਣਾ ਚਾਹੀਦਾ, ਕੰਮ ਫੇਰ ਹੀ ਨੇਪਰੇ ਚੜ੍ਹਦਾ। ਹੁਣ ਸੰਧਾਲੀਆ ਸਾਹਿਬ, ਇੱਕ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਟੈਕਸ ਉਹਨਾਂ ਨੇ ਪੰਜਾਬ ਦੇ ਲੋਕਾਂ ਤੇ ਲਾਇਆ, ਰਿਐਕਸ਼ਨ ਨਹੀਂ ਹੋਇਆ ਕੋਈ ਬਹੁਤਾ, ਲੋਕਾਂ ਨੇ ਲਾਤਾ। ਦੂਸਰਾ, ਜਿਹੜੇ ਇਲੈਕਟ੍ਰਿਕ ਵਹੀਕਲ ਨੇ, ਉਹ ਇਲੈਕਟ੍ਰਿਕ ਵਹੀਕਲ ਜਾਨੀ ਕਿ ਬਿਜਲੀ ਦੇ ਨਾਲ ਚੱਲਣ ਵਾਲੇ ਚਾਰਜਿੰਗ ਵਾਲੇ ਜਿਹੜੇ ਵਹੀਕਲ ਨੇ, ਉਹਨਾਂ ਦੀ ਖਰੀਦ ਦੇ ਉੱਤੇ ਛੋਟ ਦਿੱਤੀ ਗਈ ਹੈ। ਤੇ ਸਭ ਤੋਂ ਇੰਪੋਰਟੈਂਟ ਗੱਲ ਸੰਧਾਲੀਆ ਸਾਹਿਬ, ਉਹ ਰੇਤਾ ਦੀ ਸੀ। ਆਪਾਂ ਰੋਜ਼ ਗੱਲ ਕਰਦੇ ਸੀ ਕਿ ਰੇਤਾ ਮਹਿੰਗੀ ਬਈ, ਰੇਤ ਮਾਫੀਆ ਬਈ, ਸਰਕਾਰ ਬਣਾਉਣ ਦਾ ਲੋਕਾਂ ਨੂੰ ਲਾਹਾ ਕੀ, 92 MLA ਜਿਤਾਉਣ ਦਾ ਲੋਕਾਂ ਨੂੰ ਲਾਭ ਕੀ, ਪ੍ਰੋਫਿਟ ਕੀ, ਜੇ ਰੇਤਾ ਸਸਤੀ ਨਹੀਂ ਹੋਣੀ। ਤੇ ਸੰਧਾਲੀਆ ਸਾਹਿਬ, ਜਿਹੜਾ ਹੁਣ ਐਲਾਨ ਕੀਤਾ ਗਿਆ ਪੰਜਾਬ ਕੈਬਨਿਟ ਦੀ ਬੈਠਕ 'ਚ, ਸਿੱਧੂ ਸਾਹਿਬ ਦੀ ਫਾਈਲ ਨਹੀਂ ਦੇਖੀ ਗਈ, ਪਰ ਸਿੱਧੂ ਸਾਹਿਬ ਰੇਤਾ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਇਸ ਤਰੀਕੇ ਦੇ ਨਾਲ ਰੇਤਾ ਵੇਚੀ ਜਾ ਸਕਦੀ ਹੈ। ਉਸ ਰੇਤਾ ਦੇ ਬਾਬਤ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ ਇੰਨੀਆਂ ਕੁ ਸਾਈਟਾਂ, ਜਾਨੀ ਕਿ ਥਾਵਾਂ ਜਿਹੜੀਆਂ ਸਰਕਾਰੀ ਤੌਰ ਤੇ ਰੇਤਾ ਜਿੱਥੋਂ ਨਿਕਲਦੀ ਹੈ, ਉਹ ਕਹਿੰਦੇ ਜੀ ਕੋਈ ਵੀ ਬੰਦਾ ਆਪਣੇ ਘਰੇਲੂ ਵਰਤੋਂ ਦੇ ਲਈ, ਤੁਸੀਂ ਗੱਡਾ ਲੈ ਜਾਓ, ਤੁਸੀਂ ਟਰੈਕਟਰ ਟਰਾਲੀ ਲੈ ਜਾਓ, ਤੁਸੀਂ ਮੰਗਵਾ ਟਰੈਕਟਰ ਟਰਾਲੀ ਲੈ ਜਾਓ, ਘਰੇਲੂ ਵਰਤੋਂ ਦੇ ਲਈ ਖੱਡਾਂ ਦੀ ਥਾਂ ਦੱਸ ਦਿੱਤੀ ਗਈ ਆ। ਕਹਿੰਦੇ ਜੀ ਉੱਥੇ ਜਾਓ, 5.5 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਦੇ ਨਾਲ ਰੇਤਾ ਉੱਥੋਂ ਭਰ ਕੇ ਲੈ ਆਓ, ਕਿ ਟਰਾਂਸਪੋਰਟ ਤੁਹਾਡੀ, ਤੁਸੀਂ ਉੱਥੇ ਜਾਣਾ, ਉੱਥੇ ਜਾ ਕੇ ਟਰਾਲੀ ਦੇ ਵਿੱਚ ਰੇਤਾ ਭਰ ਕੇ ਤੇ ਲੈ ਕੇ ਆ ਜਾਣਾ, ਤੇ ਉਹਦਾ ਭਾਅ 5.5 ਰੁਪਏ ਪ੍ਰਤੀ ਘਣ ਫੁੱਟ ਹੀ ਹੋਏਗਾ। 17 ਸਾਈਟਾਂ ਮੇਰਾ ਖਿਆਲ ਹੋ ਜਾਣੀਆਂ, ਵੱਧ ਜਾਣੀਆਂ ਮੁੜ ਕੇ ਹੌਲੀ ਹੌਲੀ। ਹੁਣ ਸੰਧਾਲੀਆ ਸਾਹਿਬ, ਬਹੁਤ ਵਧੀਆ, ਕੋਈ ਬੰਦਾ ਟਰੈਕਟਰ ਮੰਗ ਕੇ ਲੈ ਜਾ, ਕੋਈ ਟਰਾਲੀ ਮੰਗ ਕੇ ਲੈ ਜਾ, 4 ਬੰਦੇ ਇਕੱਠੇ ਹੋ ਕੇ ਆ ਜਾਣ, ਕਿਉਂਕਿ ਟਿੱਪਰ ਨਹੀਂ ਉੱਥੇ ਚੱਲਣਾ, ਉਹ ਕਮਰਸ਼ੀਅਲ ਦੇ ਵਿੱਚ ਆ ਜਾਂਦਾ ਕਿ ਤੁਸੀਂ ਘਰੇਲੂ ਵਰਤੋਂ ਦੇ ਲਈ ਖੁਦ ਖੱਡ ਤੇ ਜਾ ਸਕਦੇ ਹੋ, ਉੱਥੋਂ ਜਾ ਕੇ ਇੰਨੇ ਭਾਅ ਦੇ ਹਿਸਾਬ ਦੇ ਨਾਲ ਰੇਤਾ ਭਰ ਕੇ ਲਿਆ ਸਕਦੇ ਆ। ਸੰਧਾਲੀਆ ਸਾਹਿਬ, ਪਹਿਲ ਕਦਮੀ ਚੰਗੀ ਹੈ, ਵਧੀਆ ਹੈ। ਕਿੰਨੀ ਕੁ ਕਾਮਯਾਬ ਹੋਏਗੀ ਇਹ ਭਵਿੱਖ ਨੇ ਦੱਸਣਾ, ਪਰ ਜੇ ਇਹਦੇ ਕਰਕੇ ਰੇਤੇ ਦੇ ਰੇਟ ਘਟਦੇ ਆ ਤਾਂ ਫਿਰ ਚੰਗਾ।
ਹਾਂ ਨਹੀਂ, ਇਹ ਤੇ ਗੱਲ ਹੈਗੀ ਹੈ। ਇਹਦੋਂ ਪਹਿਲਾਂ ਚਲੋ ਇਹ ਦੋਵਾਂ ਗੱਲਾਂ ਨੂੰ ਵਾਰੀ-ਵਾਰੀ ਥੋੜ੍ਹੀ ਗੱਲ ਕਰ ਲਈਏ। ਇੱਕ ਤੇ ਜਦੋਂ ਤੇਲ ਦੀ ਗੱਲ ਕੀਤੀ ਨਾ, ਵੀ ਤੇਲ ਦੇ ਉੱਪਰੋਂ 90 ਕੁ ਪੈਸਿਆਂ ਵਾਲਾ ਸੈਸ ਲੱਗਿਆ, ਉਹਦੇ ਤੇ ਹੁਣ ਵਿਰੋਧੀ ਪਾਰਟੀਆਂ ਨੇ ਵੀ ਰਿਐਕਸ਼ਨ ਦਿੱਤਾ। ਖਾਸ ਕਰਕੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਮੈਂ ਗੱਲ ਟਵੀਟ ਦੇ ਤੌਰ ਤੇ ਜਿਹੜੀ ਉਹਨਾਂ ਨੇ ਕੀਤੀ ਉਹ ਪੜ੍ਹ ਸੁਣ ਰਿਹਾ ਸੀ। ਉਹ ਕਹਿੰਦੇ ਦੇਖੋ ਆਹ ਲਓ, ਆਮ ਆਦਮੀ ਪਾਰਟੀ ਵਾਲਿਆਂ ਨੇ ਪਾਤਾ ਜੇ ਵਜ਼ਨ, ਤੇ ਇਹ ਹੁਣ ਜਦੋਂ ਅੱਗੇ ਮਹਿੰਗਾਈ ਨੇ ਲੱਕ ਤੋੜਿਆ ਪਿਆ, ਤੇ ਉੱਤੋਂ ਹੁਣ ਜਦੋਂ ਇਹੋ ਜਿਹੇ ਰੇਟ ਵਧਾਉਣਗੇ ਤੇ ਫਿਰ ਲੋਕਾਂ ਦਾ ਬਣੂਗਾ ਕੀ। ਹੁਣ ਦੇਖੋ, ਕੋਈ ਵੀ ਸਰਕਾਰ ਕੁਛ ਕੰਮ ਕਰਦੀ ਹੁੰਦੀ ਹੈ, ਉਹਦੇ ਤੇ ਵਿਰੋਧੀ ਪਾਰਟੀ ਜ਼ਰੂਰ ਰਿਐਕਸ਼ਨ ਦਿੰਦੀ ਹੁੰਦੀ ਹੈ, ਪਰ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਵੀ ਇਹ ਸ਼ਾਇਦ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਨੀਤੀ ਦਾ ਹਿੱਸਾ ਤਾਂ ਨਹੀਂ ਇਹ ਸਾਰਾ ਕੁਝ ਚੱਲਦਾ, ਕਿਉਂਕਿ ਜਦੋਂ ਆਪਾਂ ਗਲੋਬਲੀ ਵੀ ਦੇਖਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਸ਼ਾਇਦ 2030 2035 ਤੱਕ ਬਹੁਤ ਸਾਰਿਆਂ ਦੇਸ਼ਾਂ ਦੇ ਵਿੱਚ 100% ਈ ਵਹੀਕਲਸ ਚੱਲਣਗੇ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਵੀ 2030 ਜਿਹੜੀ ਉਹ ਡੈਡਲਾਈਨ ਹੈ, ਤੇ 23 ਚੜ੍ਹ ਗਿਆ, ਸਾਲ ਤੇ ਰਹਿ ਗਏ 7। ਤੇ ਪਿਛਲੇ ਦਿਨਾਂ ਜਦੋਂ ਆਪਾਂ ਟਰਾਂਸਪੋਰਟ ਮੰਤਰੀ ਜਿਹੜੇ ਦੇਸ਼ ਦੇ ਨੇ ਗਡਕਰੀ ਸਾਹਿਬ, ਉਹਨਾਂ ਦੀ ਕਿਤੇ ਗੱਲ ਸੁਣੀ ਤਾਂ ਉਹ ਵੀ ਕਹਿੰਦੇ ਹੁੰਦੇ ਸੀ ਵੀ ਈ ਵਹੀਕਲਸ ਜਿਹੜੇ ਨੇ ਉਹਨਾਂ ਨੂੰ ਸਰਕਾਰ ਪ੍ਰਮੋਟ ਕਰ ਰਹੀ ਹੈ। ਆ ਜਿਹੜੀ ਸਕ੍ਰੈਪ ਵਾਲੀ ਨੀਤੀ ਆਈ ਸੀ ਉਹ ਵੀ ਉਹਦਾ ਹੀ ਹਿੱਸਾ ਸੀ, ਵੀ ਤੁਸੀਂ ਆਪਣਾ ਪੁਰਾਣਾ ਤੇਲ ਵਾਲਾ ਵਹੀਕਲ ਉੱਥੇ ਛੱਡ ਜਾਓ, ਉੱਥੇ ਸਕ੍ਰੈਪ ਪਾਲਿਸੀ ਦੇ ਹਿਸਾਬ ਨਾਲ ਸਰਟੀਫਿਕੇਟ ਲੈ ਲਓ, ਉਦੋਂ ਬਾਅਦ ਜਦੋਂ ਤੁਸੀਂ ਅਗਲਾ ਵਹੀਕਲ ਲਓਗੇ ਤੇ ਜੇ ਤੁਸੀਂ ਇਲੈਕਟ੍ਰਿਕ ਲੈਂਦੇ ਹੋ ਤਾਂ ਉੱਤੇ ਬਹੁਤ ਜ਼ਿਆਦਾ ਛੋਟ ਸਰਕਾਰ ਦੇਊਗੀ। ਹੋ ਸਕਦਾ ਵੀ ਉਹ ਤਾਰਾਂ ਕਿਤੇ ਨਾ ਕਿਤੇ ਇੱਧਰ ਉੱਧਰ ਜੁੜਦੀਆਂ ਹੋਣ, ਦੈਟਸ ਵਾਈ ਗੱਲ ਹੋਈ ਹੋਵੇ। ਪਰ ਇੱਕ ਗੱਲ ਆ ਵੀ ਜੇ ਤੇ ਵਾਕਿਆ ਇਮਾਨਦਾਰੀ ਨਾਲ ਸਾਰਾ ਕੁਝ ਕੀਤਾ ਜਾਵੇ ਫਿਰ ਲੋਕਾਂ ਨੂੰ ਇਤਰਾਜ਼ ਕੋਈ ਨਹੀਂ, ਵੀ ਚਲੋ ਪ੍ਰਦੂਸ਼ਣ ਵੀ ਘਟੂਗਾ, ਤੇਲ ਤੋਂ ਵੀ ਖੜਾ ਛੁੱਟੂਗਾ। ਤੇ ਜੇ ਉਹਦੇ 'ਚ ਕੋਈ ਹੋਰ ਝੋਲ ਹੈ ਤੇ ਫਿਰ ਗੱਲ ਔਖੀ। ਦੂਜੀ ਗੱਲ ਰਹੀ ਰੇਤਾ ਦੀ, ਤਾਂ ਮੈਨੂੰ ਯਾਦ ਆਉਂਦਾ ਇਹ ਪੰਜਾਂ ਵਾਲਾ ਰੇਟ ਤੇ ਯਾਰ ਪਿਛਲੇ ਮੁੱਖ ਮੰਤਰੀ ਸਾਹਿਬ ਨੇ ਵੀ ਰੱਖਿਆ ਸੀ। ਚੰਨੀ ਸਾਹਿਬ ਆਪਣੇ ਲੋਈ ਵਾਲੇ ਮੁੱਖ ਮੰਤਰੀ ਸਾਹਿਬ ਹੁੰਦੇ ਸੀ, ਉਹਨਾਂ ਨੇ ਆਖਿਆ ਲੈ ਵੀ 5 ਰੁਪਏ ਮਿੱਤਰੋ ਜਿਹੜਾ ਮਰਜ਼ੀ ਲੈ ਜੇ। ਹੁਣ ਨਹੀਂ, ਉਹਨਾਂ ਨੇ ਤੇ ਇਹ ਵੀ ਕਿਹਾ ਸੀ ਕਿ ਸਭ ਤੋਂ ਸੰਧਾਲੀਆ ਸਾਹਿਬ ਉਹਨਾਂ ਦਾ ਸਭ ਤੋਂ ਪਹਿਲਾ ਫੈਸਲਾ ਵੀ ਇਹ ਕਿ ਹੁਣ ਰੇਤਾ ਨਜਾਇਜ਼ ਨਹੀਂ ਵਿਕੂਗੀ, ਮੁੜ ਕੇ ਕ੍ਰਿਸ਼ਟਰ ਫੜਵੇ ਹੋ ਗਿਆ ਇਹ। ਆਹੋ, ਸੋ ਆਪਾਂ ਇਹ ਬੇਨਤੀ ਕਰਦੇ ਆ ਵੀ ਜੇ ਤੇ 5-5.5 ਰੁਪਏ ਰੇਟ ਰੱਖਿਆ ਸਰਕਾਰ ਨੇ, ਬੜੀ ਵਧੀਆ ਗੱਲ ਹੈ। ਹੁਣ ਇਹਦਾ ਪ੍ਰਚਾਰ ਜ਼ਰੂਰ ਹੋ ਜਾਵੇ। ਹਾਲਾਂਕਿ ਇਹਦੇ ਤੇ ਰਿਐਕਸ਼ਨ ਵੀ ਵਿਰੋਧੀ ਧਿਰਾਂ ਦਾ ਉਸੇ ਤਰ੍ਹਾਂ ਆਇਆ ਵੀ ਇਹ ਐਵੇਂ ਹਵਾਈ ਗੱਲਾਂ ਨੇ, ਇਸ ਤਰ੍ਹਾਂ ਪੋਸੀਬਲ ਹੋ ਹੀ ਨਹੀਂ ਸਕਦਾ। ਕਿਹੜਾ 5-5.5 ਰੁਪਏ ਉੱਥੋਂ ਰੇਤਾ ਜਿਹੜਾ ਉਹ ਲਊਗਾ ਤੇ ਲੋਕਾਂ ਨੂੰ ਲੈ ਆਊਗਾ। ਹੁਣ ਇਹਦੇ 'ਚ ਜਿਹੜੀ ਪਿਛਲੇ ਦਿਨ ਵੀ ਇੱਕ ਚਰਚਾ ਚੱਲਦੀ ਸੀ, ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇਹਨੂੰ ਡਿਫੈਂਡ ਕਰਨ ਲਈ ਕਿਹਾ ਜਾਂਦਾ ਗੱਲ, ਤੇ ਉਹ ਮੇਰੇ ਖਿਆਲ ਨਾਲ ਸ਼ੁਰੂਆਤ ਨਵਜੋਤ ਸਿੰਘ ਸਿੱਧੂ ਸਾਹਿਬ ਜਦੋਂ ਤੇਲੰਗਾਨਾ ਤੋਂ ਆਏ ਸੀ ਉਦੋਂ ਉਸ ਗੱਲ ਦੀ ਹੋਈ ਸੀ। ਉਹ ਕਹਿੰਦੇ ਸੀ ਵੀ ਯਾਰ ਰੇਤਾ ਅਸਲ ਦੇ ਵਿੱਚ ਕੋਈ ਮਾਫੀਆ ਨਹੀਂ ਹੈ, ਜਾਂ ਰੇਤਾ ਇਟਸੈਲਫ ਜਿਹੜੀ ਉਹ ਕੋਈ ਧੰਦਾ ਨਹੀਂ ਹੈ, ਇਹਦੇ ਵਿੱਚ ਟਰਾਂਸਪੋਰਟੇਸ਼ਨ ਜਿਹੜੀ ਉਹ ਇੱਕ ਧੰਦਾ, ਵੀ ਇੱਕ ਥਾਂ ਤੋਂ ਇੱਕ ਚੀਜ਼ ਚੁੱਕੀ ਦੂਜੇ ਥਾਂ ਤੇ ਜਾ ਕੇ ਤੁਸੀਂ ਸੁੱਟੀ, ਤੇ ਉਹ ਜਿਹੜਾ ਤੁਸੀਂ ਉੱਥੇ ਛੱਡ ਕੇ ਆਏ ਉਹਦੇ ਵਿੱਚ ਤੁਸੀਂ ਆਖਿਆ ਵੀ ਆਹ ਚੀਜ਼ ਜਿਹੜੀ ਇੰਨੇ ਦੀ ਮੈਂ ਭਾਈ ਦੇਵਾਂਗਾ। ਮੈਨੂੰ ਲੱਗਦਾ ਵੀ ਜਿਹੜਾ ਇਹਨੇ ਟਰਾਂਸਪੋਰਟੇਸ਼ਨ ਵਾਲਾ ਕੰਮ ਖਤਮ ਕਰਦਾ, ਵੀ ਹੁਣ ਬੰਦਾ ਆਪਣਾ ਟਰੈਕਟਰ ਟਰਾਲੀ ਉਹਦਾ ਆਪਣਾ, ਤੇ ਉਹਨੇ ਆਪ ਉੱਥੋਂ ਜਾ ਕੇ ਭਰ ਕੇ ਲੈ ਕੇ ਆਉਣਾ, ਉਹ ਹੁਣ ਤੇਲ ਆ ਉਹਦਾ ਜਾਂ ਉਹਦਾ ਖਰਚਾ ਜੇ ਉਹਨੇ ਟਰੈਕਟਰ ਟਰਾਲੀ ਕਿਰਾਏ ਤੇ ਕੀਤਾ ਵੀ ਉਹਦੇ ਨਾਲ ਉਹ ਕਿੰਨਿਆਂ 'ਚ ਗੱਲ ਪਗਾ ਲੈਂਦਾ। ਜਿਹੜੀ ਚੀਜ਼ ਰੇਤ ਆ ਉਹ 5-5.5 ਰੁਪਈਆਂ ਦੀ ਉੱਥੋਂ ਤੁਸੀਂ ਜਿੰਨੀ ਮਰਜ਼ੀ ਭਰ ਕੇ ਲੈ ਆਓ। ਹੁਣ ਜੇ ਤੇ ਇਹ ਪ੍ਰੈਕਟੀਕਲੀ ਗੱਲ ਪੋਸੀਬਲ ਹੋਊਗੀ ਤੇ ਹੋ ਸਕਦਾ ਜਿਹੜੀ ਇੰਨੇ ਸਾਲਾਂ ਤੋਂ ਪੰਜਾਬ ਦੇ ਵਿੱਚ ਰੌਲਾ ਰੱਪਾ ਸੀਗਾ ਗੱਲ ਦਾ ਵੀ ਯਾਰ ਰੇਤ ਦਾ ਕੁਛ ਕਰ ਦਿਓ, ਰੇਤ ਦਾ ਕੁਛ ਕਰ ਦਿਓ, ਉਹਦਾ ਹੱਲ ਆਮ ਆਦਮੀ ਪਾਰਟੀ ਕਰ ਲਵੇ। ਤੇ ਜੇ ਫਿਰ ਇੱਦਾਂ ਹੀ ਚੱਲਿਆ ਕੰਮ ਵੀ ਆਮ ਜਿਹੜਾ ਬੰਦਾ ਵਪਾਰੀ ਟਾਈਪ ਉਹ ਵੀ ਉੱਥੋਂ 5-5.5 ਦੀ ਭਰ ਕੇ ਲਿਆਣਗੇ ਤੇ ਮੁੜ ਕੇ ਫਿਰ ਉਹੀ ਟਰਾਂਸਪੋਰਟੇਸ਼ਨ ਵਾਲਾ ਕੰਮ ਧੰਦਾ ਉਸੇ ਤਰ੍ਹਾਂ ਹੀ ਚੱਲੀ ਜਾਵੇ, ਤੇ ਲੋਕਾਂ ਦੀਆਂ ਚੀਕਾਂ ਫਿਰ ਵੱਜ ਗਈਆਂ ਵੀ ਯਾਰ ਸਾਨੂੰ ਤਾਂ ਸਸਤਾ ਮਿਲਿਆ ਨਹੀਂ। ਤੇ ਫਿਰ ਹੋ ਸਕਦਾ ਵੀ ਇਹ ਗੱਲ ਉਹ ਜਿੱਦਾਂ ਚੰਨੀ ਸਾਹਿਬ ਵਰੀ 5 'ਚ ਰਹਿ ਗਈ ਸੀ, ਉੱਦਾਂ 5 ਵਾਲੀ 5.5 'ਚ ਰਹਿ ਜਾਵੇ ਕਿਤੇ। ਹਾਂ ਨਹੀਂ, ਚਲੋ ਆਸ ਕਰਦੇ ਆ ਨਾ ਰਹੇ, ਜੇ ਰਹਿ ਗਏ ਤਾਂ ਫਿਰ ਆਪਾਂ ਪਤਾ ਹੀ ਹੈ ਕਿ ਆਪਾਂ ਕੀ ਕਰਨਾ, ਆਪਾਂ ਕਿੱਦਾਂ ਦੀਆਂ ਗੱਲਾਂ ਕਰਨੀਆਂ। ਜਾਣੀ ਉਹ ਪੱਧਰੀ ਜੀ ਗੱਲ ਹੈ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂ ਸੰਧਾਲੀਆ ਸਾਹਿਬ, ਫਰਵਰੀ ਮਹੀਨੇ ਦੇ ਤੀਸਰੇ ਹਫ਼ਤੇ ਇੱਕ ਸੰਮੇਲਨ ਹੋ ਰਿਹਾ ਨਾ, ਉਦਯੋਗਪਤੀ ਸੱਦੇ ਆ, ਭਗਵੰਤ ਮਾਨ ਸਾਹਿਬ ਖੁਦ ਸੱਦਾ ਪੱਤਰ ਮੁੱਖ ਮੰਤਰੀ ਸਾਹਿਬ ਜਾ ਕੇ ਦੇ ਕੇ ਆਏ ਕਿ ਆਓ ਭਾਈ ਪੰਜਾਬ 'ਚ ਇਨਵੈਸਟ ਕਰੋ। ਹੁਣ ਜਿਹਨੇ ਇਨਵੈਸਟ ਕਰਨਾ ਉਹਨੇ ਜ਼ਮੀਨ ਖਰੀਦ ਕੇ ਤਾਂ ਰੱਖ ਨਹੀਂ ਦੇਣੀ, ਉਹਨੇ ਫੈਕਟਰੀ ਲਾਉਣੀ ਹੈ, ਯਾਨੀ ਕਿ ਇੰਡਸਟਰੀ ਲਾਉਣੀ ਹੈ। ਹੁਣ ਉਸ ਉਦਯੋਗਿਕ ਮੀਟਿੰਗ ਤੋਂ 20 ਦਿਨ ਪਹਿਲਾਂ ਉਦਯੋਗਿਕ ਪਾਲਿਸੀ ਨਵੀਂ ਪੰਜਾਬ ਸਰਕਾਰ ਨੇ ਲੈ ਆਂਦੀ। ਚੰਗੀ ਗੱਲ ਹੈ, ਸਾਡੇ ਕੋਲ ਇੱਕ ਵਿਜ਼ਨ, ਇੱਕ ਪਾਲਿਸੀ, ਇੱਕ ਯੋਜਨਾ ਹੋਣੀ ਬਹੁਤ ਜ਼ਰੂਰੀ ਹੈ, ਅਸੀਂ ਉਹਨੂੰ ਚੰਗੇ ਤਰੀਕੇ ਆਉਣ ਵਾਲੇ ਲੋਕਾਂ ਨੂੰ ਦੱਸ ਸਕੀਏ। ਹੁਣ ਇਹਦੇ ਵਿੱਚ ਸੰਧਾਲੀਆ ਸਾਹਿਬ ਕੈਬਨਿਟ ਦੀ ਬੈਠਕ 'ਚ ਕੀ ਆਖਿਆ ਗਿਆ ਕਿ ਇੱਕ ਤਾਂ ਉਹਨਾਂ ਫੈਕਟਰੀਆਂ ਵਾਲਿਆਂ ਨੂੰ ਸਬਸਿਡੀ ਦੇਵਾਂਗੇ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਨੌਕਰੀ ਦੇਣਗੇ। ਬਹੁਤ ਵਧੀਆ ਗੱਲ ਹੈ ਕਿ ਜੇ ਤਾਂ ਪੰਜਾਬ ਦਾ ਬੱਚਾ ਬੱਚੀ ਉੱਥੇ ਰੱਖਦੇ ਆ ਉਹ ਕੰਮ ਦੇ ਉੱਤੇ, ਤਾਂ ਫੈਕਟਰੀ ਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਦਾ ਲਾਹਾ ਦੇਊ। ਦੂਸਰਾ, 25 ਕਰੋੜ ਤੱਕ ਦੀ ਕੋਈ ਵੀ ਤੁਸੀਂ ਫੈਕਟਰੀ, ਕੋਈ ਇੰਡਸਟਰੀ ਲਾਉਣੀ ਹੈ, 25 ਕਰੋੜ ਜ਼ਿਲ੍ਹਾ ਪੱਧਰ ਦਾ ਆਫਿਸਰ ਜਿਹੜਾ ਉਹ ਤੁਹਾਨੂੰ ਯੈਸ ਕਰ ਦੂਗਾ। ਤੁਹਾਨੂੰ ਸਟੇਟ ਲੈਵਲ ਦੇ ਆਫਿਸਰ ਦੇ ਕੋਲ ਫਾਈਲਾਂ ਲੈ ਕੇ ਧੱਕੇ ਖਾਣ ਦੀ ਲੋੜ ਨਹੀਂ। 25 ਕਰੋੜ ਤੱਕ ਦੀ ਜਿਹੜੀ ਹੈ ਕੋਈ ਫੈਕਟਰੀ ਹੈ, ਇਹ ਵੀ ਚੰਗਾ ਕਿ ਭਾਈ ਇੱਧਰ ਉੱਧਰ ਨਾ ਧੱਕੇ ਖਾਓ, ਜ਼ਿਲ੍ਹੇ ਵਾਲੇ ਦਫ਼ਤਰ ਸਰਕਾਰ ਕੋਲ ਜਾਊ, ਉੱਥੇ ਜਾ ਕੇ ਆਪਣਾ ਦੱਸ ਦੂ। ਤੀਸਰਾ,
ਇਹ ਵੀ ਕਿਹਾ ਗਿਆ ਕਿ ਜਿਹੜੇ ਬਾਹਰੋਂ ਉਦਯੋਗਪਤੀ ਆਉਣੇ ਆ ਟੈਕਸਾਂ ਦੇ ਵਿੱਚ ਛੋਟ ਦੇਾਂਗੇ, ਬਿਜਲੀ ਥੋੜੀ ਜਿਹੀ ਸਸਤੀ ਦੇਾਂਗੇ, ਤੁਸੀਂ ਇਸ ਫੈਕਟਰੀ ਲਾਓ। ਬਹੁਤ ਚੰਗੀ ਗੱਲ ਹੈ, ਬਹੁਤ ਵਧੀਆ ਗੱਲ, ਸਾਰੀ ਚੰਗੀ ਲੱਗੀ। ਬਸ ਹਾਂ, ਇੱਕ ਗੱਲ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਠੋਕ ਵਜਾ ਕੇ ਜ਼ੋਰ ਦੇਵੇ, ਫੈਕਟਰੀਆਂ ਲਵਾਓ, ਜੀ ਸਦਕੇ ਲਵਾਓ, ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਚਾਹੀਦੀਆਂ। ਸਰਦਾ ਨਹੀਂ, ਖੇਤੀਬਾੜੀ ਦੇ ਉੱਤੇ ਆਪਾਂ ਜਨਸੰਖਿਆ ਦਾ ਬਹੁਤਾ ਭਾਰ ਪਾ ਕੇ ਰੱਖ ਨਹੀਂ ਸਕਦੇ, ਪਰ ਜਿਹੜਾ ਵੀ ਇੰਡਸਟਰੀ ਵਾਲਾ ਆਵੇ ਨਾ, ਉਹਨੂੰ ਇਹ ਜ਼ਰੂਰ ਕਿਉਂ ਕਿ ਭਾਈ ਬਿਨਾਂ ਟਰੀਟ ਕੀਤੇ ਪਾਣੀ ਨਹੀਂ ਧਰਤੀ ਛੱਡਣਾ, ਬੁੱਢੇ ਨਾਲੇ ਨਹੀਂ ਛੱਡਣਾ, ਸਤਲੁਜ ਨਹੀਂ ਛੱਡਣਾ, ਬਿਆਸ ਨਹੀਂ ਛੱਡਣਾ, ਰਾਵੀ ਭਾਵੇਂ ਬਹੁਤੀ ਪਾਕਿਸਤਾਨ ਵਾਲੇ ਪਾਸੇ ਪੈਂਦੀ ਆ, ਰਾਵੀ ਚ ਵੀ ਨਹੀਂ ਛੱਡਣਾ। ਇਹ ਗੱਲਾਂ ਤਾਂ ਮੈਨੂੰ ਲੱਗਦਾ ਕਿ ਜਿੱਦਣ ਇਨਵੈਸਟਮੈਂਟ ਸਮਿਟ ਹੋਣੀ ਹੈ, ਨਿਵੇਸ਼ਕਾਂ ਦਾ ਸੰਮੇਲਨ ਹੋਣਾ 23 ਫਰਵਰੀ ਨੂੰ, ਉਹਦੇ ਨਾਲ ਮੋਟੀ ਕਰਕੇ ਲਿਖ ਕੇ ਵੀ ਲਾਉਣੀ ਚਾਹੀਦੀ ਹੈ ਕਿ ਤੁਹਾਨੂੰ ਇੰਸਪੈਕਟਰ ਤੰਗ ਨਹੀਂ ਕਰਨਗੇ। ਇਹ ਵੀ ਲਿਖਣਾ ਚਾਹੀਦਾ ਕਿ ਭਾਈ ਤੁਹਾਨੂੰ ਅਸੀਂ ਵਧੀਆ ਫੈਸਿਲਿਟੀ ਦੇਵਾਂਗੇ, ਤੁਹਾਨੂੰ ਟੈਕਸ ਦੇ ਵਿੱਚ ਛੋਟ, ਤੁਹਾਨੂੰ ਬਿਜਲੀ ਦੀ ਕੀਮਤ ਦੇ ਵਿੱਚ ਛੋਟ ਦੇਵਾਂਗੇ, ਪਰ ਇਸ ਚੀਜ਼ ਦੇ ਵਿੱਚ ਤੁਹਾਨੂੰ ਸਾਡਾ ਸਾਥ ਦੇਣਾ ਪਊਗਾ, ਕਿਉਂਕਿ ਦੂਸ਼ਿਤ ਕੋਈ ਚੀਜ਼ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੂਟ ਨਹੀਂ। ਨਹੀਂ, ਇਹ ਤਾਂ ਗੱਲ ਹੈਗੀ, ਕਿਉਂਕਿ ਦੇਖੋ ਆਪਾਂ ਅੱਗੇ ਵੀ ਬੇਨਤੀ ਕਰ ਰਹੇ ਹਾਂ ਵੀ ਇੰਡਸਟਰੀ ਜੀ ਸਦਕੇ ਲੱਗੇ, ਇੰਡਸਟਰੀ ਚਾਹੀਦੀ। ਇੰਡਸਟਰੀ ਕਿਉਂਕਿ ਨੌਕਰੀਆਂ ਦਿੰਦੀ ਹੈ, ਇੰਡਸਟਰੀ ਬਹੁਤ ਸਾਰੇ ਟੈਕਸਾਂ ਦੇ ਰੂਪ ਦੇ ਵਿੱਚ ਸਟੇਟ ਨੂੰ ਬੈਨੀਫਿਟ ਦਿੰਦੀ ਹੈ, ਪਰ ਇੰਡਸਟਰੀ ਉਹ ਨਾ ਲੱਗੇ ਵੀ ਜਿਹੜੀ ਇੰਡਸਟਰੀ ਤੁਸੀਂ ਉਹ ਕਹਿੰਦੇ ਨੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਉਹੋ ਜਿਹਾ ਸੋਨਾ ਨਹੀਂ ਚਾਹੀਦਾ ਜਿਹੜਾ ਕੰਨਾਂ ਨੂੰ ਖਾਣ ਲੱਗ ਪਏ। ਸੋਨਾ ਉਹ ਜ਼ਰੂਰ ਹੋਵੇ ਵੀ ਹਾਂ ਯਾਰ ਜਿਹਦੀ ਖੂਬਸੂਰਤੀ ਵੀ ਹੋਵੇ ਅਤੇ ਜਾਂ ਜਿਹਦਾ ਕੱਲ੍ਹ ਨੂੰ ਬੰਦੇ ਨੂੰ ਇਹ ਵੀ ਲੱਗੇ ਵੀ ਚੱਲ 4 ਟੁੰਮਾਂ ਛੱਲੇ ਹੈਗੇ ਆਪਣੇ ਕੋਲੇ। ਹੁਣ ਇੱਕ ਗੱਲ ਇਹ ਵੀ ਇੱਥੇ ਆਪਾਂ ਬੇਨਤੀ ਜ਼ਰੂਰ ਕਰ ਦਈਏ ਵੀ ਇੱਕ ਜਿਹੜਾ ਪ੍ਰੋਸੈਸਿੰਗ ਪਲਾਂਟਸ ਕਹਿੰਦੇ ਵੱਖ-ਵੱਖ ਤਰ੍ਹਾਂ ਦੇ, ਖਾਸ ਕਰਕੇ ਫੂਡ ਨਾਲ ਸੰਬੰਧਿਤ ਲਾਉਣ ਦੀ ਚਰਚਾ ਚੱਲਦੀ, ਜੇ ਤੇ ਉਹ ਅਲੱਗ-ਅਲੱਗ ਖੇਤਰਾਂ ਨੂੰ ਦੇਖ ਕੇ ਵੀ ਕਿਹੜੇ ਖੇਤਰ ਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ, ਜਿੱਦਾਂ ਅੱਗੇ ਵੀ ਆਪਾਂ ਕਈ ਵਾਰ ਜ਼ਿਕਰ ਕਰਦੇ ਹੁੰਦੇ ਵੀ ਯਾਰ ਜਿੱਥੇ ਬਾਗ ਨੇ, ਜਿੱਥੇ ਕਿੰਨੂ ਹੈਗਾ, ਉੱਥੇ ਉਹ ਜੇ ਕੋਈ ਜੂਸ ਵਾਲੇ ਪਲਾਂਟ ਹੋ ਜਾਣ, ਜਿੱਥੇ ਜੇ ਆਲੂ ਦੀ ਵੱਧ ਗੱਲਬਾਤ ਉੱਥੇ ਕੋਈ ਚਿਪਸ ਵਾਲਾ ਲੱਗ ਜੇ, ਜੇ ਆਪਾਂ ਗੰਨੇ ਤੋਂ ਇਕੱਲੀ ਖਾਂਡੀ ਬਣਾਉਣੀ ਆ ਜਾਂ ਫਿਰ ਹੋਰ ਕੋਈ ਆਈਟਮਾਂ ਬਣਾਉਣੀਆਂ ਨੇ ਜਿਹੜੀਆਂ ਬਾਅਦ ਦੇ ਵਿੱਚ ਬੰਦਾ ਜਦੋਂ ਥੋੜ੍ਹੀ ਜਿਹੀ ਵਧੇਰੇ ਉਹਦਾ ਸੇਵਨ ਕਰ ਲੈਂਦਾ ਅਤੇ ਫਿਰ ਉਹ ਗੱਲਾਂ ਹੀ ਮਾਰਦਾ, ਉਹਦੇ ਨਾਲੋਂ ਚੰਗਾ ਵੀ ਆਪਾਂ ਕੋਈ ਉਹ ਚੀਜ਼ਾਂ ਬਣਾਉਣ ਲੱਗ ਪਈਏ ਜਿਹੜੀਆਂ ਦੁਨੀਆ ਭਰ 'ਚ ਬਣਦੀਆਂ ਨੇ। ਅਤੇ ਫਿਰ ਆਪਾਂ ਸਬਜ਼ੀਆਂ ਦੀ ਗੱਲ ਵੀ ਕੀਤੀ ਸੀ ਵੀ ਯਾਰ ਸਬਜ਼ੀਆਂ ਵੀ ਪੰਜਾਬ 'ਚ ਹੁੰਦੀਆਂ ਨੇ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਔਰਗੈਨਿਕ, ਆਪਾਂ ਆ ਬਜਟ ਦੇ ਵਿੱਚ ਸੁਣਿਆ ਹੀ ਹੈ, ਜੇ ਕੇਂਦਰ ਸਰਕਾਰ ਕਹਿੰਦੀ ਆ ਵੀ 1 ਕਰੋੜ ਦੇ ਕਰੀਬ ਕਿਸਾਨ ਜਿਹੜਾ ਜੀ ਅਸੀਂ ਉਹਨੂੰ ਬੈਨੀਫਿਟ ਦਿਆਂਗੇ ਉਹ ਔਰਗੈਨਿਕ ਖੇਤੀ ਕਰ ਲੇ, ਉਹ 1 ਕਰੋੜ ਉਹਨਾਂ ਨੇ ਇਹੀ ਕਿਹਾ ਨਾ ਵੀ ਦੇਸ਼ ਦਾ ਹੋਣਾ ਚਾਹੀਦਾ, ਅਤੇ ਕਿਉਂ ਨਾ ਪੰਜਾਬ ਉਹਦੇ 'ਚੋਂ ਵੱਧ ਤੋਂ ਵੱਧ ਹਿੱਸਾ ਲੈ ਜਾਵੇ। ਆਪਾਂ ਇਸ ਤੋਂ ਪਹਿਲਾਂ ਵੀ ਤਾਂ ਦੇਖਦੇ ਸੁਣਦੇ ਰਹੇ ਹਾਂ ਨਾ ਕਿ ਵੀ ਜਦੋਂ ਕਿਤੇ ਕੋਈ ਸਮਾਰਟ ਸਿਟੀ ਦੀ ਗੱਲ ਆਉਂਦੀ ਸੀ ਜਾਂ ਕੋਈ ਹੋਰ ਯੋਜਨਾ ਦੀ ਗੱਲ ਆਉਂਦੀ ਸੀ ਤਾਂ ਦੇਸ਼ ਦੇ ਵੱਖ-ਵੱਖ ਸੂਬੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਗਰਾਂਟਾਂ ਕੇਂਦਰ ਸਰਕਾਰ ਤੋਂ ਇਸੇ ਕਰਕੇ ਲਈਆਂ ਵੀ ਤੁਹਾਡੀ ਸਕੀਮ ਹੈ ਜੀ, ਆਹ ਅਸੀਂ ਉਹਦੀ ਸ਼ਰਤ ਪੂਰੀ ਕਰਤੀ, ਆਹ ਸਾਡਾ ਪਿਛਲਾ ਖਰਚਾ ਸੀਗਾ, ਸਾਨੂੰ ਅਗਲੀ ਰਕਮ ਦੇ ਦਿਓ, ਅਤੇ ਪੰਜਾਬ ਉਹਦੇ ਪਿਛਲੇ ਸਮੇਂ 'ਚ ਪਛੜਦਾ ਰਿਹਾ। ਸੋ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਉਹਨਾਂ ਚੀਜ਼ਾਂ ਦਾ ਲਾਹਾ ਵੀ ਜ਼ਰੂਰ ਲੈ ਲਿਆ ਜਾਵੇ ਵੀ ਯਾਰ ਪੰਜਾਬ ਦੇ ਵਿੱਚ ਹੋਰ ਕਿਹੜੀ ਐਸੀ ਚੀਜ਼ ਹੈ ਜਿਹਦੇ 'ਚ ਆਪਾਂ ਪੰਜਾਬ ਦੀ ਖੇਤੀ ਨੂੰ, ਕਿਉਂਕਿ ਅਰਥਚਾਰਾ ਅਤੇ ਖੇਤੀ 'ਤੇ ਘੁੰਮਣਾ, ਉਹਨੂੰ ਪ੍ਰਫੁੱਲਤ ਕਰਨ ਲਈ ਚਾਹੇ ਉਹ ਇੰਡਸਟਰੀ ਹੋਵੇ, ਚਾਹੇ ਉਦਯੋਗ ਹੋਣ, ਚਾਹੇ ਆਪਣੀਆਂ ਔਰਗੈਨਿਕ ਫਸਲਾਂ ਉਗਾਉਣ ਦੀ ਗੱਲ ਹੋਵੇ। ਇੱਕ ਮੈਂ ਹੋਰ ਚਰਚਾ ਸੁਣੀ ਸੀ, ਸ਼ਾਇਦ ਉਹ ਵੀ ਆਮ ਆਦਮੀ ਪਾਰਟੀ ਸ਼ਾਇਦ ਉੱਤੇ ਵਿਚਾਰ ਕਰ ਰਹੀ ਹੈ ਕਿ ਵੀ ਜਿਹੜੀ ਇੱਕ ਡਰਾਈ ਪੋਰਟ ਆ, ਖਾਸ ਕਰਕੇ ਅੰਮ੍ਰਿਤਸਰ ਵਾਲਾ ਏਅਰਪੋਰਟ ਹੈ, ਉੱਥੋਂ ਜਿਹੜੇ ਵੱਖ-ਵੱਖ ਦੇਸ਼ ਨੇ ਲਾਗੇ ਬੰਨੇ ਜਿੱਥੋਂ ਕੋਈ ਘੰਟੇ, 1.5 ਘੰਟੇ, 2 ਘੰਟੇ ਦੀ ਫਲਾਈਟ ਦੇ ਵਿੱਚ ਜਿਹੜਾ ਉਹ ਸਮਾਨ ਪਹੁੰਚਾਇਆ ਜਾ ਸਕਦਾ, ਉਹਦੇ ਥਰੂ ਜੇ ਪੰਜਾਬ ਤੋਂ ਜਿਹੜੀਆਂ ਦੁੱਧ, ਸਬਜ਼ੀਆਂ, ਫਲ ਫਰੂਟ, ਹੋਰ ਜਿਹੜੀ ਵੀ ਚੀਜ਼ ਇੱਥੇ ਪੈਦਾ ਹੁੰਦੀ ਆ ਉਹ ਪਹੁੰਚਾਈ ਜਾ ਸਕਦੀ ਹੈ। ਅਤੇ ਬਹੁਤ ਵਧੀਆ ਗੱਲ ਜੇ ਕੋਈ ਇਹੋ ਜਿਹੀ ਚੀਜ਼ ਦੇ ਉੱਪਰ ਵੀ ਸਰਕਾਰ ਕੰਮ ਕਰ ਰਹੀ ਹੈ ਜਾਂ ਜੇ ਹੋ ਜਾਵੇ, ਕਿਉਂਕਿ ਤੁਸੀਂ ਇਹ ਦੇਖੋ ਨਾ ਵੀ ਬੜੀ ਵਾਰ ਇਸ ਚੀਜ਼ ਦਾ ਰੋਣਾ, ਹਾਲਾਂਕਿ ਪਿਛਲੇ ਲੀਡਰ ਵੀ ਸਹੀ ਰੋਂਦੇ ਸੀ ਆਪਣੀ ਥਾਂ 'ਤੇ ਵੀ ਸਮੁੰਦਰੋਂ ਦੂਰ ਆ ਯਾਰ ਅਸੀਂ ਕਰੀਏ ਕੀ। ਉਹ ਚਲੋ ਸਮੁੰਦਰੋਂ ਤੇ ਦੂਰ ਆ, ਹਵਾਈ ਜਹਾਜ਼ ਤੇ ਆਪਣੇ ਕੋਲੇ ਬਥੇਰੇ ਨੇ, ਏਅਰਪੋਰਟ ਤੇ ਆਪਾਂ ਸੁੱਖ ਨਾਲ ਕਿੰਨੇ ਬਣਾਈ ਫਿਰਦੇ, ਉਹ ਗੱਲ ਵੱਖਰੀ ਵੀ ਅੰਤਰਰਾਸ਼ਟਰੀ ਫਲਾਈਟ ਉੱਡਦੀ ਕਿਉਂ ਨਹੀਂ, ਜੇ ਉੱਡਦੀ ਹੁੰਦੀ ਤੇ ਤੁਸੀਂ ਵੀ ਇਸ ਵਕਤ ਦਿੱਲੀ ਥੋੜ੍ਹਾ ਉਤਰੇ ਹੋਣਾ ਹੈ। ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ ਆ, ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚੋਂ ਕੰਮ ਚੱਲਦਾ, ਮਿਡਲ ਈਸਟ ਸਾਡੇ ਨੇੜੇ ਆ, ਦੁਬਈ, ਸਾਊਦੀ ਅਰਬ, ਸਾਰੇ ਦੇਸ਼ ਜਿਹੜੇ ਆ ਉਹ ਆਪਣੇ ਨੇੜੇ ਹੀ ਨੇ, ਕੁਵੈਤ ਵਰਗੇ, ਉਹਨਾਂ ਨੂੰ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ। ਇਹ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਜਦੋਂ ਜਾਵੇ ਤਾਂ ਕੇਂਦਰ ਸਰਕਾਰ ਵਾਲੇ ਮੂਹਰੇ ਤੇਲ ਦੀ ਬੋਤਲ ਲੈ ਕੇ ਖੜੇ ਹੋਣ ਕਿ ਆਓ ਭਾਈ ਤੇਲ ਚੋ ਕੇ ਤੁਹਾਨੂੰ ਅੰਦਰ ਲਗਾਉਣੇ ਆ, ਟਕਰਾਅ ਨਾ ਹੋਵੇ। ਕਿਉਂਕਿ ਜੇ ਭਾਰਤ ਦੇ ਵਿੱਚੋਂ ਜਾਂ ਪੰਜਾਬ ਸੂਬੇ ਦੇ ਵਿੱਚੋਂ ਚੀਜ਼ਾਂ ਬਾਹਰ ਜਾਣਗੀਆਂ ਤਾਂ ਉਹਦਾ ਸਭ ਤੋਂ ਵੱਡਾ ਫਾਇਦਾ ਕੇਂਦਰ ਸਰਕਾਰ ਨੂੰ ਹੋਣਾ। ਇਹਨਾਂ ਨੇ 2024 ਦੀ ਇਲੈਕਸ਼ਨ ਤੋਂ ਪਹਿਲਾਂ ਦਿਖਾਉਣਾ ਵੀ ਹੈ ਨਾ ਕਿ ਸਾਡਾ ਐਕਸਪੋਰਟ, ਨਿਰਯਾਤ, ਆਪਣੇ ਦੇਸ਼ ਚੋਂ ਬਾਹਰਲੇ ਦੇਸ਼ ਚੀਜ਼ਾਂ ਭੇਜਣ ਦਾ ਕੰਮ ਇੰਨਾ ਵੱਧ ਗਿਆ, ਉਹਨਾਂ ਸਾਨੂੰ ਇੰਨੀ ਵਿਦੇਸ਼ੀ ਮੁਦਰਾ ਆਈ, ਟੈਕਸ ਵੀ ਆਉਣਗੇ, ਸੱਚੀ ਪੈਸੇ ਆਉਣਗੇ। ਦੂਸਰਾ, ਜਿਹੜੇ ਕਿਸਾਨ ਇਹ ਕਹਿੰਦੇ ਕਿ ਭਾਈ ਪੰਜਾਬ ਵਾਲੇ ਕਿ ਸਾਨੂੰ ਬਚਦਾ ਕੁਛ ਨਹੀਂ ਤਾਂ ਸਰਕਾਰ ਦੇ ਗਲ ਪੈਂਦੇ, ਧਰਨੇ ਲਾਉਂਦੇ ਆ, ਉਹਨਾਂ ਨੂੰ 4 ਛੱਲੜ ਬਚਣਗੇ ਤਾਂ ਤੁਹਾਡੇ ਖਿਲਾਫ ਥੋੜੀ ਬੋਲਣਗੇ। ਤੀਸਰਾ, ਸੰਧਾਲੀਆ ਸਾਹਿਬ, ਇਸ ਵੇਲੇ ਇੱਕ ਦੂਸਰੇ ਤੇ ਦੋਸ਼ ਲਾਉਣ ਦਾ ਸਮਾਂ ਨਹੀਂ, ਕਿਉਂਕਿ ਪੰਜਾਬ ਦੇ ਵਿੱਚੋਂ ਇਕੱਲਾ ਇਹ ਨਹੀਂ ਕਿ ਆਪਾਂ ਇੱਥੋਂ ਅੱਜ ਸਬਜ਼ੀਆਂ ਚੱਕੀਆਂ ਤਾਂ ਭੇਜਤੀਆਂ, ਉਹਦੇ ਵਿੱਚ ਖਾਦਾਂ ਕਿੰਨੀਆਂ, ਉਹਦੇ ਵਿੱਚ ਦਵਾਈਆਂ ਕਿੰਨੀਆਂ,
ਉਹ ਸਾਰੀ ਮਿਕਦਾਰ ਜਿਹੜੀ ਆ ਨਿਰਧਾਰਿਤ ਕਰਨੀ ਪਊਗੀ ਤਾਂ ਜੋ ਸਾਡਾ ਸਮਾਨ ਉੱਥੋਂ ਵਾਪਸ ਨਾ ਆਵੇ, ਅਸੀਂ ਬਾਕੀ ਦੁਨੀਆ ਦੇ ਸਮਾਨ ਦੇ ਨਾਲ ਕੰਪੀਟ ਕਰੀਏ। ਕਿਉਂਕਿ ਉਹ ਭੁੱਖੇ ਨਹੀਂ ਬੈਠੇ, ਬਿਲਕੁਲ ਭੁੱਖੇ ਨਹੀਂ ਬੈਠੇ ਉਹ ਕਿ ਭਾਈ ਕਿਤੇ ਪੰਜਾਬ ਦੇ 에ਅਰਪੋਰਟ ਦੇ ਵਿੱਚੋਂ ਸਮਾਨ ਜਾਊਗਾ ਸਾਡੇ ਕੋਲ ਆਊਗਾ ਤਾਂ ਸਬਜ਼ੀ ਬਣਾਵਾਂਗੇ, ਨਾ ਫਰੂਟ ਖਾਵਾਂਗੇ, ਨਾ। ਉਹਨਾਂ ਨੂੰ ਕਿਸੇ ਨਾ ਕਿਸੇ ਮੁਲਕ ਦੇ ਵਿੱਚੋਂ ਸਪਲਾਈ ਹੁੰਦੀ ਹੈ। ਇਸ ਕਰਕੇ ਭਾਰਤ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਥੋੜੀ ਜਿਹੀ ਰਾਹਤ ਦੇਵੇ, 4 ਛਿੱਲੜ ਦੇਵੇ ਕਿ ਭਾਈ ਤੁਸੀਂ ਬਿਲਕੁਲ ਦਵਾਈ ਨਹੀਂ ਪਾਉਣੀ, ਬਿਲਕੁਲ ਖਾਦ ਨਹੀਂ ਪਾਉਣਾ, ਚੰਗੇ ਤਰੀਕੇ ਆ ਕਰਨਾ, ਉਹਦੇ ਤੋਂ ਬਾਅਦ ਇਦਾਂ ਦੀ ਪੈਕਿੰਗ ਕਰਕੇ ਜਿਹੜੀ ਆ ਇੱਥੇ ਪਹੁੰਚਾ ਦੇਣੀ ਆ, ਫਿਰ ਉੱਥੇ ਜਾਊ। ਫਿਰ ਅਸੀਂ ਭਾਅ ਦੇ ਵਿੱਚ ਵੀ, ਮਿਆਰ ਦੇ ਵਿੱਚ ਵੀ, ਮਨੁੱਖੀ ਸਿਹਤ ਨੂੰ ਘੱਟ ਹਾਨੀ ਦੇ ਰੂਪ ਦੇ ਵਿੱਚ ਵੀ ਹਰ ਤਰ੍ਹਾਂ ਦੇ ਨਾਲ ਕੰਪੀਟ ਕਰ ਪਾਵਾਂਗੇ, ਉਹਨਾਂ ਨੂੰ ਮੁਕਾਬਲਾ ਦੇ ਪਾਵਾਂਗੇ। ਤੇ ਉਹਦੇ ਲਈ ਜੇ ਆਪਾਂ ਕਹੀਏ, ਪੰਜਾਬ ਵਾਲੇ ਕਹਿਣ 4 ਅੱਖਰ ਲਿਖ ਲੈਣ ਜੇ ਅਸੀਂ ਇੱਥੋਂ ਸਮਾਨ ਭੇਜਣਾ ਚਾਹੁੰਦੇ ਆ, ਉਹ ਕਹਿਣਗੇ ਥੋੜਾ ਸਮਾਨ ਨਹੀਂ ਭੇਜ 4 ਅੱਖਰ, ਫਿਰ ਨਹੀਂ। ਉਹ ਤਾਂ ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਣ ਵਾਲੀ ਗੱਲ ਹੈ, ਗਲੋਂ ਗਲਾਵਾਂ ਲਾਉਣ ਵਾਲੀ ਗੱਲ ਹੈ। ਬਾਕੀ ਸੰਧਾਲੀਆ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ ਦਾ ਕੰਮ ਜਿਹੜਾ, ਉਹਦੇ ਲਈ ਮੋਰਚਾ ਲੱਗਿਆ ਮੁਹਾਲੀ 'ਚ, ਦਿਨੋਂ ਦਿਨ ਗਿਣਤੀ ਵੱਧ ਰਹੀ ਹੈ। ਹਰਿਆਣੇ ਦੇ ਲੋਕ ਆਏ, ਗੈਰ ਸਿੱਖ ਆਏ, ਉਹਨਾਂ ਨੇ ਵੀ ਉੱਥੇ ਆ ਕੇ ਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਭਾਈ ਹੋਣੀ ਚਾਹੀਦੀ, ਅਸੀਂ ਹੱਕ 'ਚ। ਪਰ ਜਿਹੜੀ ਸਭ ਤੋਂ ਕਮਾਲ ਦੀ ਗੱਲ ਕੀਤੀ, ਉਹ ਕੀਤੀ ਕਿਸਾਨਾਂ ਦੇ ਆਗੂ ਰਕੇਸ਼ ਟਕੈਤ ਨੇ। ਟਕੈਤ ਸਾਹਿਬ ਵੀ ਆਏ, ਪਹਿਲਾਂ ਵੀ ਆਏ ਸੀ। ਉਹ ਕਹਿੰਦੇ ਜੀ ਸਾਨੂੰ ਪੰਜਾਬ ਦੇ, ਹਰਿਆਣੇ ਦੇ, ਭਾਰਤ ਦੇ ਲੋਕਾਂ ਨੂੰ ਇੱਕ ਗੱਲ ਤੋਂ ਸੁਚੇਤ ਹੋਣਾ ਚਾਹੀਦਾ। ਇਸ਼ਾਰਾ ਉਹਨਾਂ ਨੇ ਸਿਆਸੀ ਪਾਰਟੀਆਂ ਵੱਲ ਕੀਤਾ। ਉਹ ਕਹਿੰਦੇ ਸੁਚੇਤ ਇਸ ਗੱਲ ਤੋਂ ਹੋਣਾ ਚਾਹੀਦਾ ਕਿ ਜਿਹੜਾ ਵੀ ਬੰਦਾ ਤੁਹਾਡੇ ਸਾਹਮਣੇ ਤੁਹਾਡੇ ਧਰਮ ਦੀ ਤਾਰੀਫ ਤੇ ਦੂਜੇ ਧਰਮ ਦੀ ਬੁਰਾਈ ਕਰਦਾ, ਮੰਨ ਕੇ ਚੱਲਿਓ ਕਿ ਭਾਈ ਦਾਲ 'ਚ ਕੁਛ ਕਾਲਾ। ਜਿਹੜਾ ਬੰਦਾ ਜਾਂ ਜਿਹੜੀ ਪਾਰਟੀ ਜਾਂ ਜਿਹੜੀ ਸਰਕਾਰ, ਉਹ ਕਹਿੰਦੇ ਜੀ ਹਿੰਦੂ ਸਿੱਖ ਨੂੰ ਲੜਾਉਂਦੀ ਹੈ, ਆਪੇ ਹੀ ਸਮਝ ਜੋ। ਨਾਲ ਹੀ ਉਹਨਾਂ ਨੇ ਵੀ ਕਹਿਤਾ, ਕਹਿੰਦੇ ਜੀ ਜਿਹੜਾ ਬੰਦਾ ਇੱਥੇ ਬੈਠ ਕੇ, ਸਿੱਖ ਬੰਦਾ ਕਿਸੇ ਦੂਸਰੇ ਧਰਮ ਦੀ ਮੁਖਾਲਫਤ ਕਰਦਾ, ਕਿਉਂਕਿ ਸਾਰੇ ਹੀ ਆਉਂਦੇ ਆ, ਸਮਝ ਲਓ ਕਿ ਅਸਲੀ ਸਿੱਖ ਹੀ ਨਹੀਂ। ਹੁਣ ਸੰਧਾਲੀਆ ਸਾਹਿਬ, ਹੋ ਸਕਦਾ ਕੋਈ ਵੀ ਬੰਦਾ ਆਉਂਦਾ, ਆਣ ਕੇ 4 ਨਾਰੇ ਮਾਰ ਕੇ ਉੱਠ ਕੇ ਚਲ ਜਾਂਦਾ, 2 ਘੰਟੇ ਬਹਿੰਦਾ ਚਲ ਜਾਂਦਾ, ਪਰ ਆ ਪਤੇ ਦੀਆਂ ਗੱਲਾਂ ਨਹੀਂ ਦੱਸਣੀਆਂ ਕਿ ਤੁਹਾਨੂੰ ਭਾਈ ਲੜਾਉਣ ਵਾਲਿਆਂ ਤੋਂ ਬਚ ਕੇ ਰਹੋ, ਆਪਸ ਵਿੱਚ ਜੇ ਯੂਨਿਟੀ ਰੱਖੋਗੇ ਤਾਂ ਸਭ ਕੁਝ ਹੋ ਜਾਊਗਾ। ਇਹ ਤਾਂ ਗੱਲ ਹੈਗੀ। ਇਹ ਮੇਰਾ ਖਿਆਲ ਇੱਕ ਡਿਬੇਟ ਦਾ ਵਿਸ਼ਾ ਤੇ ਬਣ ਗਈ ਇਹ ਚੀਜ਼, ਕਿਉਂਕਿ ਜਦੋਂ ਇਹ ਵਾਰ-ਵਾਰ ਧਰਮ ਦੀ ਗੱਲ ਆਉਂਦੀ ਆ ਨਾ, ਤਾਂ ਉਦੋਂ ਹਰੇਕ ਬੰਦਾ ਉਹ ਆਪਣੇ ਧਰਮ ਤੱਕ ਹੀ ਸੀਮਤ ਹੋ ਜਾਂਦਾ, ਉਹ ਬਾਹਰ ਬਾਰੇ ਸੋਚਦਾ ਨਹੀਂ। ਫਿਰ ਉਹਨੂੰ ਹੋਰ ਮੁਸ਼ਕਲਾਂ ਤਕਲੀਫਾਂ ਕੀ ਨੇ ਉਹਦੇ ਬਾਰੇ ਗੱਲ ਚੱਲਦੀ ਨਹੀਂ। ਇੱਕੋ ਨਸੀਰੁੱਦੀਨ ਸ਼ਾਹ ਹੋਰਾਂ ਦਾ ਵੀ ਤੇ ਉਹ ਬਿਆਨ ਜਾਂ ਟਵੀਟ ਜਿਹਾ ਵੀ ਤਾਂ ਬੜਾ ਵਾਇਰਲ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹੈ ਨਾ, ਵੀ ਯਾਰ ਜਿੱਥੇ ਹਰੇਕ ਬੰਦਾ ਧਰਮ ਦੀ ਗੱਲ ਕਰੂਗਾ ਤੇ ਉਹਦੇ ਬਾਰੇ ਹੀ ਸੋਚਦਾ ਰਹੂਗਾ, ਤੇ ਹਰੇਕ ਚੀਜ਼ ਨੂੰ ਉੱਥੇ ਲਿਆ ਕੇ ਕੇਂਦਰਿਤ ਕਰ ਦਿੱਤਾ ਜਾਊਗਾ। ਫਿਰ ਉੱਥੇ ਨੌਕਰੀਆਂ, ਉੱਥੇ ਅਰਥਚਾਰਾ, ਉੱਥੇ ਭੁੱਖਮਰੀ, ਉੱਥੇ ਬੇਰੁਜ਼ਗਾਰੀ, ਇਹ ਸਾਰੇ ਕੁਝ ਦੀ ਗੱਲ ਨਹੀਂ ਹੋਣੀ। ਇਹ ਮੈਨੂੰ ਲੱਗਦਾ ਵੀ ਜਿਹੜਾ ਇਹ ਜਿਸ ਜਗ੍ਹਾ ਦੇ ਉੱਪਰ ਜਾ ਕੇ ਰਕੇਸ਼ ਟਕੈਤ ਸਾਹਿਬ ਨੇ ਗੱਲ ਕੀਤੀ ਹੈ, ਉਹ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਵਾਕਿਆ ਹੀ ਮਾਇਨੇ ਰਖਾਉਂਦੀ ਹੈ ਵੀ ਹਾਂ, ਜੇ ਆਪਾਂ ਇਨਸਾਨੀਅਤ ਦੇ ਨਾਤੇ ਕਿਸੇ ਬੰਦੇ ਨੇ ਜੇ ਕੋਈ ਸਜ਼ਾ ਉਹਨੂੰ, ਠੀਕ ਹੈ, ਉਹਨੇ ਕੋਈ ਗੱਲ ਹੋਈ ਜਾਂ ਕੀਤੀ ਜਾਂ ਉਹਦੇ ਲਈ ਕੋਈ ਬਣਦੀ ਸਜ਼ਾ ਸੀ ਉਹ ਭੁਗਤ ਲਈ ਤਾਂ ਠੀਕ ਹੈ। ਜੇ ਉਹ ਭੁਗਤ ਲਈ ਤਾਂ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਲੋਕ ਬਾਹਰ ਆਉਂਦੇ ਹੀ ਨਹੀਂ, ਇਹਦੇ 'ਚ ਕਿਹੜੀ ਕੋਈ ਕਮੀ ਵਾਲੀ ਗੱਲ ਹੈ। ਤੇ ਹੁਣ ਜੇ ਮੰਨ ਲਓ ਵੀ ਇਹ ਇੱਥੋਂ ਤੱਕ ਗੱਲ ਪਹੁੰਚੀ ਆ, ਹੁਣ ਹੌਲੀ ਹੌਲੀ ਵੱਖ-ਵੱਖ ਸਟੇਟਾਂ ਤੋਂ, ਜੇ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਵਸਿੰਦੇ ਉੱਥੇ ਆਉਣ ਲੱਗ ਪਏ ਨੇ, ਤੇ ਮੈਨੂੰ ਲੱਗਦਾ ਤਾਂ ਹੈ ਕਿ ਵੀ ਸ਼ਾਇਦ ਹੋ ਸਕਦਾ ਸਰਕਾਰ ਇਹ ਸੋਚੇ, ਕਿਉਂਕਿ ਇੱਕ ਪ੍ਰੈਸ਼ਰ ਬਿਲਡਅਪ ਹੋਣ ਦੀ ਗੱਲ ਹੁੰਦੀ ਹੈ ਨਾ, ਪ੍ਰੈਸ਼ਰ ਬਿਲਡਅਪ ਹੋ ਰਿਹਾ, ਅਗਲੇ ਪਾਸੇ ਵੋਟਾਂ ਹੁੰਦੀਆਂ ਨੇ, ਤੇ ਲੀਡਰਾਂ ਨੂੰ ਕੀ ਕਰੀਏ ਯਾਰ, ਹੁਣ ਤੁਸੀਂ ਮੇਰੇ ਮੂੰਹ ਕਢਾਉਂਦੇ, ਸਾਨੂੰ ਗੱਲ ਇਹ ਵੋਟਾਂ ਡਰਾਉਂਦੀਆਂ ਨੇ, ਹੋਰ ਅਸੀਂ ਡਰਦੇ ਨਹੀਂ ਕਿਸੇ ਕੋਲ। ਇਹ ਕਿਤੇ 10 ਸਾਲੀ ਪਿਆ ਕਰਨਾ, ਫਿਰ ਦੇਖੋ ਤੁਸੀਂ ਲੀਡਰ ਚੀਜ਼ ਕੀ ਹੈ। ਇਹ 5 ਸਾਲੀ ਸਾਨੂੰ ਲੋਕ ਤੰਗ ਕਰਦੇ ਆ। ਕਰਨਾਟਕ ਦੇ ਵਿੱਚ ਵੋਟਾਂ ਆਉਣ ਵਾਲੀਆਂ, ਰਾਜਸਥਾਨ ਦੀ ਤਿਆਰੀ ਹੈ, ਲੋਕ ਸਭਾ ਚੋਣਾਂ ਸਿਰ ਤੇ ਖੜੀਆਂ, ਜਲੰਧਰ ਦੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵੀ ਹੈ। ਮੈਨੂੰ ਨਾਨਾ ਪਾਟੇਕਰ ਯਾਦ ਆਉਂਦਾ, ਉਹਦੀ ਇੱਕ ਬੜੀ ਪੁਰਾਣੀ ਫਿਲਮ ਹੈ, ਉਹਦੇ ਵਿੱਚ ਨਾ ਉਹ ਇਦਾਂ ਹੀ ਉਹਦੇ ਗਲ ਪੈਂਦਾ ਸੀ ਬੰਦਾ ਵੀ ਮੈਂ ਆਇਆ ਤੂੰ ਫਲਾਣੇ ਧਰਮ ਦਾ, ਇਦਾਂ ਉਹਨੂੰ ਲੱਗਦਾ ਸੀ ਕਿ ਭਾਈ ਮੈਂ ਵੱਡਾ ਛੋਟਾ ਕੁਛ ਵੀ ਇਦਾਂ। ਉਹ ਇੱਕ ਪੱਥਰ ਚੱਕਦਾ ਹੀ, ਸ਼ਾਇਦ ਬਹੁਤ ਸਾਰੇ ਸੱਜਣਾਂ ਚੇਤਾ ਹੋਵੇ, ਜੇ ਚੇਤਾ ਤਾਂ ਫਿਲਮ ਦਾ ਨਾਮ ਦੱਸਿਓ, ਮੈਨੂੰ ਨਾਮ ਯਾਦ ਭੁੱਲ ਗਿਆ। ਉਹ ਇੱਕ ਪੱਥਰ ਚੱਕਦਾ, ਉਹਦਾ ਹੱਥ ਬੰਦੇ ਦਾ ਧੱਕੇ ਨਾਲ ਫੜ ਕੇ ਦੂਜੇ ਪੱਥਰ ਤੇ ਰੱਖ ਕੇ 5-7 ਠਾ 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 ਕਰਕੇ ਮਾਰ ਕੇ ਉਹਦੀਆਂ ਉਂਗਲਾਂ ਤੋੜ ਦਿੰਦਾ, ਖੂਨ ਨਿਕਲਣ ਲੱਗ ਪੈਂਦਾ, ਫਿਰ ਆਪਣੇ ਮਾਰਦਾ, ਫਿਰ ਦੂਜੇ ਹੱਥ ਦੇ ਉੱਤੇ ਉਹਦਾ ਵੀ ਖੂਨ ਉਂਗਲਾਂ ਦਾ ਲਾਂਦਾ, ਆਪਣਾ ਵੀ ਲਾਂਦਾ, ਕਹਿੰਦਾ ਦਿਖਾਲ ਤੇਰਾ ਕਿਹੜਾ, ਮੈਨੂੰ ਦੱਸ ਇਹਦੇ ਵਿੱਚੋਂ ਤੇਰਾ ਕਿਹੜਾ, ਜੇ ਤੂੰ ਹੋਰ ਧਰਮ ਦਾ ਮੈਂ ਹੋਰ ਧਰਮ ਦਾ। ਬੰਦੇ ਨੂੰ ਤਾਂ ਐਂ ਲੱਗਦਾ ਯਾਰ ਪੱਥਰ ਮਾਰ ਮਾਰ ਕੇ ਉਹਦੀ ਉਂਗਲੀ ਤੋੜ ਦਿੱਤੀ, ਖੂਨ ਕੱਢ ਦਿੱਤਾ, ਮੁੜ ਕੇ ਆਪਣੀ ਉਂਗਲੀ ਤੋੜ ਲਈ। ਪਰ ਉਹਦੇ ਤੋਂ ਚੰਗੀ ਉਦਾਹਰਨ ਕੋਈ ਨਹੀਂ ਹੋ ਸਕਦੀ। ਭਾਈ ਬਾਬੇ ਨੇ ਇੱਕ ਹੀ ਬਣਾ ਕੇ ਭੇਜਿਆ, ਆਪਣੇ ਧਰਮ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਰਹੋ, ਪੂਰੇ ਅਕੀਦੇ 'ਚ ਰਹੋ, ਪਰ ਦੂਜਿਆਂ ਦਾ ਵੀ ਸਤਿਕਾਰ ਕਰੋ। ਇੰਨੀ ਕੁ ਤਾਂ ਕਹਾਣੀ ਆ ਸਾਰੀ। ਬਿਲਕੁਲ ਸਹੀ। ਚਲੋ ਹੁਣ ਟਾਈਮ ਹੋ ਗਿਆ ਬਾਠ ਸਾਹਿਬ, ਤੁਸੀਂ ਵੀ ਮਹਾਰਾਜ ਥੋੜ੍ਹਾ ਜਿਹਾ ਆਪਣੇ ਥੋੜ੍ਹੀ ਬਹੁਤ ਰੈਸਟ ਕਰ ਲਓ, ਤੇ ਕੋਈ ਗੱਲ ਨਹੀਂ, ਫੇਰ ਕਰਦੇ ਹਾਂ ਮੁਲਾਕਾਤਾਂ। ਬੜਾ ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ ਸੰਧਾਲੀਆ ਸਾਹਿਬ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਹੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।